हाँ जी, सत्कारयोग वीरों ते भैनों, आप सब नूं सत्कार भरी सत श्री अकाल। वाहिगुरू जी का खालसा, वाहिगुरू जी की फतेह। आज असी पहला सेशन शुरू कर रहे हैं और शुरुआत तो अपना फॉर्मल फंक्शन शुरू करने तो पहले मैं मेरे वीर जगवीर सिंह जी नूं बेनती करांगा कि अरदास करन ते फिर आपां बाकी दा प्रोग्राम शुरू करांगे। वीर जगवीर सिंह जी। हाँ जी, वाहिगुरू जी का खालसा, वाहिगुरू जी की फतेह। वाहिगुरू साहिब जी, तू ठाकुर तुम पे अरदास, जियो पिंड सब तेरी रास। तू ठाकुर तुम पे अरदास, जियो पिंड सब तेरी रास। तुम मात पिता हम बारिक तेरे, तुमरे कृपा में सुख कनेरे। कोई न जाने तुमरा अंत, ऊंचे ते ऊंचा भगवंत। सगल समग्री तुमरे सूत्रधारी, तुम ते होए सो आज्ञाकारी। तुम्हरे गत मित तुम ही जानी, नानक दास सदा कुर्बानी। तुम्हरे गत मित तुम ही जानी, नानक दास सदा कुर्बानी। वाहिगुरू जी का खालसा, वाहिगुरू जी की फतेह। आप जी का बहुत बहुत धन्यवाद वीर जगवीर सिंह जी। हुण आपां प्रोग्राम शुरू करते हैं तो सब तो पहला मैं आप जी नूं साडे इस प्रोग्राम के प्रेजिडेंट मेरे भैन जी मनदीप कौर जी दुबई तो वो ग्लोबल सिख कौंसल के वाइस प्रेजिडेंट है तो इस प्रोग्राम को चेयर करेंगे। तो मैं भैन जी नूं बेनती करदा कि कुछ वैलकम के शब्द सारा नाल सांझे करन। वाहिगुरू जी का खालसा, वाहिगुरू जी की फतेह। आए होए साडे सारे वीरां ते भैणां नूं ਅਸੀਂ ਤਹਿ ਦਿਲ ਤੋਂ ਬਹੁਤ-ਬਹੁਤ ਸਭ ਦਾ ਸਵਾਗਤ ਕਰਦੇ ਹਾਂ। ਸਾਡੀ ਸਾਰੀ ਟੀਮ, ਸਾਡੇ ਪ੍ਰਧਾਨ ਸਾਹਿਬ ਸਰਦਾਰ ਅੰਮ੍ਰਿਤਪਾਲ ਸਿੰਘ ਸਚਦੇਵਾ ਜੀ, ਵੀਰ ਗੁਰਪ੍ਰੀਤ ਸਿੰਘ ਜੀ ਬਹਿਰੀਨ ਤੋਂ, ਸਾਡੇ ਫਾਊਂਡਿੰਗ ਪ੍ਰੈਜ਼ੀਡੈਂਟ ਸਰਦਾਰ ਗੁਰਬਰਕ ਸਿੰਘ ਬੱਸੀ ਜੀ ਤੇ ਹੋਰ ਸਾਡੀ ਸਾਰੀ ਟੀਮ, ਸਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਹਾਂ। ਔਰ ਗੁਰਬਾਣੀ ਦਾ ਸ਼ਬਦ ਜੋ ਦਿਸੇ ਗੁਰ ਸਿੱਖੜਾ ਤਿਸ ਨਿਵ ਲਾਗੋ ਪਾਏ ਜੀਓ, ਇਹਦੇ ਅਨੁਸਾਰ ਅਸੀਂ ਆਪ ਸਾਰਿਆਂ ਨੂੰ ਬੁਲਾਇਆ ਔਰ ਸਾਰਿਆਂ ਦੇ ਵਿਚਾਰ ਸੁਣਨ ਵਾਸਤੇ। ਔਰ ਇਹ ਜਿਹੜੇ ਵਿਚਾਰ ਸਭ ਨੂੰ ਪਤਾ ਹੈ ਕਿ ਜਿਹੜਾ ਇਹ ਸੈਮੀਨਾਰ ਅਸੀਂ ਜੋ ਧਰਮ ਪਰਿਵਰਤਨ ਦੀ ਹਨੇਰੀ ਚੱਲ ਰਹੀ ਹੈ ਉਹਦੇ ਵਾਸਤੇ ਅਸੀਂ ਇਹ ਵੈਬੀਨਾਰ ਰੱਖਿਆ ਹੈ। ਤੇ ਇਸ ਵੈਬੀਨਾਰ ਵਿੱਚ ਅਸੀਂ ਸਾਰੇ ਜਾਣੇ ਤੁਹਾਡੇ ਕੀਮਤੀ ਸੁਝਾਵਾਂ ਦੀ ਉਹ ਵੇਟ ਕਰ ਰਹੇ ਹਾਂ। ਆਓ ਜੀ, ਹੁਣ ਮੈਂ ਵੀਰ ਜੀ ਨੂੰ ਆਖਾਂਗੀ ਕਿ ਵੀਰ ਜੀ ਸਾਰਿਆਂ ਨੂੰ ਇੱਕ ਇੱਕ ਕਰਕੇ ਬੁਲਾਉਣ ਤੇ ਅਸੀਂ ਸਭ ਜਾਣੇ ਤੁਹਾਡੇ ਜਿਹੜੇ ਕੀਮਤੀ ਸੁਝਾਅ ਹੈ ਉਹਨਾਂ ਨੂੰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰਯੋਗ ਭੈਣ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਇੱਕ ਦੋ ਗੱਲਾਂ ਸਾਂਝੀਆਂ ਕਰ ਲਾਂ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ। ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਸੈਮੀਨਾਰ ਦਾ ਮਕਸਦ ਇਹ ਹੈ ਕਿ ਜਿਹੜਾ ਪੰਜਾਬ ਵਿੱਚ ਸਿੱਖੀ ਨੂੰ ਛੱਡ ਕੇ ਕਹਿ ਲਓ ਸਾਡੇ ਸੱਜਣ ਜਾ ਰਹੇ ਆ, ਅਸੀਂ ਉਹਨਾਂ ਨੂੰ ਕਿੱਦਾਂ ਵਾਪਸ ਲਿਆਉਣਾ, ਹੋਰ ਵੀਰਾਂ ਨੂੰ ਜਿਹੜੇ ਜਾਣ ਦੇ ਸਿਰੇ ਤੇ ਬੈਠੇ ਆ ਉਹਨਾਂ ਨੂੰ ਕਿੱਦਾਂ ਨਾਲ ਰੱਖਣਾ, ਸਾਡਾ ਮੇਨ ਮਕਸਦ ਇਹ ਹੈ। ਤੇ ਆਪ ਜੀ ਕੋਲੋਂ ਇਹ ਉਡੀਕ ਕੀਤੀ ਜਾਂਦੀ ਹੈ ਕਿ ਸਾਨੂੰ ਸਾਰਿਆਂ ਨੂੰ, ਆਲਮੋਸਟ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਖਾਸ ਕਾਰਨ ਕਿਹੜੇ ਹੈ ਜਿਹਦੇ ਕਰਕੇ ਇਹ ਮੂਵਮੈਂਟ ਸਿੱਖੀ ਤੋਂ ਬਾਹਰ ਜਾ ਰਹੀ ਹੈ।
ਆਪਾਂ ਕਾਰਨ ਜਿਹੜਾ ਵੀ ਤੁਸੀਂ ਸਮਝੋਗੇ ਜਿਹੜਾ ਤੁਹਾਡੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਤੁਸੀਂ ਉਹ ਕਾਰਨ ਸਟੇਟ ਕਰਕੇ ਤੇ ਸਪੀਕਰ ਅੱਗੇ ਬੇਨਤੀ ਹੈ ਕਿ ਆਪਣਾ ਮੋਸਟ ਕਾਸਟ ਇਫੈਕਟਿਵ, ਉਹ ਜਿਹੜਾ ਘੱਟ ਖਰਚ ਵਿੱਚ ਵੱਧ ਤੋਂ ਵੱਧ ਅਸਰ ਕਰ ਸਕਦਾ, ਉੱਦਾਂ ਦਾ ਸੋਲੂਸ਼ਨ ਪੇਸ਼ ਕਰੋ। ਮੈਂ ਜਾਣਦਾ ਕਿ ਸਮਾਂ 3 ਤੋਂ 5 ਮਿੰਟ ਦਾ ਬਹੁਤ ਘੱਟ ਹੁੰਦਾ, ਲੇਕਿਨ ਜੇ ਤੁਸੀਂ ਜਿਸਟ ਆਪਣਾ ਸਾਂਝਾ ਕਰ ਲਓਗੇ ਤਾਂ ਉਹਦੇ ਨਾਲ ਐਡੀਸ਼ਨਲ ਗੱਲਾਂ ਫਿਰ ਕੁਐਸਚਨ ਆਨਸਰ ਸੈਸ਼ਨ ਵਿੱਚ ਬਾਕੀ ਦੇ ਸੱਜਣ ਪੁੱਛ ਲੈਣਗੇ ਜਿੱਥੇ ਜਿੱਥੇ ਵੀ ਜ਼ਰੂਰਤ ਹੋਏਗੀ। ਤੇ ਆਪਾਂ ਇੱਕ ਗੱਲ ਦਾ ਖਿਆਲ ਰੱਖਣਾ ਕਿ ਸਾਡਾ ਸੈਸ਼ਨ 2 ਹਿੱਸਿਆਂ ਵਿੱਚ ਹੈ। ਪਹਿਲਾ ਹਿੱਸਾ ਜਿਹਦੇ ਵਿੱਚ ਅਸੀਂ ਮੇਰੇ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਰਜਿਸਟਰ ਕੀਤਾ ਉਹਨਾਂ ਦੇ ਵਿਚਾਰ ਸੁਣਾਂਗੇ। ਦੂਜਾ ਹਿੱਸਾ 1 ਘੰਟੇ ਬਾਅਦ ਜਦੋਂ ਅਸੀਂ ਸਾਰੇ ਸੱਜਣਾ ਕੋਲੋਂ ਪੁੱਛਾਂਗੇ ਕਿ ਜੇ ਤੁਹਾਨੂੰ ਕੋਈ ਸਵਾਲ ਹੈ ਕਿਸੇ ਵੀ ਪ੍ਰਪੋਜ਼ਡ ਸੋਲੂਸ਼ਨ ਦੇ ਉੱਤੇ ਤੇ ਤੁਸੀਂ ਉਹ ਸਵਾਲ ਪੁੱਛ ਸਕਦੇ ਹੋ। ਜਾਂ 2 ਘੰਟੇ ਵਿੱਚ ਇਸ ਤਰੀਕੇ ਨਾਲ ਚੱਲੇਗਾ। ਧਿਆਨ ਇਸ ਗੱਲ ਦਾ ਹੈ ਕਿ ਜਦੋਂ ਆਪ ਜੀ ਸੋਲੂਸ਼ਨ ਸਾਂਝਾ ਕਰਦੇ ਹੋ ਨਾਲ ਨਾਲ ਇੱਕ ਗੱਲ ਜ਼ਰੂਰ ਕਹਿ ਦੇਣੀ ਕਿ ਇਸ ਸੋਲੂਸ਼ਨ ਵਿੱਚ ਤੁਸੀਂ ਆਪ ਕਿਸ ਤਰੀਕੇ ਨਾਲ ਤਨੋ ਮਨੋ ਯੋਗਦਾਨ ਪਾ ਸਕਦੇ ਹੋ, ਸਮਾਂ ਦੇ ਸਕਦੇ ਹੋ ਜਾਂ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਹੋ। ਤੇ ਹੁਣ ਮੈਂ ਸ਼ੁਰੂ ਕਰਦਾ ਸਾਡੇ ਸਪੀਕਰ ਤੋਂ। ਇਨ ਆਰਡਰ ਬਾਈ ਰਜਿਸਟ੍ਰੇਸ਼ਨ ਹੈਗੇ ਆ। ਤੇ ਸਭ ਤੋਂ ਪਹਿਲੇ ਸਪੀਕਰ ਡਾਕਟਰ ਇਕਬਾਲ ਸਿੰਘ ਜੀ। ਡਾਕਟਰ ਇਕਬਾਲ ਸਿੰਘ ਜੀ ਢਿੱਲੋਂ, ਅਨਮਿਊਟ ਕਰ ਲਓ ਆਪਣੇ ਆਪ ਨੂੰ। ਅਨਮਿਊਟ ਕਰ ਲਓ। ਵੀਰ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ। ਹਾਂਜੀ ਹੋ ਗਿਆ ਮੇਰੇ ਖਿਆਲ ਜੀ। ਹਾਂਜੀ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਮੈਨੂੰ ਪਹਿਲਾ ਸਪੀਕਰ ਨਾ ਬਣਾਉਣਾ, ਤੇ ਇਹ ਮੈਂ ਸਪੈਸ਼ਲੀ ਲਿਖ ਕੇ ਦੱਸਿਆ ਸੀ ਤੇ ਕੀ ਹੁਣ ਕੋਈ ਮੇਰੇ। ਹਾਂਜੀ ਆਪ ਜੀ ਦਾ ਬਹੁਤ ਧੰਨਵਾਦ। ਆਪਾਂ ਨੈਕਸਟ ਸਪੀਕਰ ਤੇ ਚਲੇ ਜਾਂਦੇ ਆ, ਤੁਹਾਨੂੰ ਬਾਅਦ ਵਿੱਚ ਸਮਾਂ ਦੇ ਦਿਆਂਗੇ, ਕੋਈ ਗੱਲ ਨਹੀਂ। ਹਾਂਜੀ ਕੋਈ ਬਾਅਦ ਗੱਲ ਚ ਦੇ। ਹਾਂ, ਸਰਦਾਰ ਕੁਲਵਿੰਦਰ ਸਿੰਘ ਜੀ ਨੈਕਸਟ ਸਪੀਕਰ। ਸਰਦਾਰ ਕੁਲਵਿੰਦਰ ਸਿੰਘ ਜੀ ਹੈਗੇ ਆ? ਹਾਂਜੀ ਹੈਗਾ ਜੀ। ਭਾਈ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਆਪਣਾ ਇੱਕ ਬੈਕਗਰਾਉਂਡ ਨੋਟ ਦੇ ਪੋਸੀਬਲ ਸੋਲੂਸ਼ਨ ਭੇਜਿਆ ਹੋਇਆ ਤੇ ਮੈਂ ਸਿਰਫ ਮੇਰਾ ਮੇਨ ਮੁੱਦਾ ਇਹ ਹੈ ਕਿ ਜਦ ਤੱਕ ਜਿਹੜੇ ਸੋ ਕਾਲਡ ਦਲਿਤ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਪਿੰਡਾਂ ਦੇ ਵਿੱਚ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਦ ਤੱਕ ਇਹ ਪ੍ਰੋਬਲਮ ਸਾਲਵ ਹੋਣੀ ਔਖੀ ਹੈ। ਤੁਸੀਂ ਜੋ ਮਰਜ਼ੀ ਕਰ ਲਓ, ਇਹ ਬਹੁਤ ਮੁਸ਼ਕਿਲ ਹੈ। ਅੱਛਾ ਦੂਸਰੀ ਗੱਲ ਇਹ ਹੈ ਕਿ ਸਿਰਫ ਕ੍ਰਿਸਚੈਨਿਟੀ ਦਾ ਮਸਲਾ ਨਹੀਂ ਹੈ ਪੰਜਾਬ ਵਿੱਚ ਇਸ ਵਕਤ। ਮੈਂ ਹੋਰ ਇੱਕ ਤੁਹਾਨੂੰ ਦੱਸ ਦਿਆਂ, ਇਸ ਵਕਤ ਪੰਜਾਬ ਦੇ ਵਿੱਚ RSS ਦੇ ਬੜੇ ਸਾਰੇ ਸਕੂਲ ਚਲਾਏ ਜਾ ਰਹੇ ਨੇ ਸਿੱਖਾਂ ਨੂੰ ਹਿੰਦੂ ਬਣਾਉਣ ਵਾਸਤੇ। ਉਹਦੇ ਬਾਰੇ ਸ਼ਾਇਦ ਬਹੁਤ ਸਾਰਿਆਂ ਨੂੰ ਪਤਾ ਨਹੀਂ ਹੋਏਗਾ ਤੇ ਉਹਦਾ ਵੀ ਜਿਹੜਾ ਥੋੜਾ ਖੋਜ ਕਰੋ ਤੇ ਉਹਦੇ ਤੇ ਵੀ ਕੁਝ ਮਤਲਬ ਕਿ ਕਾਰਵਾਈ ਕਰਨੀ ਪਏਗੀ। ਅਦਰਵਾਈਜ਼ ਇੱਧਰ ਨਹੀਂ, ਇੱਕ ਪਾਸੇ ਖੂਹ ਹੈ ਇੱਕ ਪਾਸੇ ਖਾਈ ਹੈ, ਜਾਂ ਖੂਹ 'ਚ ਗਿਰਾਂਗੇ ਜਾਂ ਖਾਈ 'ਚ ਗਿਰਾਂਗੇ। तो ये सारी विचार मंगती है। मैं इतना ही कहना चाहूंगा, हो ज्यादा कुछ। वाहिगुरु जी का खालसा वाहिगुरु जी की फतेह। सरदार कुलविंदर सिंह जी आप जी ने बहुत सोहना सुझाव पेश किया ते मैं आप जी ने साझी गल करना कि साडा सबजैक्ट ये सी कि जिहड़े भी लोग सिक्खी छड्ड के जा रहे हैं ते आप जी ने बिल्कुल दस्सिया कि साडे सिर्फ एक पासे साडा एम्फसिस हुणे ही असीं ध्यान साडा क्रिश्चियनिटी ने खिंच लिया, लेकिन हिंदू धर्म वाले पासे नूं कुछ सालों तो वो भी उपराले हो रहे हैं। वी नीड टू बी aware of that, awaken to that. Thank you so much. Next speaker Dr. Sarvjit Singh ji. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਚੀਜ਼ ਨੂੰ ਵੇਖਣ ਵਾਸਤੇ ਸਾਨੂੰ ਵੇਖਣਾ ਪਵੇਗਾ ਕਿ ਕਿਸ ਤਰ੍ਹਾਂ ਇਹ ਹਿਸਟੋਰੀਕਲ ਬੈਕਗਰਾਉਂਡ ਨਾਲ ਵੀ ਰਿਲੇਟਡ ਆ। ਜੇ ਵੇਖੀਏ ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦਿੱਤਾ। ਉਸ ਸਮੇਂ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਕਿ ਉਸ ਸਮੇਂ ਸਥਿਤੀ ਕੀ ਸੀ।
अजकल की स्थिति की है और किहड़ियां फंडामेंटल चेंजिस साडे विच आ गईयां कि जिहड़ियां कि सानू गुरु ग्रंथ साहब दे नेड़े ही नहीं आउण दिंदियां। और इस तो इलावा फिर सानू वेखना पएगा कि असीं की कर सकते हैं। जे गुरु नानक साहब दे वेले वेख्या जाए तो उन्होंने अपने प्रचारक दौरिਆਂ समय ना तो किसी नूं पैसे दिते, ना नौकरियां दित्तियां, ना लालच दिता। सिर्फ सच का मार्ग समझाया, सच ते आप पैरा दिता ते बाकियां नूं सच की मार्ग की चलण की सोझी दिती और इसे वास्ते तैयार किया और लोगों नूं कर्म कांडां चों कढिया और नाल जिथे भी होया कमजोर वर्ग की जिन्हां दी कोई परवाह नहीं सी करता उन्हां दा साथ दिता ते होर जिहड़े सीगे गुरु साहब के पीरियड ते इवन खास तौर पर बच्चों नूं जिहड़ा हैगा वा उन्होंने शिक्षित करने का उपराला किया और उन्होंने ये सिद्धांत चलिया सच्चे मार्ग चलदियां उस्तत करे जहान। हुण वेख्या जाए उन्होंने पूर्ण सफलता प्राप्त कर ली। हुण साडे उस समय अगर वेख्या जाए तो धर्म स्थानां विच अजकल जिन्हां नूं असीं गुरुद्वारे कहने आ उत्थे गुरबाणी गायन करन, सुनन, समझण, मन विच प्रेम पैदा करन, शब्द विचार गुरबाणी अनुसार सिੱਖਿਆ, जीवन जाच बच्चों की सिੱਖਿਆ, दुनियावी सिੱਖਿਆ, शस्त्र विद्या, कुदरत की संभाल, जीवन के हरेक पहलू के विकास लई वरते जाते सी। और जो उस समय भी आधुनिक सिखलाई के साधन सीगे गुरु महाराज ने वो वरतन की कोशिश की और जिथे जिथे गुरु महाराज नूं लगा और खास तौर पर उन्होंने जिहड़ा हैगा वा नवे नवे केंद्रीय स्थान भी जिहड़े हैगे वो पैदा करने की कोशिश की। जे वेखो हर गुरु साहब ने एक नवा केंद्रीय स्थान पैदा करने की कोशिश की। मन ते तन दोवां की प्रफुल्लता का ध्यान रखा। गुरु घर के दवा दारू या जिन्हें कह लो दवाखाने या कह लो हॉस्पिटल अज की टर्म में कह लो वो पूरी दुनिया में मशहूर से, पूरे हिंदुस्तान में मशहूर सीगे और हर एक पहलू ते सिखां नूं सिक्ख्या दित्ती जांदी सी, धार्मिक भी ते बाकी भी जो लोड़ींदी जिहड़ी हैगी आ वो सिक्ख्या दित्ती जांदी सी। गुरु नानक साहब का प्रचार फेरियां वेले मुख मंत्र सीगा मनुखता नूं कर्म कांडां चों बाहर कढना और सच का ज्ञान देना। अज वेख्या जाए साडे कोल सच का ज्ञान की बहुत घाट आ और इसी कारण है कि असीं सच के मार्ग ते चलण तों जिहड़े हैगे आ थिड़के पए हन। जे अगर वेख्या जाए तो साडे गुरुद्वारा साहब विच सोझी देण दी गल नहीं। हुण गुरबाणी ते शब्द आंदा ना, गुरु द्वारे होए सोझी पाए सी, एत द्वारे धोए अच्छा होए सी। ना तां मानसिक तौर पर सोझी दित्ती जाती है और ना ही किस तरह असीं अपने विकार धो सकते हाँ उसकी ट्रेनिंग दी जाती है। ज़्यादातर रीति रिवाजों वाले रुझे पे आ। जे स्कूल कॉलेज या वो प्रसार के केंद्र वेखे जाए और उत्थे भी सिक्खी संबंधी बहुत घट उपराले हो रहे। जे सिख संस्थावां वेखिया जाए वो आपस में वंडियां पईयां वा, वो अपनी संस्था दे वफादार हो सकते हैं पर किन्ने के गुरु ग्रंथ साहब दे आ वो बहुत घट लगते हैं। जे वेख्या जाए इतिहास वाल वेख्या जाए भावें गुरु नानक साहब ने एक आधुनिक धर्म चलाया लेकिन समय के नाल जिहड़ा हैगा वा बाकियां नूं खतरा सीगा, इस करके उन्होंने भरम भुलेखे पाने शुरू कर दिते। अंग्रेज़ों ने भी गुरु ग्रंथ साहब गुरु नानक साहब ते गुरु गोबिंद सिंह विच भेद पा दिते तां जो असीं भंबल पुस्सियां विच पई जा रहीए और तरह तरह की अकाल पुरख की परिभाषा संबंधी नाम जपना मंत्र सतनाम का रटन हरमंदर सचखंड का भुलेखा इहो ਜਿਹੇ ਜਿਹੜੇ ਹੈਗੇ अज भी चल रहे आ और साडे मुढ़ले सिद्धांतां विच भी तरह तरह के भुलेखे पे हैं। हुण जे असीं भुलेखिਆਂ विच जिंदगी अपनी बिताई जावांगे तो जरूरी गल है कि असीं असलीयत वाल कदी नहीं जा सकते और ना ही दूसरों असीं असलीयत वाल लिजा सकते हैं। गुरुद्वारे अज के समय में धर्मसाल नहीं रह गए। ज़्यादा संगत की गिनती जिहड़ी हैगी वो भी घटती जा रही है, उन्हां दा लैवल जिहड़ा हैगा वा वो भी घटता जा रहा और बच्चे तुसीं आम ही वेख लो कि उन्हां दी गिनती जिहड़ी हैगी बहुत घट हुंदी गुरु घर नाल जिहड़े कि वो जुड़े हुंदे हन। सिख संस्थावां दे विच भी कोई कैपेबल सिख तैयार नहीं हो रहे। लायक बच्चे भी अजकल के कई बार सिक्खी स्कूलों में जाण तो गुरेज करते, कहते किसी दूसरे सर्कल में ज्वाइन कर लिए क्योंकि उन्हों का लैवल जिहड़ा हैगा वा थल्ले जाता जा रहा। हुण असीं गुरुद्वारा साहब नूं बना दिता वा कि असीं गुरुद्वारा साहब आओ भाई साहब जी ने पाठ करना कीर्तन करना मत्था टेकना असीं अखां मीट के बैठ जाना वा कड़ाह प्रशाद लैना लंगर खाना ते चल जाना। एक रीति रिवाज या मनोरंजन का साधन असीं बना दिता है। और इसे करके जे गुरबाणी की बड़ी पंक्ति ਜਿਹੜੀ साबित करती कि साड़ी हालात इस समय की बन गई है, माथे तिलक हथ माला बाना लोगन राम खिलाना जाना। असीं सिख धार्मिक पहरावा पा के पनकमंडा में फसे हाँ। और कबीर साहब का शब्द है कबीर दीन गवाया दुनी स्यों
ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਅਸੀਂ ਆਪਣੇ ਧਰਮੀ ਹੋਣ ਦਾ ਦਾਅਵਾ ਤਾਂ ਕਰਦੇ ਹਾਂ, ਪਰ ਜ਼ਿਆਦਾਤਰ ਲੋਕਾਚਾਰੀ ਵਿੱਚ ਫਸੇ ਹੁੰਦੇ ਹਾਂ, ਔਰ ਜੋ ਅਸਲੀਅਤ ਸਚਿਆਰ ਬਣਨ ਦੀ ਗੁਰੂ ਮਹਾਰਾਜ ਨੇ ਗੱਲ ਦੱਸੀ ਸੀ, ਉਸ ਤੋਂ ਅਸੀਂ ਬਹੁਤ ਦੂਰ ਜਾਂਦੇ ਜਾ ਰਹੇ ਹਾਂ। ਔਰ ਇਹੀ ਕਾਰਨ ਹੈ ਕਿ ਅਸੀਂ ਗੁਰਬਾਣੀ ਤੋਂ ਮੁੱਖ ਮੋੜ ਕੇ ਅੱਜ ਦੁੱਖਾਂ, ਕਲੇਸ਼ਾਂ, ਆਪਸੀ ਝਗੜੇ, ਜਾਂ ਪਹਿਲਾਂ ਵੀਰ ਜੀ ਨੇ ਜਿਹੜੀ ਗੱਲ ਕੀਤੀ ਜਾਤ ਪਾਤ ਦਾ ਵੱਡਾ, ਬੇਰੁਜ਼ਗਾਰੀ, ਮਾਇਕ ਸਹਾਇਤਾ ਵਿੱਚ ਮੁਸ਼ਕਲਾਂ, ਪ੍ਰਦੂਸ਼ਣ, ਪਾਣੀ ਦੀ ਕਮੀ ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਅੱਜ ਅਸੀਂ ਡੁੱਬ ਰਹੇ। ਇਸ ਕਰਕੇ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਚੇਂਜ ਕੀਤਾ ਜਾਵੇ। ਜੇ ਗੁਰਬਾਣੀ ਦੀ ਪਰਿਭਾਸ਼ਾ ਵਿੱਚ ਵੇਖਿਆ ਜਾਵੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ, ਮੈਂ ਦੁਬਾਰਾ ਨਹੀਂ ਰਿਪੀਟ ਕਰਨਾ ਚਾਹੁੰਦਾ, ਕਿ ਗੁਰੂ ਮਹਾਰਾਜ ਨੇ ਤੇ ਸਾਨੂੰ ਦਿੱਤੀ ਅਕਾਲ ਪੁਰਖ ਦੀ ਡੈਸ਼ਨ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਅਸੀਂ ਇਸ ਨੂੰ ਮੰਤਰ ਜਾਂ ਰਟਨ ਦਾ ਰੂਪ ਦੇ ਦਿੱਤਾ। ਅਸਲੀਅਤ ਵੱਲ ਨਹੀਂ, ਜੋ ਅਕਾਲ ਪੁਰਖ ਦੇ ਗੁਣ ਆ ਉਹਨਾਂ ਵੱਲ ਜਾਈਏ। ਜੇ ਨਾਮ ਦੀ ਗੱਲ ਲੈ ਲਓ ਤੇ ਜੇਤਾ ਕੀਤਾ ਤੇਤਾ ਨਾ ਵਿਨਾ ਵਿਨਾ ਹੀ ਕਥਾਉ, ਅਸੀਂ ਨਾਮ ਦੀ ਭਾਸ਼ਾ ਹੀ ਬਦਲ ਦਿੱਤੀ ਆ। ਮੈਂ ਵੀਰ ਜੀ ਬੇਨਤੀ ਕਰਦਾ ਕਿ ਥੋੜਾ ਜਿਹਾ ਸੰਖੇਪ ਕਰ ਲਓ, ਆਪਣਾ ਸੋਲੂਸ਼ਨ ਪ੍ਰੈਜ਼ੈਂਟ ਕਰੋ ਤੇ what would you want to do with about it, how can you help, ਇਹ ਪ੍ਰੈਜ਼ੈਂਟ ਕਰੋ। ਬਹੁਤ ਧੰਨਵਾਦ। ਬੇਸਿਕ ਗੱਲ ਹੈਗੀ ਆ ਕਿ ਸਾਨੂੰ ਕਿਸ ਤਰ੍ਹਾਂ ਸੁਧਾਰ ਆ ਸਕਦਾ ਹੈ। ਗੁਰਬਾਣੀ ਸ਼ਬਦ ਹੈ, ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋਹੇ ਗੁਰਦੁਆਰ। ਜਦੋਂ ਤੱਕ ਅਸੀਂ ਗੁਰੂ ਦੇ ਸ਼ਬਦ ਦੇ ਤੀਰ ਨਾਲ ਅਸੀਂ ਅੰਦਰ ਤੱਕ ਵਿੰਨੇ ਨਹੀਂ ਜਾਂਦੇ, ਸਾਡੀ ਸੋਚ ਵਿਚਾਰ ਵਿੱਚ ਤਬਦੀਲੀ ਨਹੀਂ ਆਉਂਦੀ, ਉਨੀ ਦੇਰ ਤੱਕ ਅਸੀਂ ਸੋਹ ਨਹੀਂ ਕਰ ਸਕਦੇ, ਭਾਵ ਉਸ ਅਵਸਥਾ ਵੱਲ ਨਹੀਂ ਜਾ ਸਕਦੇ, ਔਰ ਨਾ ਹੀ ਦੂਸਰਿਆਂ ਨੂੰ ਲਿਆ ਸਕਦੇ ਆ। ਇਸ ਕਰਕੇ ਸਭ ਤੋਂ ਮੇਨ ਗੱਲ ਹੈਗੀ ਆ ਕਿ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਸਿੱਖਿਆ ਦਿੱਤੀ ਗਈ ਹੈ, ਉਸ ਨੂੰ ਅਸੀਂ ਪੂਰਨ ਤੌਰ ਤੇ ਆਪ ਅਪਣਾਈਏ ਤੇ ਦੂਸਰਿਆਂ ਨੂੰ ਵੀ ਅਪਣਾਉਣ ਦੀ ਸਿੱਖਿਆ ਦਿੱਤੀ ਜਾਵੇ। ਸਭ ਤੋਂ ਵੱਡੀ ਗੱਲ ਹੈ, ਅਸੀਂ ਅਰਦਾਸ ਦੇ ਦੋਹਰਾ ਪੜ੍ਹਦੇ ਹਾਂ ਤੇ ਉਹਦੇ ਵਿੱਚ ਗੱਲ ਆਉਂਦੀ ਹੈ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲੈ। ਅੱਜ ਅਸੀਂ ਖੋਜ ਵਾਲੀ ਗੱਲ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਭੁਲਾ ਗਏ ਹਾਂ। ਜੋ ਗੁਰੂ ਮਹਾਰਾਜ ਨੇ ਆਪਣੇ ਹੁਕਮ ਵਿੱਚ ਕਹੀ ਸੀ ਸਾਨੂੰ ਗੱਲ, ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਚੋਂ ਖੋਜਣਾ ਨਹੀਂ ਸ਼ੁਰੂ ਕਰਦੇ, ਅਸੀਂ ਉਹ ਨਹੀਂ ਕਰ ਸਕਦੇ। ਔਰ ਉਸ ਵਾਸਤੇ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਜੇ ਅੱਜ ਸੋਚੀਏ ਕਿ ਗੁਰਦੁਆਰੇ ਜਿਹੜੇ ਹੈਗੇ ਸਾਡੇ, ਜਿਹੜੇ ਮਾਇਆਧਾਰੀ ਪ੍ਰਬੰਧਾਂ ਦੇ ਹੱਥ ਵਿੱਚ ਆ ਚੁੱਕੇ ਆ, ਉਹਨਾਂ ਤੋਂ ਆਸ ਰੱਖੀਏ ਤਾਂ ਬਹੁਤ ਮੁਸ਼ਕਿਲ ਆ। ਪਰ ਡੈਫੀਨੇਟਲੀ ਜਿਸ ਤਰ੍ਹਾਂ ਅੱਜ ਅਸੀਂ ਜ਼ੂਮ ਇੰਟਰਨੈਟ ਦੇ ਤੌਰ ਤੇ ਜ਼ੂਮ ਮੀਟਿੰਗ ਕਰ ਰਹੇ ਹਾਂ, ਇੰਟਰਨੈਟ ਦਾ ਜਰੀਆ ਯੂਜ਼ ਕਰਕੇ ਅਸੀਂ ਕਿਸੇ ਵੀ ਸੰਗਤ ਦੇ ਮੈਂਬਰ ਦੇ ਨਾਲ ਤੱਕ ਪਹੁੰਚ ਸਕਦੇ ਹਾਂ। ਇਸ ਕਰਕੇ ਸਾਨੂੰ ਆਪਣਾ ਦਾਇਰਾ ਜਿਹੜਾ ਹੈਗਾ ਵਾ, ਇਹ ਇੰਟਰਨੈਟ ਦੇ ਥਰੂ, ਵੈਬਸਾਈਟ ਦੇ ਥਰੂ, ਜ਼ੂਮ ਮੀਟਿੰਗ ਦੇ ਥਰੂ ਜਿਹੜਾ ਹੈਗਾ ਵਾ ਸੰਗਤ ਤੱਕ ਪਹੁੰਚਾਉਣਾ, ਔਰ ਖਾਸ ਤੌਰ ਤੇ ਕਿਉਂਕਿ ਨਵੀਂ ਪਨੀਰੀ ਮੋਬਾਈਲ ਜਾਂ ਇੰਟਰਨੈਟ ਬਹੁਤ ਯੂਜ਼ ਕਰਦੀ ਆ, ਉਹਨਾਂ ਦਾ ਪੂਰਾ ਲਾਭ ਉਠਾਉਣਾ। ਔਰ ਸਭ ਤੋਂ ਵੱਡੀ ਗੱਲ ਹੈਗੀ ਆ, ਬੀਬੀਆਂ ਤੇ ਭੈਣਾਂ ਦਾ ਪੂਰਾ ਸਤਿਕਾਰ ਕਰਨਾ ਵਾ, ਔਰ ਉਹਨਾਂ ਦਾ ਨਾਲ ਸਾਥ ਲੈਣਾ ਵਾ। ਔਰ ਸਾਡੇ ਜਿਹੜੇ ਰਿਟਾਇਰਡ ਬਜ਼ੁਰਗ ਵੀਰ ਆ, ਉਹਨਾਂ ਦਾ ਵੀ ਪੂਰਨ ਤੌਰ ਤੇ ਸਾਥ ਲੈਣਾ, ਕਿ ਉਹ ਇਸ ਕੰਮ ਵਿੱਚ ਬਹੁਤ ਹੈਲਪ ਕਰ ਸਕਦੇ ਆ। ਔਰ ਜਦ ਤੱਕ ਐਜੂਕੇਸ਼ਨ ਦਾ ਸਵਾਲ ਹੈ, ਗੁਰਮਤ ਜਾਂ ਦੂਸਰੀ, ਜੇ ਅਸੀਂ ਵੱਡੇ ਪੱਧਰ ਤੇ ਜਾਂ ਗੁਰਦੁਆਰੇ ਸਾਨੂੰ ਐਂਟਰੀ ਨਹੀਂ ਦਿੰਦੇ, ਤਾਂ ਫਿਰ ਵੀ ਅਸੀਂ ਛੋਟੇ ਪੱਧਰ ਤੇ ਇਨ ਦੀ ਫਾਰਮ ਆਫ ਟਿਊਸ਼ਨ ਜਾਂ ਸਮਾਲਰ ਕਲਾਸਿਸ ਜਿਹੜੇ ਹੈਗਾ ਵਾ, ਇਹ ਸਾਰੀਆਂ ਚੀਜ਼ਾਂ ਗੁਰਬਾਣੀ ਦੀਆਂ ਔਰ ਦੁਨਿਆਵੀ ਸਿੱਖਿਆ ਦੀਆਂ ਦੋਵੇਂ ਇੰਟਰੋਡਿਊਸ ਕਰਕੇ ਅਸੀਂ ਅੱਗੇ ਵਧਣ ਵੱਲ ਜਾ ਸਕਦੇ ਹਾਂ। ਔਰ ਉਸ ਕਰਕੇ ਦੂਸਰੀ ਵੱਡੀ ਗੱਲ ਹੈਗੀ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਸਿੱਖਾਂ ਨੂੰ ਬਿਜ਼ਨਸ ਵਿੱਚ, ਵਪਾਰ ਵਿੱਚ ਜਿਹੜਾ ਹੈਗਾ ਸਹਾਇਤਾ ਕਰ ਸਕਦੇ ਹਾਂ। ਇਹੋ ਜਿਹਾ ਸਾਨੂੰ ਇੱਕ ਡਾਟਾਬੇਸ ਬਣਾਉਣਾ ਪੈਣਾ ਵਾ, ਜਿਹਦੇ ਨਾਲ ਅਸੀਂ ਵੇਖ ਸਕੀਏ ਕਿ ਕਿਹੜੇ ਵੀਰ ਜਿਨ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਉਹ ਨੌਕਰੀਆਂ ਦੇ ਸਕਦੇ ਆ, ਔਰ ਕਿਹਨਾਂ ਨੂੰ ਨੌਕਰੀਆਂ ਲੋੜ ਆ। ਇਹ ਦੋਵਾਂ ਦਾ ਜਿਹੜਾ ਹੈਗਾ ਕਰਨਾ ਹੈ। ਔਰ ਖਾਸ ਤੌਰ ਤੇ ਜੇ ਅਸੀਂ ਉੱਪਰ ਜਾਣਾ ਵਾ ਤੇ ਸਾਨੂੰ ਪਰਸਨੈਲਿਟੀ ਡਿਵੈਲਪਮੈਂਟ ਟ੍ਰੇਨਿੰਗ, ਵੋਕੇਸ਼ਨਲ ਗਾਈਡੈਂਸ ਤੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ IAS ਜਾਂ ਹੋਰ ਵਾਸਤੇ ਤਿਆਰ ਕਰਨਾ ਵਾ, ਇਹ ਵੀ ਸਭ ਕਰਨਾ ਪੈਣਾ ਵਾ। ਫਾਈਨੈਂਸ਼ੀਅਲ ਹੈਲਪ ਜਿੱਥੇ ਵੀ ਲੋੜ ਹੈਗੀ ਆ, ਜਾਂ ਡਾਕਟਰ ਜਾਂ ਮੈਡੀਕਲ ਸਹਾਇਤਾ ਜਿੱਥੇ ਵੀ ਹੋ ਸਕਦੀ ਹੈਗੀ ਆ, ਉਹਨਾਂ ਦਾ ਇੱਕ ਇੰਟਰੈਕਸ਼ਨ ਆਪਣਾ ਬਣਾ ਕੇ ਉਹ ਸਹਾਇਤਾ ਦੇਣ ਦੀ ਕੋਸ਼ਿਸ਼ ਕਰਨੀ ਆ। ਔਰ ਖਾਸ ਤੌਰ ਤੇ ਕਿਸਾਨਾਂ ਨੂੰ ਸਾਨੂੰ ਐਜੂਕੇਟ ਕਰਨਾ ਪੈਣਾ ਕਿ ਕਿਸ ਤਰ੍ਹਾਂ ਉਹ ਪਾਣੀ ਬਚਾ ਕੇ ਚੰਗੀਆਂ ਫਸਲਾਂ ਤੇ ਚੰਗੇ ਭਾਅ ਲੈ ਸਕਦੇ ਆ। ਇਸ ਦੇ ਵਾਸਤੇ ਵੀ ਸਾਨੂੰ ਕਰਨਾ ਪੈਣਾ ਵਾ, ਕਿਉਂਕਿ ਕਿਸਾਨਾਂ ਦੀ ਹੈਲਪ ਜਿਹੜਾ ਵੱਡਾ ਪੱਧਰ ਜਿਹੜਾ ਹੈਗਾ ਵਾ ਉਹ ਕਿਸਾਨਾਂ ਦਾ ਹੀ ਹੁੰਦਾ ਵਾ, ਉਹ ਵੀ ਕਿੱਸਾ ਕਰ ਸਕਦੇ ਆ। ਇਸ ਤੋਂ ਇਲਾਵਾ ਸਿੱਖ ਬੱਚੇ ਜਿਨ੍ਹਾਂ ਦੀ ਉਮਰ 1 ਸਾਲ ਤੋਂ ਲੈ ਕੇ 25 ਸਾਲ ਤੱਕ ਆ, ਇਹਨਾਂ ਦੀ ਪੂਰਨ ਡਿਵੈਲਪਮੈਂਟ ਵਾਸਤੇ ਸਾਨੂੰ ਵੇਖਣਾ ਪੈਣਾ ਕਿ ਹਰ ਪਹਿਲੂ ਤੇ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ, ਕਿਉਂਕਿ ਜੇ ਇਹ ਤਿਆਰ ਕਰ ਲਵਾਂਗੇ ਤੇ ਇਹੀ ਪਨੀਰੀ ਨੇ ਸਾਨੂੰ ਭਵਿੱਖ ਵਿੱਚ ਕੰਮ ਆਉਣਾ ਵਾ। ਇਸ ਕਰਕੇ ਸਾਨੂੰ ਲੋੜ ਹੈਗਾ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਤਿਆਰ ਕੀਤੇ ਜਾਣ। ਹਾਂ, ਇਹ ਮੁਸ਼ਕਲ ਹੈ ਕੰਮ, ਪਰ ਨਾਮੁਮਕਿਨ ਨਹੀਂ। ਸਾਨੂੰ ਆਪਣੇ ਆਪ ਨੂੰ ਡਾਕਟਰ ਸਰਬਜੀਤ ਸਿੰਘ ਜੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
You have gone so much over. But 30 second more only. Okay. ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲਣਾ ਵਾ, ਜਾਣਕਾਰੀ ਠੀਕ ਦੇਣੀ ਆ, ਸਹੀ ਜਾਣਕਾਰੀ ਲੈਣੀ ਆ, ਔਰ ਆਰਗੇਨਾਈਜੇਸ਼ਨ ਕਰਕੇ ਸਾਨੂੰ ਲੋੜ ਹੈਗਾ ਕਿ ਗੁਰਦੁਆਰਾ ਸਾਹਿਬ ਇੱਕ ਪੂਰਨ ਤੌਰ ਤੇ ਧਰਮਸਾਲ ਬਣ ਜਾਏ, ਤਾਂ ਜੋ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਸਹੀ ਦਿਸ਼ਾ ਵੱਲ ਜਾ ਸਕੀਏ। ਔਰ ਇਹਦੇ ਵਾਸਤੇ ਗੁਰਬਾਣੀ ਦਾ ਸ਼ਬਦ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਔਰ ਦੂਸਰਾ ਹੈਗਾ ਵਾ ਗੁਰਸਿੱਖ ਮੀਤ, ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲਣ ਅੰਦਰ ਸਭ ਕੋ ਭੁੱਲੂ ਗੁਰੂ ਕਰਤਾਰ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਪ ਜੀ ਦੇ ਵਿਚਾਰ ਬਹੁਤ ਉੱਚੇ ਤੇ ਸੁੱਚੇ ਆ, ਬਹੁਤ ਬਹੁਤ ਧੰਨਵਾਦ। ਉਹਦਾ ਮੈਂ ਕਮੈਂਟ ਜ਼ਰੂਰ ਕਰਾਂਗਾ ਕਿ ਜੇ ਕਿਤੇ ਸਾਰੇ ਸਪੀਕਰ ਇੰਨਾ ਸਮਾਂ ਲੈਣ ਲੱਗੇ ਤਾਂ ਸਾਡੇ ਕੋਲੋਂ ਬਹੁਤ ਜ਼ਿਆਦਾ ਸਪੀਕਰ ਬਚ ਜਾਣੇ ਜਿਨ੍ਹਾਂ ਨੂੰ ਇੱਕ ਵੀ ਮਿੰਟ ਨਹੀਂ ਮਿਲਣਾ। ਦੈਟ ਵੁੱਡ ਬੀ ਅਨਫੇਅਰ ਟੂ ਐਵਰੀਬਡੀ ਐਲਸ। ਸੋ ਸਾਰੇ ਮੇਰੇ ਆਉਣ ਵਾਲੇ ਸਪੀਕਰਾਂ ਅੱਗੇ ਬੇਨਤੀ ਹੈ ਕਿ ਆਪਣਾ ਵਿਚਾਰ ਜਿਹੜਾ ਨਾ ਸੰਖੇਪ ਕਰਕੇ ਦਿਓ। ਕੁਐਸਚਨ ਫਿਰ ਯਾਦ ਕਰ ਲਓ ਕਿ ਸਿੱਖੀ ਤੋਂ ਬਾਹਰ ਸੱਜਣ ਕਿਉਂ ਜਾ ਰਹੇ ਆ ਤੁਹਾਡੇ ਵਿਚਾਰ 'ਚ, ਤੇ ਉਹਦਾ ਸੋਲੂਸ਼ਨ ਕੀ ਹੈ, ਤੁਸੀਂ ਕੀ ਸੋਲੂਸ਼ਨ ਪ੍ਰਪੋਜ਼ ਕਰਦੇ ਹੋ। ਤੇ ਤੀਸਰੀ ਗੱਲ, ਤੁਸੀਂ ਆਪ ਉਸ ਸੋਲੂਸ਼ਨ ਦੇ ਵਿੱਚ ਕਿੱਦਾਂ ਹਿੱਸਾ ਪਾ ਸਕੋਗੇ ਸੋਲੂਸ਼ਨ ਇੰਪਲੀਮੈਂਟ ਕਰਨ ਲਈ। ਤੇ ਬਾਕੀ ਜਦੋਂ ਜੋ ਆਪ ਜੀ ਦੇ ਵਿਚਾਰ ਆਉਣਗੇ ਤੇ ਜੇ ਕਿਸੇ ਨੇ ਉਹਨਾਂ ਤੋਂ ਹੋਰ ਡੂੰਘਾ ਪੁੱਛਣਾ ਹੋਏਗਾ ਤੇ ਉਹ ਪੁੱਛ ਲੈਣਗੇ। ਹੁਣ ਤੱਕ ਮੇਰੇ ਵੀਰ ਪਹਿਲਾਂ ਕਹਿ ਗਏ ਆ ਕਿ ਸਾਨੂੰ ਗੁਰਦੁਆਰਿਆਂ ਵਿੱਚ, ਆਪਣੀ ਸੁਸਾਇਟੀ ਵਿੱਚ ਇਕੁਆਲਿਟੀ ਇੰਪਲੀਮੈਂਟ ਕਰਨੀ ਪੈਣੀ ਆ, ਅਦਰਵਾਈਜ਼ ਵੀ ਆਰ ਵੁੱਡ ਹੈਵ ਹਾਰਡ ਟਾਈਮ। ਸੋ ਉਹ ਮੇਰੇ ਵੀਰ ਕੁਲਵਿੰਦਰ ਸਿੰਘ ਦਾ ਆਈਡੀਆ ਸੀ। ਤੇ ਡਾਕਟਰ ਸਰਬਜੀਤ ਸਿੰਘ ਜੀ ਆਪ ਜੀ ਨੇ ਇਹ ਫਰਮਾਇਆ ਕਿ ਸਾਨੂੰ ਗੁਰੂ ਦੀ ਸਿੱਖਿਆ ਗੁਰਦੁਆਰਿਆਂ ਤੋਂ ਨੰਬਰ 1 ਇੰਪਾਰਟ ਕਰਨੀ ਪੈਣੀ ਆ, ਤੇ ਦੂਜਾ ਉਹਨੂੰ ਪ੍ਰੈਕਟਿਸ 'ਚ ਲਿਆਉਣਾ ਪੈਣਾ ਆਪਣੇ ਗੁਰਦੁਆਰਿਆਂ 'ਚ ਤੇ ਆਪਣੇ ਕਮਿਊਨਿਟੀ ਲਾਈਫ ਦੇ ਵਿੱਚ। ਹੁਣ ਤੀਸਰੇ ਮੇਰੇ ਵੀਰ ਜੀ ਸਪੀਕਰ ਹੈਗੇ ਆ ਸਰਦਾਰ ਜਗਬੀਰ ਸਿੰਘ ਜੀ। ਸਰਦਾਰ ਜਗਬੀਰ ਸਿੰਘ ਜੀ। ਹਾਂਜੀ, ਯੂ ਆਰ ਔਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬੇਨਤੀ ਕਰਾਂਗਾ ਅੰਕਲ ਜੀ, ਮੈਂ ਨੈਕਸਟ ਟਾਈਮ ਦੇ ਵਿੱਚ ਬੋਲਾਂਗਾ, ਤੁਸੀਂ ਬਾਕੀ ਸਪੀਕਰਾਂ ਦੇ ਜਿਹੜੇ ਉਹ ਵੀ ਲੈ ਲਓ ਜੀ। ਸਰ ਬਹੁਤ ਧੰਨਵਾਦ। ਸਰਦਾਰ ਤੇਜਵੰਤ ਸਿੰਘ ਜੀ ਨੈਕਸਟ ਸਪੀਕਰ। ਸਰਦਾਰ ਤੇਜਵੰਤ ਸਿੰਘ ਜੀ ਹੈਗੇ ਆ ਸਰ। हेलो, हाँ जी, आवाज आ रही है जी? हाँ जी, हाँ जी, हाँ जी, सतकर्तार साहब जी. See, I think we are looking at the problem from a different. We are singing to a choir that what we should do as gurdwaras, rather than looking at the background why people are turning into Christianity. I think that's a question. Otherwise, we're talking to each other about each other rather than the solution. The first thing is, let's not talk about the caste system and all that. Let's start how it started. In Abrahamic religions, like Christianity we're talking at the moment, they are forced to convert. The Christians convert with sweet talk, where the Muslim converted with the sword. And what is our problem is a translation. When we say Lord, when we say Creator, all these have nothing to do with Sikhi. Lord is, then the Christian missionaries come and say, hey, you say Lord to Guru Nanak, to Ikunkar, it's the same thing as Jesus. So I blame the elite. We have to change our lexicon in order for people to understand how to approach this, because Christianity will keep on converting. That's why there are missionaries from all around the world in India. It is up to us, the elite, to change the lexicon in Gurbani so that there's nothing called creator. Creator is a deity. And in Sikhi, there's no deity. So we should change our language so that they don't use our language as a tool, as a weapon to convert other people. Satkatar ji.
ਸਤਿਕਾਰਤਾਰ ਵੀਰ ਜੀ, ਥੈਂਕ ਯੂ ਸੋ ਮਚ। ਤੁਸੀਂ ਨਵਾਂ ਐਂਗਲ ਐਡ ਕਰ ਦਿੱਤਾ ਕਿ ਬਈ ਸਾਨੂੰ ਨੰਬਰ 1 ਆਪਣੀ ਟਰਮੀਨੋਲੋਜੀ ਠੀਕ ਕਰਨੀ ਚਾਹੀਦੀ ਹੈ, ਤੇ ਵਿਚ ਆਲਸੋ ਮੀਨਸ ਕਿ ਸਾਨੂੰ ਗੁਰਬਾਣੀ ਦਾ ਭਾਵ ਜਿਹੜਾ ਉਹ ਸਾਨੂੰ ਪਹਿਲਾਂ ਪਤਾ ਹੋਏ, ਤਾਂ ਕਿ ਅਸੀਂ ਖੰਡੇ ਦੀ ਪੌਲ ਨੂੰ ਬੈਪਟਿਜ਼ਮ ਨਾ ਕਹੀਏ ਤੇ ਆਪਣੇ ਏਕ ਓਂਕਾਰ ਨੂੰ ਜਾਂ ਇੱਕੋ ਨੂੰ ਅਸੀਂ ਗੋਡ ਨਾ ਕਹੀਏ। ਬਹੁਤ ਬਹੁਤ ਧੰਨਵਾਦ। And that's proper education. Next speaker, ਮੇਰੇ ਵੀਰ ਸਰਦਾਰ ਪ੍ਰਗਟ ਸਿੰਘ ਜੀ। ਸਰਦਾਰ ਪ੍ਰਗਟ ਸਿੰਘ ਜੀ। ਵੀਰ ਜੀ ਉਹ ਹਾਜ਼ਰ ਨਹੀਂ ਹੈਗੇ ਜੀ। Okay, then let's move on to Dr. Gurnam Singh ji, next speaker. Dr. Gurnam Singh ji ਹੈਗੇ ਆ? Unmute ਕਰ ਲਓ। ਓਕੇ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਇੰਗਲਿਸ਼ ਦੇ ਵਿੱਚ ਬੋਲੂੰਗਾ ਕਿਉਂਕਿ ਜਿਹੜੇ ਮੈਂ ਥੋੜੇ ਨੋਟਸ ਬਣਾਏ ਉਹ ਇੰਗਲਿਸ਼ ਦੇ ਵਿੱਚ ਆ। ਜੇ ਮੈਂ ਪੰਜਾਬੀ ਚ ਬੋਲਣ ਲੱਗ ਪਿਆ ਤਾਂ ਬਹੁਤ ਚਿਰ ਲੱਗ ਜਾਣਾ। ਤੇ ਸੋ ਦੂਜੀ ਗੱਲ ਇਹ ਵੀ ਜਿਹੜਾ ਪੱਖ ਮੈਂ ਦੇਣਾ, ਬਿਕਾਜ਼ ਆਈ ਐਮ ਬੇਸਿਕਲੀ ਪ੍ਰੋਫੈਸਰ ਆਫ ਸੋਸੀਓਲੋਜੀ, ਸੋ ਮੈਂ ਥੋੜਾ ਜਿਹਾ ਇਹਨੂੰ ਸੋਸੀਓਲੋਜੀਕਲ ਡਾਇਮੈਂਸ਼ਨ ਦੇਣਾ ਚਾਹੁੰਦਾ। ਹੋਰ ਮੇਰੇ ਵੀਰਾਂ ਨੇ ਬਹੁਤ ਵਧੀਆ ਗੁਰਮਤ ਬਾਣੀ ਦੇ ਰਾਹੀਂ ਦੱਸਤਾ ਵੀ ਸਿੱਖੀ ਕੀ ਹੈਗੀ ਆ। ਤਾਂ ਇਹ ਵੀ ਇੰਪੋਰਟੈਂਟ ਆ ਕਿਉਂਕਿ ਜੇ ਸਾਨੂੰ ਸਿੱਖੀ ਨਹੀਂ ਪਤਾ ਕੀ ਤਾਂ ਆਪਾਂ ਪ੍ਰਚਾਰ ਕਾਹਦਾ ਕਰਨਾ। ਸੋ it's important that we have clarity about Sikhi. So the key question is, why do people join not just Christianity but any faith group? You know, what is the motivation for people to join a faith group? And you'll be surprised, very few people join faith groups because of theology. You know, they don't join because of theology, they join because of a whole lot of other reasons. That may be for a few of us who are kind of philosophers, thinkers, we join because of theology, but most people don't join because of that. Now, what we know is that in the Western society, Christianity is rapidly declining. If you go to most countries, certainly in the UK, most churches are closed or they're being turned into gurdwaras and mosques. Their congregations are dwindling, and in fact, the only people that attend their churches are elderly and middle-class people, white people. So this is part of a long historical process. This is also why conversions to Christianity among Sikhs in the West or developed parts of the world is extremely limited. You don't find the conversions in the West, in Europe, in America. So you have to ask, what are the local circumstances? And we need to understand that as well. So what's happening in Punjab, or rather certain parts of Punjab, again, not all across Punjab, is the product of a unique set of social, political, economic, cultural, and historical factors. And so we have to really understand what those are. And I don't think there is a silver bullet solution as well. I don't think that there is one button we can press. And as the circumstances are totally different to the latter part of the 19th century during British rule, we cannot even look to the Singh Sabha, because when the Singh Sabha were active, the context situation was different. And there is one geopolitical factor which we really need to understand, which is the rise of Christian evangelism, particularly amongst the poor communities across the world, in Africa, in Asia, even in parts of America as well. So whilst Christianity is on the decline, Christian evangelism is on the rise, and we need to understand what is it about evangelism that draws people. So just to say something about evangelism, it's an aspect of the Christian faith that emphasizes good news, the gospel of Jesus Christ, literally the evangel, which is proclaimed as the invitation to whoever believes and receives it into a personal encounter with God through Christ that leads to the transformation, a renewal of lives of its recipients. So evangelism promises something immediate. It promises immediate transformation. And this could be seen as a kind of universal definition. So there are 4 key concepts: good news, proclamation, personal encounter, and transformation. Yeah. So if you go to these evangelical kind of services, this is the kind of things that they're emphasizing. Both the digital explosion and the cynicism of our age have left people hungry for some kind of transcendental touch. But in traditional churches, you might say, even in gurdwaras, they don't get that. They experience that as very boring. So you'll find in these evangelical churches, these charismatic preachers, lots of music, razzmatazz. And that's why even among Sikhs, the deradars, they are more successful, because they give you the same kind of
uplifting experience. Even groups like Khand Kirtani Jatha have been successful, partly because, you know, you go to their kirtan and they, you know, banging drums and karkala and things like that. So, you know, one solution is to just become evangelical. But I don't think that we would necessarily want to go down that path because Gurmat doesn't allow us to go down that path, but I'll come back to that. So people are hungry for true community as well, deeper experience and authentic transcendence. And this means knowledge is insufficient. What they want is some kind of physical experience. They come looking for something bigger than themselves, something that's extraordinary, miraculous. They come looking for God and they want to have God there. What they don't want to be told is, you have to do, you know, 20 years, 30 years of bhakti, and then you might chal ki mil jogi. What these people want is instant gratification, and you can see how this is given to them in those kind of events. Yeah. So if we look at who is converting towards Christianity in India, the Pew Research last year said there were many factors, but certainly Dalits are the key ones. 75% of those converting are Dalits. So we need to, you know, bear that in mind. But those Christians do not follow Christianity. This is the irony. They still follow reincarnation rituals, karma, Diwali, and all these things. All they do is have this fantastic experience there. And often they see miracles in front of their very eyes. Okay? They will believe in demons and in angels and all these kind of things. So if I go on to solutions now, just last 1 minute, okay, Ji? Yeah. So the problem is multifaceted, and in some sense it's beyond our control or sphere of influence. Let's be honest. You know, where most of us are sat out in relatively secure environments, and these people, particularly in the poor villages in the kind of Madhya region, you can see that life is different there. In a democratic society, we cannot force people. You know, people have their right. And that's important because if you think about the Hindutva in India, they are proposing some kind of coercive measures. And I don't think that Guru Nanak would allow us to adopt coercive measures. And if that was the case, we would fall into the hands of the Hindutva because they're very happy. Yeah. Please conclude. Okay, just got 3 years. So what we need to do is we need to develop a fine line between Dharam, which is the asli philosophical Sikhi, and what you might call is kind of experience of Dharam. Yeah. And that's not easy because if you go more to one side, then you end up in Karam Kand as well. We cannot mimic the Christian preachers. That would be one solution. Miracles, we could do that. But I don't think then we would go away from Sikhism. We're in a bit of a paradox here. I think what we need to do is these people want community. They're longing for community. And I think that we have to focus on Sangat, building and expanding Sangats. We certainly have to challenge the Pakhand, but again, in a sensitive way. Because remember, these people, that's what they want. They want the miracle. They don't want a philosophical kind of lecture. But we need to bring young people because they use young people and females particularly, young females. They use them to recruit. So we have to bring our young people. I mean, look at the audience even in today's seminar. Most maybe, average age over 50. These people use, because this evangelism is very youth. If you look at the Christian preachers, they're quite young people. So that's where we need to go. Let's conclude, please. Yeah, that's it. Vaheguru Ji ka Khalsa, Vaheguru Ji ki Fateh. बहुत धन्यवाद जी ਤੁਸੀਂ ਬਹੁਤ ਸੋਹਣੇ you have made very good points, especially the point that people don't convert because of theology. And in the end, you have talked about developing relationship and bringing people close. Of course, in the middle, you talked about immediate gratification type of stuff, which Guru Nanak Sahib philosophy is for a adoption, and it takes a minute to adopt the philosophy. So we'd like to go in that direction. But thank you for your thoughts. Sadar Harcharan Singh Ji, would you like to share your views? Sadar Harcharan Singh Ji, Malaysia. ਵੀਰ ਜੀ ਅਨਮਿਊਟ ਕਰ ਲਓ ਪਲੀਜ਼ ਆਪਣੇ ਆਪ ਨੂੰ।
ਵੀਰ ਹਰਚੰਦ ਸਿੰਘ ਜੀ ਆਪਣਾ ਮਾਈਕ੍ਰੋਫੋਨ ਅਨਮਿਊਟ ਕਰ ਲਓ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ ਹਰਚੰਦ ਸਿੰਘ ਜੀ। ਹੁਣ ਮੈਂ ਕੀਤਾ ਅਨਮਿਊਟ ਹਾਂਜੀ ਕੀਤਾ ਆ ਗਿਆ ਆ ਗਈ ਹਾਂ ਸ਼ਾਹ ਜੀ, ਆਪਾਂ ਨੂੰ ਵੇਖੋ ਜਿਹੜੀ ਫਿਲਾਸਫੀ ਨੂੰ ਜਰਾ ਪਾਸੇ ਰੱਖ ਕੇ ਤੇ ਜਿਹੜਾ ਇਸ ਵੇਲੇ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਹੋਰ ਥਾਵਾਂ ਤੇ, ਉਹ ਵੇਖੋ ਕਿ ਕਿਉਂ ਲੋਕੀ ਇਹ ਜਾ ਰਹੇ ਆ। ਜਿਹੜਾ ਮੈਂ 2-3 ਪੁਆਇੰਟ ਕਹਿਣੇ ਆ, ਇੱਕ ਤੇ ਹੈਗਾ ਵਾ ਉਹਨਾਂ ਦੀ ਗਰੀਬੀ, ਤੇ ਉਹ ਉਹਨਾਂ ਦੀ ਗਰੀਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਲੋਕੀ ਚੱਟ ਰਹੇ। ਦੂਸਰਾ ਹੈਗਾ ਵਾ ਉਹਨਾਂ ਦੀ ਹੈਲਥ ਵਾਸਤੇ, ਹੈਲਥ ਦਾ ਉਹ ਛੇਤੀ ਨਾਲ ਕੁਛ ਨਾ ਕੁਛ ਦੱਸਦੇ, ਭਾਵੇਂ ਮਿਰੇਕਲ ਹੋਵੇ ਭਾਵੇਂ ਉਹਨੂੰ ਦਵਾਈਆਂ ਲੈ ਦੇਣ ਤੇ ਲੋਕੀ ਉਹਨਾਂ ਵੱਲ ਛੇਤੀ ਜਾਣ ਲੱਗ ਪਿਆ। ਤੀਸਰਾ ਉਹਨਾਂ ਦੇ ਐਜੂਕੇਸ਼ਨ ਦਾ ਵੀ ਉਹਨਾਂ ਨੂੰ ਦਿੰਦੇ ਲਾਲਚ ਕਿ ਆਪਾਂ ਨੂੰ ਤੁਹਾਨੂੰ ਕੀਤਾ ਜਾਊਗਾ, ਐਜੂਕੇਸ਼ਨ ਦਿੱਤੀ ਜਾਊਗੀ। ਚੌਥਾ ਇਹ ਹੈਗਾ ਵਾ ਕਿ ਉਹ ਕ੍ਰਿਸਚਨ ਬਣ ਕੇ ਫਿਰ ਤੇ ਦੂਸਰਿਆਂ ਦੇ ਬਰਾਬਰ ਹੋ ਜਾਂਦੇ ਆ, ਜਿਹੜਾ ਆਪਣੀ ਸੁਸਾਇਟੀ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਸਾਰੇ ਥਾਵਾਂ 'ਤੇ ਆ ਉਹ ਇੱਕੋ ਜਿਹੇ ਨਹੀਂ ਗੇ। ਅਤੇ ਪੰਜਵਾਂ ਇਹ ਪੁਆਇੰਟ ਹੈ ਜੀ, ਜਿਹੜਾ ਵੀ ਕੁਛ ਆਪਾਂ ਕਰਨਾ ਵਾ, ਇਹ ਜਿਹੜੇ ਸਾਹਮਣੇ ਦਿਸਦੇ ਕਾਰਨ ਹੈ ਨਾ ਉਹਨਾਂ ਨੂੰ ਦੱਸੀਏ। ਗੁਰਦੁਆਰਿਆਂ ਦੇ ਵਿੱਚ ਕੀ ਹੋ ਰਿਹਾ ਵਾ, ਸਾਡੇ ਪ੍ਰੀਚਰ ਕੀ ਕਹਿ ਰਹੇ ਆ, ਉਹ ਤੁਸੀਂ ਪਾਸੇ ਰੱਖੋ ਅਜੇ। ਹੁਣ ਤੁਸੀਂ ਜੇ ਆਪਾਂ ਕੁਛ ਕਰਨਾ ਵਾ ਤੇ ਫਿਰ ਉਹਨਾਂ ਦਾ ਥੋੜ੍ਹਾ ਤਰੀਕਾ, ਜਿਸ ਤਰ੍ਹਾਂ ਆਪਣੇ ਸਰਦਾਰ ਗੁਰਨਾਮ ਸਿੰਘ ਉਹਨਾਂ ਨੇ ਦੱਸਿਆ ਨਾ, ਕੁਛ ਤਰੀਕੇ ਉਹ ਵਰਤਣੇ ਪੈਣਗੇ ਜਿਹੜੇ ਉਹ ਹੁਣ ਕਰ ਰਹੇ ਆ। ਅਦਰਵਾਈਜ਼ ਜੇ ਆਪਾਂ ਨੂੰ ਉਹਨੂੰ ਫਿਲਾਸਫੀ ਕਰਕੇ ਜਾ ਕੇ ਦੱਸੀਏ ਤੇ ਫਿਰ ਕਾਮਯਾਬੀ ਨਹੀਂ ਹੋਣੀ, ਕਿਉਂਕਿ ਲੋਕਾਂ ਨੂੰ ਆਪਣੇ ਚਾਹੀਦਾ ਉਹ ਸਾਡੀ ਇਮੀਡੀਏਟ ਕਿਤਨਾ ਸਾਡਾ ਹੈਲਥ ਇੰਪਰੂਵ ਹੋਵੇ, ਕਿਤਨਾ ਸਾਡੀ ਸੁਸਾਇਟੀ 'ਚ ਬਰਤਨ ਜਿਹੜਾ ਹੋਵੇ ਇੱਕ ਦੂਸਰੇ ਦੇ ਨਾਲ ਇੱਕੋ ਜਿਹਾ ਹੋਵੇ। ਅਤੇ ਹੋਰ ਜਿਹੜੀਆਂ ਹੈਗੀਆਂ ਡੋਮੈਸਟਿਕ ਅਤੇ ਪਰਸਨਲ ਅਤੇ ਹੈਲਥ ਪ੍ਰੋਬਲਮ, ਦੇ ਨੀਡ ਮੋਰ ਅਟੈਂਸ਼ਨ ਦੈਨ ਦਾ ਸਿੱਖ ਫਿਲਾਸਫੀ। ਜੇ ਸਿੱਖ ਫਿਲਾਸਫੀ ਦੱਸੀਏ ਤੇ ਕਿਉਂਕਿ ਉਹ ਜਿਸ ਤਰ੍ਹਾਂ ਉਹਨਾਂ ਗ੍ਰਾਮ ਸੁਣਾ ਕਿ ਥਿਓਲੋਜੀਕਲ ਰੀਜ਼ਨ ਨਹੀਂ ਗੇ, ਇਹ ਹੈਗੇ ਆ ਸੋਸ਼ਲ ਅਤੇ ਇਕਨੋਮਿਕ ਅਤੇ ਹੋਰ ਜਿਹੜੇ ਆਮ ਕਰਕੇ ਹਿਊਮਨ ਫੀਲਿੰਗਸ, ਜਿਹੜੇ ਹਿਊਮਨ ਪ੍ਰੋਬਲਮ ਐਵਰੀ ਡੇ ਫੈਮਿਲੀ ਦੇ ਵਿੱਚ ਆਪਾਂ ਵੇਖਦੇ ਹਾਂ, ਇਹਦੇ ਧਿਆਨ ਦਿਆਂਗੇ ਅਤੇ ਫਿਰ ਆਪਾਂ ਨੂੰ ਥੋੜ੍ਹੀ ਬਹੁਤੀ ਕਾਮਯਾਬੀ ਛੇਤੀ ਹੋ ਸਕਦੀ ਹੈ। ਜੇ ਉਹਨਾਂ ਨੂੰ ਆਪਾਂ ਸਿੱਖੀ ਪੜ੍ਹਾਉਣ ਲੱਗ ਪਏ, ਗੁਰਦੁਆਰਿਆਂ ਨੂੰ ਕਰਨ ਲੱਗ ਪਏ, ਠੀਕ ਆ, ਅਤੇ ਫਿਰ ਆਪਾਂ ਉੱਥੇ ਦੇ ਉੱਥੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣੇ ਹੀ ਸਰਦਾਰ ਗੁਰਪ੍ਰਕਾਸ਼ ਸਿੰਘ ਜੀ ਦਾ ਨੋਟ ਪੜ੍ਹਿਆ। ਸਰਦਾਰ ਗੁਰਪ੍ਰਕਾਸ਼ ਸਿੰਘ ਜੀ, ਆਰ ਯੂ ਆਨਲਾਈਨ? ਜੇ ਹੈਗੇ ਹੋ ਤੇ ਯੂ ਵੁੱਡ ਬੀ ਦ ਨੈਕਸਟ ਸਪੀਕਰ। ਸਰਦਾਰ ਗੁਰਪ੍ਰਕਾਸ਼ ਸਿੰਘ ਜੀ, I should call it Dr. ਗੁਰਪ੍ਰਕਾਸ਼ ਸਿੰਘ ਜੀ। ਹਾਂਜੀ ਹੈ ਨੇ ਵੀਰ ਜੀ, ਹੈਗੇ ਤੇ ਨਹੀਂ। ਅੱਛਾ, ਆ ਹੁਣੇ ਹੀ ਇੱਕ ਚੈਟ ਤੇ ਮੈਸੇਜ ਆਇਆ ਸੀ, I thought it's from him. Never mind. I see Gurprakash to everybody. Good point. All right, if he's not there, fine. ਆਪਾਂ next speaker, ਪਹਿਲਾਂ ਤੇ ਮੈਂ ਮੇਰੇ ਵੀਰ ਹਰਚਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਹਨਾਂ ਨੇ he hit the nail on the head. ਅਸਲ ਦੇ ਵਿੱਚ ਇਸ਼ੂ ਕੀ ਹੈ ਤੇ ਸਾਨੂੰ ਉਹ ਇਸ਼ੂ ਐਡਰੈਸ ਕਰਨੇ ਚਾਹੀਦੇ ਆ। ਐਂਡ ਆਫ ਕੋਰਸ ਪਹਿਲੇ ਸਪੀਕਰਾਂ ਨੇ ਬਹੁਤ ਸੋਹਣੇ ਸੋਹਣੇ ਤਰੀਕੇ ਨਾਲ ਆਪਣੇ ਆਪਣੇ ਇਸ਼ੂ ਬਣਾਏ ਹੈ, ਬਟ ਇਨ ਹੇਅਰ ਹਰਚਰਨ ਸਿੰਘ ਜੀ ਦਾ ਇੱਕ ਇਸ਼ੂ ਹੈ ਕਿ ਸਾਨੂੰ ਫਿਲਾਸਫੀ ਦਾ ਘੱਟ ਇੰਪੋਰਟੈਂਸ ਹੈ। ਜਿਹੜੇ ਲੋਕੀ ਬਾਹਰ ਜਾ ਰਹੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਐਕਚੁਅਲੀ ਉਹਨਾਂ ਦੀਆਂ ਨੀਡਸ ਫਾਈਨੈਂਸ਼ੀਅਲ, ਮੈਡੀਕਲ, ਐਜੂਕੇਸ਼ਨ ਐਂਡ ਇਕੁਆਲਿਟੀ। ਉਹ ਪਹਿਲਾਂ ਵੀ ਮੈਂਸ਼ਨ ਕੀਤਾ, ਰਿਸਪੈਕਟ ਇਨ ਦ ਸੋਸਾਇਟੀ, ਇਕੁਅਲ ਰਿਸਪੈਕਟ, ਦੈਟ ਇਜ਼ ਵਟਸ host, would you please kindly allow Gurprakash Singh to unmute? Gurprakash Singh ji online, he wants to unmute. And then Harcharan Singh ji, aap ji da bahut bahut dhannawad, wonderful. एक चीज मैनू मिसिंग लग रही है हाले तक, एक तो emphasis causes ਤੇ ਜ਼ਿਆਦਾ ਹੈ ਤੇ solution ਤੇ ਘੱਟ ਹੈ, ਤੇ ਦੂਜਾ what am I going to do about it? What am I willing to contribute towards the solution I propose? ਆਪਾਂ ਉਸ ਐਂਗਲ ਤੋਂ ਵੀ ਆ ਜਾਈਏ ਤੇ ਬਹੁਤ ਚੰਗਾ ਹੋਏਗਾ। Maybe we'll take that in the second part, question answer. ਇਹਦੀ ਮੈਂ ਥੋੜਾ ਜਵਾਬ ਦੇ ਰਿਹਾ ਜੀ। ਹਾਂਜੀ ਪਲੀਜ਼ ਦੇ ਦਿਓ, ਉਸ ਤੋਂ ਬਾਅਦ ਆਪਣੇ ਤੌਰ ਤੇ ਆਪਣੇ ਪਿੰਡ ਵਿੱਚ ਇਹ ਬੜੇ ਚਿਰਾਂ ਦਾ ਸ਼ੁਰੂ ਕੀਤਾ ਹੋਇਆ।
ਮਜ਼੍ਹਬੀਆਂ ਦੇ ਗੁਰਦੁਆਰੇ ਦੇ ਮਜ਼੍ਹਬੀਆਂ ਦੀ ਮਦਦ ਕਰਨੀ, ਉਹਨਾਂ ਦੇ ਗੱਲ ਸੁਣਨੀ, ਉਹ ਕਰਨਾ, ਉਹ ਮੈਂ ਬੜੇ ਚਿਰਾਂ ਤੋਂ ਕਰ ਰਿਹਾ ਤੇ ਹੁਣ ਵੀ ਕਰ ਰਿਹਾ। ਭਾਵੇਂ ਪਿੰਡ ਛੋਟਾ ਜਿਹਾ ਵਾ, ਪਰ ਇਹ ਮੈਂ ਪਹਿਲਾਂ ਤੋਂ ਸ਼ੁਰੂ ਕੀਤਾ ਤੇ ਹੁਣ ਵੀ ਮੈਂ ਉਹਨਾਂ ਭੇਜਿਆ ਵਸਣਾ ਵੀ ਆਪਾਂ ਉੱਥੇ ਜੋ ਕੋ ਰਲ ਕੇ ਆ ਇਸ ਗੱਲ ਨੂੰ ਉਹਨਾਂ ਪੁੱਛਿਆ ਵੀ ਕੋਈ ਹੈਗਾ ਆਪਣੇ ਪਿੰਡ 'ਚ ਇਹੋ ਪਾਸੇ ਜਾ ਰਿਹਾ, 5 ਵਜੇ ਤੱਕ ਕੋਈ ਨਹੀਂ ਗਾ। ਸੋ ਮੈਂ ਉਸੇ ਛੋਟੇ ਤੌਰ ਤੇ ਪਿੰਡ ਤੋਂ ਇਹ ਕੰਮ ਸ਼ੁਰੂ ਕੀਤਾ ਹੋਇਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸਰਦਾਰ ਗੁਰਪ੍ਰਕਾਸ਼ ਸਿੰਘ ਜੀ। ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਇਸੀ ਗੱਲ ਨੂੰ ਐਕੋ ਕਰਨਾ ਚਾਹਾਂਗਾ ਕਿ ਬਈ ਸਾਨੂੰ ਐਕਸ਼ਨ ਓਰੀਐਂਟਡ ਹੋਣਾ ਹੈਗਾ ਵੇ। ਮੈਂ ਪਿਛਲੇ ਕੁਝ ਮਹੀਨਿਆਂ ਤੋਂ 2 ਸੰਸਥਾਵਾਂ ਨਾਲ ਕੰਮ ਕਰਦਾ ਪਿਆ ਵਾਂ ਐਟ ਦ ਗ੍ਰਾਸ ਰੂਟਸ ਲੈਵਲ, ਤੇ ਉਹਦੇ ਬੜੇ ਨਤੀਜੇ ਤੁਹਾਨੂੰ ਪੋਜ਼ਿਟਿਵ ਦਿਖਾਈ ਦਿੰਦੇ ਨੇ। ਉਹ ਸਿੰਪਲ ਪ੍ਰੋਗਰਾਮ ਨੇ ਕਿ ਤੁਸੀਂ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ, ਸਿੱਖ ਬੱਚਿਆਂ ਨੂੰ, ਭਾਵੇਂ ਉਹ ਸਿੱਖ ਉਹਨਾਂ ਦੇ ਮਾਪਿਓ ਕਨਵਰਟ ਹੋ ਗਏ ਨੇ, ਉਹਨਾਂ ਦੀ ਹੋਮਵਰਕ ਹੈਲਪ ਕਰੋ। ਉਹਨਾਂ ਨੂੰ ਉਹਨਾਂ ਦੇ ਘਰ ਜਾਓ, ਕੋਈ ਬੱਚਾ ਬਿਮਾਰ ਹੈ, ਤੁਸੀਂ ਉਹਨਾਂ ਦੇ ਘਰ ਜਾਓ, ਉਹਨਾਂ ਨੂੰ ਕਹੋ ਅਸੀਂ ਤੁਹਾਡੇ ਲਈ ਅਰਦਾਸ ਕਰਾਂਗੇ, ਤੁਹਾਡੇ ਨਾਲ ਕੜਾਹ ਪ੍ਰਸ਼ਾਦ ਬਣਾਵਾਂਗੇ, ਉਹ ਕੜਾਹ ਪ੍ਰਸ਼ਾਦ ਵੰਡੋ। ਉਹ ਕੰਮ ਕਰੋ ਜਿਹੜੇ ਸਿੱਖੀ ਦੇ ਨੇ, ਉਹਨਾਂ ਨਾਲ ਕਰੋ, ਉਹਨਾਂ ਨੂੰ ਰਲ ਕੇ ਨਾਲ ਲਵੋ। ਇਹ ਛੋਟੇ ਛੋਟੇ ਪ੍ਰੋਗਰਾਮਸ ਨਹੀਂ ਜਿਹੜੇ ਪਿੰਡਾਂ 'ਚ ਅਸੀਂ ਕੰਮ ਕਰਦੇ ਪਏ ਹਾਂ। ਉੱਥੇ ਈਸਾਈ ਬਣਨ ਤੋਂ ਬੰਦੇ ਰੁਕਦੇ ਪਏ ਨੇ, ਉੱਥੇ ਜਿਹੜੇ ਈਸਾਈ ਬਣ ਵੀ ਚੁੱਕੇ ਨੇ ਉਹ ਵੀ ਵਾਪਸ ਆਉਂਦੇ ਪਏ ਨੇ। ਇਸ ਲਈ ਮੇਰੀ ਰਿਕੁਐਸਟ ਸਾਰਿਆਂ ਨੂੰ ਹੋਏਗੀ ਕਿ ਬਈ ਤੁਸੀਂ ਆਪ ਜਿਹੜਾ ਤੁਹਾਡਾ ਪਿੰਡ ਹੈਗਾ, ਐਂਸੈਸਟਰਲ ਪਿੰਡ ਹੈਗਾ, ਉਹਦੇ ਵਿੱਚ ਇਨਵੈਸਟ ਕਰੋ। ਉਹਦੇ 'ਚ ਜਿਹੜੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਨਾਲ ਲਵੋ, ਉੱਥੇ ਜਾਓ, ਖੁਦ ਜਾਓ, ਇੰਡੀਆ ਜਾਓ, ਆਪਣੇ ਐਂਸੈਸਟਰਲ ਵਿਲੇਜ ਵਿੱਚ ਜਾਓ, ਦੇਖੋ ਕਿ ਇੱਧਰ ਕਿੱਦਾਂ ਇੱਦਾਂ ਨਾ ਹੋਵੇ ਕਿ ਵੀ ਤੁਹਾਡੇ ਆਪਣੇ ਪਿੰਡ ਵਿੱਚ ਹੀ 2 ਗੁਰਦੁਆਰੇ ਹੋਣ, ਇੱਕ ਜੱਟਾਂ ਦਾ ਗੁਰਦੁਆਰਾ ਹੋਵੇ ਤੇ ਇੱਕ ਕੀਰਤੀ ਸਿੰਘਾਂ ਦਾ ਗੁਰਦੁਆਰਾ ਹੋਵੇ, ਜਿੱਥੇ ਕਿ ਕਦੀ ਲੰਗਰ ਵੀ ਨਾ ਬਣਿਆ ਹੋਵੇ। ਸੋ ਮੈਂ ਆਪਣੇ ਆਪ ਇੰਡੀਵਿਜੂਅਲ ਲੈਵਲ ਤੇ ਮੈਂ ਆਪਣਾ ਦਸਵੰਤ ਦੇਣ ਨੂੰ ਤਿਆਰ ਹਾਂ। ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਆਪਣਾ ਦਸਵੰਤ ਕੱਢੋ, ਤੁਸੀਂ ਆਪਣੇ ਪਿੰਡ ਵਿੱਚ ਹੀ ਲਗਾਓ, ਮੈਨੂੰ ਨਾ ਦਿਓ, ਆਪਣੇ ਪਿੰਡ ਤੋਂ ਹੀ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਬਹੁਤ ਵਧੀਆ ਵੀਰ ਜੀ, ਤੁਸੀਂ ਵਿਚਾਰ ਦਿੱਤੇ ਨੇ। ਬਿਲਕੁਲ ਜਿਹੜਾ ਪਿੰਡਾਂ ਵਿੱਚ ਜਾ ਕੇ ਹੈਲਪ ਜਿਹੜੀ ਕਰਨੀ ਆ, ਤੁਸੀਂ ਬਹੁਤ ਬਾ ਕਮਾਲ ਵਿਚਾਰ ਜਿਹੜੇ ਆ ਤੁਸੀਂ ਦੱਸੇ ਨੇ। ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਹਾਂਜੀ ਵੀਰ ਜੀ, ਨੈਕਸਟ ਸਪੀਕਰ ਕੌਣ? ਹਾਂਜੀ, ਆਪ ਜੀ ਦਾ ਸਰਦਾਰ ਡਾਕਟਰ ਗੁਰਪ੍ਰਕਾਸ਼ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਸੋਹਣੀ ਪ੍ਰੈਕਟੀਕਲ cost effective solution ਸਾਂਝਾ ਕੀਤਾ, and I think that is what we ought to be focusing on from everybody else. The next speaker, Sadar Balwinder Singh ji. Sadar Balwinder Singh ji, please ਉਹਨਾਂ ਨੂੰ unmute ਕਰ ਦਿਓ। ਬਲਵਿੰਦਰ ਸਿੰਘ ਸਾਗਰ ਵੀਰ ਜੀ ਉਹਨਾਂ ਨੂੰ ਕਹਿ ਰਹੇ ਹੋ? ਹਾਂਜੀ ਹਾਂਜੀ, ਸਰਦਾਰ ਬਲਵਿੰਦਰ ਸਿੰਘ ਜੀ ਸਾਗਰ, I heard him. ਨਹੀਂ ਹੈਗੇ ਤੇ next would be, ਨਹੀਂ ਹੈਗੇ ਨੇ ਪਰ ਪਤਾ ਨਹੀਂ ਆ unmute ਕਰੋ ਬਲਵਿੰਦਰ ਸਿੰਘ ਜੀ। ਹਾਂਜੀ, ਮੇਰੀ ਨਾ ਥੋੜੀ ਨੈਟ ਦੀ ਪ੍ਰੋਬਲਮ ਆ ਰਹੀ ਸੀ ਜੀ। ਮੈਂ ਹੁਣ ਹਾਜ਼ਰ ਹਾਂ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ 4 ਕੁ ਗੱਲਾਂ ਮੈਂ ਕਰਨੀਆਂ ਨੇ, ਲੈਕਚਰ ਨਹੀਂ ਦੇਣਾ। ਫਿਲਾਸਫੀ ਸਾਡੀ ਪ੍ਰੋਬਲਮ ਨਹੀਂ ਹੈ, ਗਿਆਨ ਦਾ ਪੱਧਰ ਨੀਵਾਂ ਹੈ ਉਹਨਾਂ ਦਾ, ਸਾਡੇ ਚੋਂ ਬਹੁਤਿਆਂ ਦਾ ਨੀਵਾਂ ਹੈ, ਪਰ ਸਾਨੂੰ ਸ਼ਰਧਾ ਹੈ ਉਹਨਾਂ ਦੀ। ਜਿਹੜੀ ਮੈਂ ਫਿਰ ਤੁਰ ਕੇ ਦੇਖਿਆ, ਮੈਂ ਇੱਥੇ 8 ਪਿੰਡਾਂ ਦੇ ਵਿੱਚ ਆਪਣੇ ਦੋਸਤਾਂ ਨੂੰ ਲੈ ਕੇ, ਮਿੱਤਰਾਂ ਨੂੰ ਲੈ ਕੇ ਔਰ 2-3 EMPLOYEES ਨੂੰ ਲੈ ਕੇ ਕੰਮ ਕਰ ਰਿਹਾ ਹਾਂ। ਸੰਤੇ ਮਾਜਰਾ ਇੱਕ ਪਿੰਡ ਹੈ ਇੱਥੇ, ਤਾਂ ਮੈਂ ਉੱਥੇ ਦੀ ਤੁਹਾਨੂੰ ਪ੍ਰੈਕਟੀਕਲ ਵਿਥਿਆ ਸੁਣਾਉਣਾ ਵੀ ਉੱਥੇ ਦਾ ਅੱਧਾ ਪਿੰਡ ਕ੍ਰਿਸਚਨਾਈਜ਼ ਹੋ ਗਿਆ ਸੀ, ਔਰ ਇਸ ਵੇਲੇ ਉਹ ਅੱਧੇ ਚੋਂ ਤਕਰੀਬਨ 80% ਬੰਦੇ ਵਾਪਸ ਆਏ ਨੇ, ਸਿਰਫ 2 ਕਾਰਨਾਂ ਕਰਕੇ। ਅਸੀਂ ਬੱਚਿਆਂ ਦੀ ਫੀਸ ਦੇਣੀ ਸ਼ੁਰੂ ਕੀਤੀ ਹੈ ਤੇ ਉਹਨਾਂ ਦੇ ਘਰਾਂ 'ਚ ਜਾ ਕੇ ਇੰਟਰੈਕਟ ਕਰਦੇ ਹਾਂ। ਵੀ ਡੋਂਟ ਕਾਲ them to the ਗੁਰਦੁਆਰਾ ਈਵਨ। ਔਰ ਜਿਹੜੇ ਉਹ ਗੱਲਾਂ ਦੱਸਦੇ ਪਏ ਨੇ ਨਾ ਵੀ ਸਾਨੂੰ ਆਹ ਗੱਲਾਂ ਦੱਸੀਆਂ, ਉਹਨਾਂ ਨੂੰ ਕਾਊਂਟਰ ਕਰਨ ਲਈ ਅਸੀਂ ਆਪਣਾ ਇਤਿਹਾਸ ਦੀਆਂ ਸਟੋਰੀਆਂ ਸੁਣਾਉਂਦੇ ਹਾਂ, ਜ਼ਾਕੀਆਂ ਸੁਣਾਉਂਦੇ ਹਾਂ, ਔਰ ਇਹਦਾ ਬੜਾ ਅੱਛਾ ਰਿਜ਼ਲਟ ਨਿਕਲਿਆ। ਮੇਰੇ ਪਾਸ ਇਸ ਵੇਲੇ ਤਕਰੀਬਨ 113 ਕ੍ਰਾਸ ਪਏ ਨੇ, ਜਿਹੜੇ ਉਹਨਾਂ ਨੇ ਲਾ ਕੇ ਆਪਣੇ ਆਪ ਮੈਨੂੰ ਦੇ ਦਿੱਤੇ ਨੇ। ਹਾਲਾਂਕਿ ਇਟ ਇਜ਼ ਵੈਰੀ ਰਿਸਕੀ ਟੂ ਕੀਪ, ਪਰ ਮੈਂ ਰੱਖ ਰਿਹਾ, ਮੈਂ ਗੁਰੂ ਦੇ ਭਾਣੇ ਅੰਦਰ ਉਹਨੂੰ ਰੱਖ ਰਿਹਾ।
ਗੁਰੂ ਕੇ ਆਸਰੇ। ਸੋ ਸਾਨੂੰ ਉਹਨਾਂ ਦੀ ਨਾ ਜੀ ਸਾਈਕੀ ਦੇ ਨਾਲ ਫਾਈਨੈਂਸ਼ੀਅਲ ਨੀਡ ਪੂਰੀ ਕਰਨੀ ਪਏਗੀ, ਜਿਹੜੀ ਇੱਕ ਸਾਰੇ ਵਕਤਾਂ ਨੇ ਕਿਹਾ ਉਹਨਾਂ ਨੂੰ ਬਰਾਬਰ ਦਾ ਰੁਤਬਾ ਤੇ ਇੱਜ਼ਤ ਦਿਓ। ਉਹ ਇੱਜ਼ਤ ਦੇ ਬਹੁਤ ਭੁੱਖੇ ਨੇ। ਸਾਡਾ ਮਸਲਾ ਹੱਲ ਹੋ ਜਾਏਗਾ। ਗੱਲਾਂ ਬਹੁਤੀਆਂ ਲੰਮੀਆਂ ਚੌੜੀਆਂ ਕਰਨ ਦਾ ਕੋਈ ਫਾਇਦਾ ਨਹੀਂ। ਗੋ ਟੂ ਫੀਲਡ ਐਂਡ ਡੂ ਵਰਕ। ਥੈਂਕ ਯੂ ਵੈਰੀ ਮਚ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਬਲਵਿੰਦਰ ਸਿੰਘ ਜੀ, ਆਪ ਜੀ ਦਾ ਦੋ ਐਂਗਲ ਤੋਂ ਧੰਨਵਾਦ। ਇੱਕ ਆਪ ਜੀ ਨੇ ਬੜੀ ਬਰੀਫਲੀ ਐਕਚੁਅਲ ਸਿਚੁਏਸ਼ਨ ਡਿਸਕ੍ਰਾਈਬ ਕਰ ਦਿੱਤੀ ਹੈ, ਐਂਡ ਯੂ ਹੈਵ ਸ਼ੇਅਰਡ ਕਿ what works. Thank you so much. And yes, it's not the philosophy, it is the economic help and developing closeness, close friendship. बहुत बहुत धन्यवाद। एंड साढ़े नेक्स्ट स्पीकर है सरदार कमलजीत सिंह जी। सरदार कमलजीत सिंह जी फ्रॉम कनेटिकट है गया। सरदार कमलजीत सिंह जी फ्रॉम कनेटिकट। सरदार मणि सिंह जी। सरदार मणि सिंह जी। सरदार जसमीत सिंह जी। ਅੱਜ ਇਹਨਾਂ ਨੂੰ ਅਨਮਿਊਟ ਕਰਾਈਓ ਜਿੱਦਾਂ ਜਿੱਦਾਂ ਮੈਂ ਨਾਮ ਬੋਲ ਰਿਹਾ। ਹਾਂਜੀ, ਮਨੀ ਸਿੰਘ ਜੀ ਵੀ ਹੈਗੇ ਨੇ। ਤੁਸੀਂ ਪਹਿਲੇ ਨਾਮ ਲਿਆ ਕਮਲਜੀਤ ਸਿੰਘ ਜਾਂ ਕਮਾਲਜੀਤ ਸਿੰਘ, ਕੀ ਨਾਮ ਲਿਆ ਵੀਰ ਜੀ? ਉਹ ਕਮਲਜੀਤ ਸਿੰਘ ਜੀ ਮੇਰੇ ਕੋਲ ਲਿਖਿਆ ਹੋਇਆ, ਜੇ ਕਮਾਲਜੀਤ ਸਿੰਘ ਜੀ ਹੈ ਤੇ I may be wrong। ਨਹੀਂ, ਮੈਂ ਕਮਲਜੀਤ ਸਿੰਘ ਜੀ ਕਨੈਟੀਕਟ ਵਾਲੇ ਹੈ। ਇੱਕ ਹੈ ਤੇ ਨਹੀਂ, ਪਰ ਉਹਨਾਂ ਦੇ ਨਾਮ ਨਾਲ ਕਮਲਜੀਤ ਸਿੰਘ ਲਿਖਿਆ ਹੋਇਆ। ਕੋਈ ਗੱਲ ਨਹੀਂ, ਚਲੋ ਤੁਸੀਂ ਚਲੋ ਜੇ ਕਮਾਲਜੀਤ ਸਿੰਘ ਜੀ ਹੈ, ਜੇ ਮੈਂ ਗਲਤ ਹਾਂ ਤੇ ਤੁਸੀਂ ਕਮਾਲਜੀਤ ਸਿੰਘ ਜੀ ਨੂੰ ਬੇਨਤੀ ਕਰ ਦਿਓ। ਹਾਂਜੀ ਵੀਰ ਜੀ। ਹਾਂਜੀ, ਸ਼ੁਕਰੀਆ ਜੀ, ਮਿਹਰਬਾਨੀ ਆਪ ਸਾਰਿਆਂ ਦੀ। ਔਰ ਬੜੇ ਅੱਛੇ ਸੋਹਣੇ ਵਿਚਾਰ ਨੇ ਜੀ। ਪ੍ਰੈਕਟੀਕੈਲਿਟੀ ਜਿਹੜੀ ਹੈ, ਕਿਉਂਕਿ ਸਿੱਖੀ ਜਿਹੜੀ ਹੈ ਉਹ ਹੈ ਹੀ ਪ੍ਰੈਕਟੀਕੈਲਿਟੀ ਦਾ ਨਾਮ। ਜਦੋਂ ਸ਼ਹੀਦੀ ਦੀ ਗੱਲ ਆਈ ਹੈ ਤੇ ਗੁਰੂ ਸਾਹਿਬ ਨੇ ਆਪਣੇ ਸਿੰਘ ਨਹੀਂ ਭੇਜੇ ਸ਼ਹੀਦ ਹੋਣ ਵਾਸਤੇ, ਆਪ ਸ਼ਹੀਦੀ ਦੇਣ ਗਏ। ਸਾਡੀ ਹੋਂਦ ਹੀ ਪ੍ਰੈਕਟੀਕੈਲਿਟੀ ਹੈ। ਜਿੱਥੇ ਤੱਕ ਜਿਹੜੇ ਗੁਲਬਰਗ ਬੱਸੀ ਜੀ ਦੇ ਜਿਹੜੇ 3 ਸਵਾਲ ਸੀਗੇ ਕਿ ਇਹਨਾਂ ਸਵਾਲਾਂ ਤੇ ਉੱਤੇ ਗੱਲ ਕਰਨੀ ਹੈ। ਜਨਾਬ ਇੱਕ ਵਾਰੀ ਉਹ ਕੁਐਸਚਨਸ ਦੁਬਾਰਾ ਰਿਪੀਟ ਕਰ ਦਿਓ ਕਿ ਮੈਂ ਉਹਨਾਂ ਕੁਐਸਚਨਸ ਤੋਂ ਬਾਹਰ। ਤੁਹਾਡੇ ਵਿਚਾਰ ਵਿੱਚ ਕਿਹੜਾ ਮੇਨ ਕਾਜ਼ ਹੈ ਜਿਸ ਕਰਕੇ ਲੋਕੀ ਸਿੱਖੀ ਨੂੰ ਛੱਡ ਕੇ ਜਾ ਰਹੇ ਆ, ਤੇ ਦੂਜਾ ਆਪ ਜੀ ਨੂੰ ਕਿਹੜਾ ਸੋਲੂਸ਼ਨ ਮੋਸਟ cost effective ਲੱਭਦਾ, propose the solution, and then the third is how would you like to participate in implementation? ਸਭ ਤੋਂ ਪਹਿਲੀ ਗੱਲ ਹੈ ਜੀ ਕਿ ਸਿੱਖੀ ਨੂੰ ਛੱਡ ਕੇ ਜਿਹੜੇ ਜਾ ਰਹੇ ਨੇ, ਮੈਂ ਉਹਨਾਂ ਨੂੰ ਸਿੱਖ ਕੰਸੀਡਰ ਨਹੀਂ ਕਰਦਾ, ਕਿਉਂਕਿ ਸਿੱਖੀ ਪੈਸੇ ਦੇ ਕੇ ਜਾਂ ਪੜ੍ਹਾਈ ਦਾ ਲਾਲਚ ਜਾਂ ਕਮਾਈ ਦਾ ਲਾਲਚ ਦੇ ਕੇ ਸਿੱਖੀ ਨਹੀਂ ਮਿਲਦੀ। ਸਿੱਖੀ ਦੇ ਸਿਰ ਦੇ ਕੇ ਮਿਲਦੀ ਹੈ, ਕਿਉਂਕਿ ਬਨੀਆਂ ਦੀ ਦੁਕਾਨ ਨਹੀਂ ਹੈ, ਇਹ ਲੋਕ ਇਹ ਤੇ ਸਿੱਖੀ ਮਿਲਦੀ। ਦੂਸਰੀ ਗੱਲ ਹੈਗੀ ਜੀ ਕਿ ਅਸੀਂ ਕੋਈ ਹੋਰ ਇਹਦਾ ਗੁਨੇਗਾਰ ਨਹੀਂ ਹੈ ਕਿ ਅਸੀਂ ਪ੍ਰਚਾਰ ਨਹੀਂ ਕਰ ਪਾਏ, ਕਿਉਂਕਿ ਗੁਰੂ ਨੇ ਜੋ ਮੁਹਿੰਮ ਬਖਸ਼ੀ ਹੈ ਪੜ੍ਹਾਈ ਦਵਾਈ ਕਮਾਈ, ਇਹ ਜਿਹੜੇ ਕਨਸੈਪਟ ਨੇ ਇਹ ਇਸੇ ਕਰਕੇ ਨੇ ਕਿ ਪੜ੍ਹਾਈ ਦੁਨਿਆਵੀ ਪੜ੍ਹਾਈ, ਜੇਕਰ ਅਸੀਂ ਅੱਜ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਪ੍ਰੇਰਿਤ ਨਹੀਂ ਕਰ ਰਹੇ ਤੇ ਫਿਰ ਸਾਡੀ ਕਮੀ ਹੈ। ਔਰ ਪੜ੍ਹਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਕਿਉਂਕਿ ਜਿਹੜਾ ਯੂਥ ਹੈ ਉਹ ਪਹਿਲੇ ਹੀ ਬੌਂਦਲੇ ਹੋਇਆ, ਉਹ ਕਹਿੰਦਾ ਜੀ ਕਿ ਕੋਈ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਕੋਈ ਕਹਿੰਦਾ ਜੀ 75 ਪੜ੍ਹ ਲਓ, ਕੋਈ ਕਹਿੰਦਾ ਦਸਮ ਪੜ੍ਹ ਲਓ, ਕੋਈ ਕਹਿੰਦਾ ਸੂਰਜ ਪ੍ਰਕਾਸ਼ ਪੜ੍ਹ। ਤੇ ਯੂਥ ਜਿਹੜੇ ਸਾਡੇ ਬਜ਼ੁਰਗ ਨੇ ਉਹ ਆਪ ਹੀ ਬੌਂਦਲੇ ਹੋਏ ਨੇ, ਅਸੀਂ ਇਹਨਾਂ ਦੀ ਗੱਲ ਸੁਣ ਕੇ ਕਰਨਾ ਕਿ ਸੋ ਫੋਰਗੇਟ ਇਟ। ਸੋ ਪੜ੍ਹਾਈ ਦਾ ਮਤਲਬ ਹੈਗਾ ਕਿ ਦੁਨਿਆਵੀ ਪੜ੍ਹਾਈ ਸਭ ਤੋਂ ਪਹਿਲੇ ਯੋਗਦਾਨ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੜ੍ਹਾਈ ਦਾ ਯੋਗਦਾਨ, ਇਹ ਦੋਨੋਂ ਪੈਰਲਲ ਚਾਹੀਦੀ ਹੈ। ਫਿਰ ਇਹ ਦਵਾਈ ਓਬਵੀਅਸਲੀ ਦੁਨਿਆਵੀ ਤਿਮਾਰਦਾਰੀ ਚਾਹੀਦੀ ਹੈ। ਜੇਕਰ ਅਸੀਂ ਕੋਈ ਬੰਦਾ ਬਿਮਾਰ ਹੈ, ਅੱਜ ਕੋਈ ਸਿੱਖ ਹੈ, ਸਾਨੂੰ ਨਾ ਫੋਕਸ ਪਹਿਲੇ ਉਹਨਾਂ ਤੇ ਕਰਨਾ ਜੋ ਅਜੇ ਸਿੱਖ ਹੈਗੇ ਨੇ। ਜਿਹੜੇ ਚਲੇ ਗਏ ਨੇ ਉਹ ਸਾਡਾ ਨੈਕਸਟ ਸਟੈਪ ਹੋਣਾ ਚਾਹੀਦਾ ਹੈ, ਲੇਕਿਨ ਜਿਹੜੇ ਸਿੱਖ ਨੇ ਅਸੀਂ ਉਹਨਾਂ ਦੀ ਬਾਂਹ ਕਿੱਥੇ ਫੜ ਰਹੇ ਹਾਂ। ਜਦੋਂ ਤੱਕ ਸਿੱਖ ਦੀ ਬਾਂਹ ਨਹੀਂ ਫੜੇਗਾ
ਤੇ ਜਿਹੜੇ ਚਲੇ ਗਏ ਨੇ ਉਹ ਤੇ ਬੜੀ ਦੂਰ ਹੋ ਗਏ ਨੇ। ਅਸੀਂ ਅੱਜ ਉਹਨਾਂ ਦੀ ਬੱਚਿਆਂ ਦੀ ਫੀਸ ਵਿੱਚ ਯੋਗਦਾਨ ਨਹੀਂ ਪਾਵਾਂਗੇ ਤੇ ਗੁਰਦੁਆਰੇ ਜਾ ਕੇ ਰੁਮਾਲਾ ਚੜਾ ਦੇਾਂਗੇ ਤੇ ਉਹ ਸਿੱਖ ਨੇ ਸਿੱਖ ਵਾਲੇ ਪਾਸੇ ਰਹਿਣਾ ਕਿੱਥੋਂ? ਕਿਉਂਕਿ ਸਿੱਖ ਜਿਹੜਾ ਹੈ ਸਰਬੱਤ ਦੀ ਗੱਲ ਕਰਦਾ ਹੈ, ਲੇਕਿਨ ਸਰਬੱਤ ਦੇ ਵਿੱਚ ਸਿੱਖ ਦੀ ਕਿੰਨੀ ਰੇਸ਼ੋ ਹੈ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ। ਅਰੇ ਵੀ ਸਰਬੱਤ ਦੇ ਵਿੱਚ ਸਿੱਖ ਨਹੀਂ ਆਉਂਦੇ ਕੀ? ਸਰਬੱਤ ਦੇ ਵਿੱਚ ਕੀ ਸਾਰਿਆਂ ਦਾ ਹੀ ਅਸੀਂ ਲੈਣਾ ਆਪਣੇ ਸਿਰ ਦੇ ਉੱਪਰ? ਤੇ ਸਾਨੂੰ ਪ੍ਰਾਇੋਰਟੀ ਵਾਈਜ਼ ਸਭ ਤੋਂ ਪਹਿਲੇ ਸਿੱਖ ਨੂੰ ਸਿੱਖ ਦੀ ਬਾਂਹ ਫੜਨ ਦੀ ਜ਼ਰੂਰਤ ਹੈ। ਦੂਸਰੀ ਗੱਲ ਹੈ ਦਵਾਈ ਦੀ। ਜੇਕਰ ਅੱਜ ਅਸੀਂ ਉਹਨਾਂ ਦੇ ਆਪਰੇਸ਼ਨਸ ਦੇ ਵਿੱਚ, ਉਹਨਾਂ ਦੀ ਤੀਮਾਰਦਾਰੀ 'ਚ ਉਹਨਾਂ ਦੇ ਨਾਲ ਨਹੀਂ ਖੜੇ ਤੇ ਫਿਰ ਉਹ ਛੱਡਿਆ ਹੋਇਆ ਮਹਿਸੂਸ ਕਰਦੇ ਨੇ। ਤੇ ਦਵਾਈ ਦਾ ਦੂਸਰਾ ਪੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸੁਣ ਕੇ ਪੜ੍ਹ ਕੇ ਜਿਹੜੀ ਸੈਨਿਟੀ ਚਾਹੀਦੀ, ਜਿਵੇਂ ਹੁਣੇ ਗੱਲ ਕੀਤੀ ਡਾਕਟਰ ਸਾਹਿਬ ਨੇ, ਜਿਹੜੀ ਸਾਈਕੋਲੋਜੀਕਲ ਤੁਹਾਨੂੰ ਟ੍ਰੀਟਮੈਂਟ, ਜਿਹੜੀ ਸੈਨਿਟੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਿੰਦੀ ਹੈ, ਦਵਾਈ ਉਹ ਵੀ ਹੈ। ਫਿਰ ਆ ਜਾਂਦੀ ਹੈ ਕਮਾਈ। ਜੇਕਰ ਅਸੀਂ ਪੜ੍ਹਾਈ ਔਰ ਦਵਾਈ ਤੇ ਕੰਮ ਕਰ ਰਹੇ ਹਾਂ, ਜਿਹੜਾ ਅੱਜ ਦਾ ਸਿੱਖ ਬੱਚਾ ਬੇਰੁਜ਼ਗਾਰ ਹੈ, ਬੇਰੁਜ਼ਗਾਰ ਇਨਸਾਨ ਨਸ਼ਾ ਵੀ ਕਰੇਗਾ, ਬੇਰੁਜ਼ਗਾਰ ਇਨਸਾਨ ਜਿੱਧਰ ਵੀ ਉਹਨੂੰ ਹੰਕੋਗੇ ਉਹ ਹੰਕ ਜਾਏਗਾ। ਸਾਨੂੰ ਉਹਨੂੰ ਕਮਾਈ ਦੇ ਸਾਧਨ ਦੇਣ ਦੀ ਜ਼ਰੂਰਤ ਹੈ। ਕਮਾਈ ਹੁਣ ਉਹ ਮੈਂ ਨੈਕਸਟ ਸਟੈਪ ਤੇ ਆਵਾਂਗੇ ਕਿ ਸਾਡੇ ਵੱਲੋਂ ਗੁਰੂ ਸਾਹਿਬ ਵੱਲੋਂ ਯੋਗਦਾਨ ਕੀ ਹੋ ਰਹੇ ਨੇ। ਨਹੀਂ ਕੋਈ ਤੁਸੀਂ ਬਹੁਤ ਵੱਡੇ ਉਹਨੂੰ ਕਾਰੋਬਾਰ ਖੋਲ ਕੇ ਦੇ ਸਕਦੇ ਤੇ ਰਾਜਮਾ ਚਾਵਲ ਕੜੀ ਚਾਵਲ ਦਾ ਸਟਾਲ ਲਵਾ ਦਿਓ, ਕਿਤੇ ਰੋਜ਼ ਦਾ ਕਮਾਏਗਾ ਰੋਜ਼ ਦਾ ਖਾਏਗਾ। ਉਹਨੂੰ ਕਿਧਰੇ ਨੌਕਰੀ ਲਵਾਉਣ ਵਾਸਤੇ ਪ੍ਰੇਰਿਤ ਕਰ ਦਿਓ, ਸਿੱਖ ਪਰਿਵਾਰਾਂ ਤੋਂ ਵੀ ਔਰ ਦੂਸਰਿਆਂ ਤੋਂ ਵੀ। ਕਮਾਈ ਦਾ ਜਦੋਂ ਸਾਧਨ ਹੋਏਗਾ ਤੇ ਫਿਰ ਉਹ ਕਿਸੇ ਹੋਰ ਪਾਸੇ ਵੱਲ ਨਹੀਂ ਟੁਰੇਗਾ। ਹੁਣ ਕਮਾਈ ਦੂਸਰੀ ਆਤਮਿਕ ਜਿਹੜੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਦੀ ਕਿਰਤ ਕਮਾਈ ਹੈ, ਉਹ ਆਪ ਵੀ ਬਾਣੀ ਸਮਝੇ ਤੇ ਲੋਕਾਂ ਨੂੰ ਵੀ ਪ੍ਰੇਰਨਾ ਦੇਵੇ। ਸੋ ਇਹ ਜਿਹੜੇ ਕਨਸੈਪਟ ਨੇ ਪੜ੍ਹਾਈ, ਦਵਾਈ, ਕਮਾਈ, ਇਹ ਦੋਨੋਂ ਪੱਖਾਂ ਤੇ ਨੇ, ਸਰੀਰਕ, ਦੁਨਿਆਵੀ ਔਰ ਆਤਮਿਕ। ਇਹ ਦੋਨੋਂ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਨਾਲ ਜੁੜੇ ਨੇ, ਹੋਰ ਕਿਸੇ ਬਾਣੀ ਦੇ ਨਾਲ ਨਹੀਂ। ਜਦੋਂ ਤੱਕ ਅਸੀਂ ਇਹ ਪ੍ਰੇਰਨਾ ਸਰੋਤ ਨਹੀਂ ਬਣਾਂਗੇ ਔਰ ਉਹਦਾ ਜੇਕਰ ਕੋਈ ਵੀ ਗਲਤੀ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਇਹ ਨਹੀਂ ਮੈਂ ਹੈਗਾ, ਜਦੋਂ ਤੱਕ ਮੈਂ ਆਪਣੇ ਆਪ ਦੇ ਸਿੱਖ ਹੋਣ ਦੇ ਨਾਤੇ ਆਪਣੀ ਕੌਮ ਦੀ ਹਰ ਗਲਤੀ ਦੀ ਜ਼ਿੰਮੇਵਾਰੀ ਨਹੀਂ ਲਾਂਗਾ ਤੇ ਮੈਂ ਦੂਸਰਿਆਂ ਤੇ ਉਂਗਲ ਚੁੱਕਦਾ ਰਹਾਂਗਾ, ਕਦੀ ਕੋਈ ਬਦਲਾਵ ਨਹੀਂ ਆਏਗਾ। ਘਰੋਂ ਸ਼ੁਰੂ ਹੁੰਦੀ ਹੈ, ਜਿਵੇਂ ਘਰ ਘਰ ਪ੍ਰਚਾਰਕ ਹੈ। ਜੇਕਰ ਤੁਸੀਂ ਆਪ ਆਪਣੇ ਘਰ ਦੇ ਪ੍ਰਚਾਰਕ ਖੁਦ ਨਹੀਂ ਹੋ ਤੇ ਫਿਰ ਤੁਸੀਂ ਬਾਹਰ ਦਿਆਂ ਨੂੰ ਕਾਹਦਾ ਦੇਣਾ? ਅਸੀਂ ਕਿਉਂ ਗਿਆਨ ਵੰਡ ਰਹੇ ਹਾਂ? ਕਿਉਂਕਿ ਇਹ ਨਾ ਸਿੱਖੀ ਜਿਹੜੀ ਹੈ ਉਹ ਬੜਾ ਇਨਸਟੈਂਟ ਕਨਸੈਪਟ ਹੈ। ਜੇਕਰ ਤੁਸੀਂ ਏਸੀ ਚਲਾਇਆ ਔਰ ਤੁਹਾਨੂੰ ਠੰਡ ਲੱਗ ਰਹੀ ਹੈ ਤੇ ਤੁਸੀਂ ਵੇਟ ਥੋੜੀ ਕਰਦੇ ਹੋ ਕਿ 6 ਘੰਟੇ ਬਾਅਦ ਬੰਦ ਕਰਾਂਗਾ, ਤੁਸੀਂ ਰਿਮੋਟ ਚੁੱਕਦੇ ਹੋ ਇਮੀਡੀਏਟਲੀ ਬੰਦ ਕਰਦੇ ਹੋ। ਇੱਥੇ ਇਮੀਡੀਏਟ ਐਕਸ਼ਨ ਚਾਹੀਦਾ ਹੈ। ਅਸੀਂ ਸੋਚਦੇ ਹਾਂ, ਅਸੀਂ ਵਿਚਾਰ ਕਰਾਂਗੇ, ਇਹ ਕਨਸੈਪਟ ਹੈ ਹੀ ਨਹੀਂ ਸਿੱਖੀ ਦਾ। ਇਹ ਤੇ ਸਵਾਸ ਦੇ ਨਾਲ ਚੱਲ ਰਿਹਾ ਹੈ, ਸਾਸ। ਤੇ ਜੇਕਰ ਹੁਣ ਨਹੀਂ ਕੀਤਾ ਤੇ देयर इज नो ਫਿਊਚਰ ਨਾ ਦੀ ਕੋਈ ਚੀਜ਼ ਹੀ ਨਹੀਂ ਹੈ। ਤੇ ਬੜੇ ਸਮਾਰਟ ਆਦਮੀ ਨੇ ਯੈਸਟਰਡੇ, ਟੁਡੇ ਔਰ ਟੁਮਾਰੋ ਬਣਾਇਆ ਸੀਗਾ। ਗੁਰਬਾਣੀ ਅਨੁਸਾਰ ਸਿਰਫ ਨਾਉ ਹੈਗਾ। देयर इज no yesterday, there is no tomorrow, only now। ਤੇ ਅਸੀਂ ਹੁਣ ਨਹੀਂ ਕੁਝ ਕਰ ਰਹੇ ਤੇ ਕੱਲ ਹੈਗਾ ਨਹੀਂ ਆ ਸਾਡੇ। ਹੁਣ ਗੱਲ ਆ ਜਾਂਦੀ ਹੈ ਕਿ ਸਾਡੇ ਯੋਗਦਾਨ ਕੀ ਨੇ। ਜਿੰਨੇ ਜਦੋਂ ਤੋਂ ਉਮਰ ਗੁਰੂ ਸਾਹਿਬ ਨੇ ਬਖਸ਼ੀ ਹੈ, ਮਾਂ ਦੇ ਕੁੱਖ ਤੋਂ ਬਾਣੀ ਸੁਣੀ ਹੈ। ਔਰ ਔਰਤ ਦਾ ਘਰ ਦੇ ਵਿੱਚ ਸਭ ਤੋਂ ਵੱਡਾ ਰੋਲ ਹੈਗਾ ਕਿ ਉਹ ਆਪਣੇ ਬੱਚੇ ਨੂੰ ਕੀ ਦੇ ਰਹੀ ਹੈ ਜਦੋਂ ਕੁੱਖ ਦੇ ਵਿੱਚ ਹੈਗਾ। ਆਪਣੇ ਬਚਪਨ ਤੋਂ ਲੈ ਕੇ ਅਜੇ ਤੱਕ ਭਾਵੇਂ ਮੇਰੇ ਘਰ ਦਾ ਪਹਿਲਾ ਡਰਾਈਵਰ ਹੋਵੇ ਤੇ ਉਹਨੂੰ ਪੁੱਛਣਾ ਕਿ ਵੀ ਸਿੱਖ ਹੈਗਾ ਹੈ ਤੇ ਤੇਰੇ ਘਰ ਦੇ ਬੱਚੇ ਦੀ ਅੱਧੀ ਫੀਸ ਤੇਰਾ ਬੱਚਾ ਪੜ੍ਹਦਾ ਹੈ, ਮੈਂ ਦੇਣਾ ਚਾਹੁੰਦਾ। ਪਰ ਜਿਹੜਾ ਹੈਗਾ ਸਾਡੇ ਤੋਂ ਸ਼ੁਰੂ। Please try to conclude. Your time is over. ਮੈਂ ਟਾਈਮ ਆਇਆ ਹੋਇਆ ਜੀ, ਜੇਕਰ ਤੁਸੀਂ ਮੈਨੂੰ 5 ਮਿੰਟ ਦਿੱਤੇ ਨੇ ਤੇ I'll conclude in 5 minutes. Thank you. ਔਰ ਮੈਨੂੰ ਦੱਸਦੇ ਜਾਓ ਟਾਈਮ ਹੋਇਆ ਕਿੰਨਾ, ਕਿਉਂਕਿ even I should know. From what I know, 5 minutes are over. Okay, I'm extremely sorry for ਮੈਂ late. But you take a minute and close. ਜੀ। ਹੁਣ ਗੱਲ ਆ ਜਾਂਦੀ ਹੈ ਕਿ ਅਸੀਂ ਮੇਰੇ ਕੋਲ ਖਾਸ ਤੌਰ ਤੇ ਦਿਨ ਦੇ ਵਿੱਚ 10 ਤੋਂ 15 ਕਾਲਸ ਆਉਂਦੀਆਂ ਦਿੱਲੀ ਤੋਂ, ਪੰਜਾਬ ਤੋਂ, ਜਿਨ੍ਹਾਂ ਦੇ ਵਿੱਚ ਆਪਰੇਸ਼ਨਸ ਨੇ, ਜਿਨ੍ਹਾਂ ਦੇ ਵਿੱਚ ਰਾਸ਼ਨ ਹੈ, ਜਿਨ੍ਹਾਂ ਦੇ ਵਿੱਚ ਆਨੰਦ ਕਾਰਜ ਨੇ ਬੱਚਿਆਂ ਦੇ, ਜਿਨ੍ਹਾਂ ਦੇ ਬੱਚਿਆਂ ਦੀ ਸਕੂਲ ਹੈ, ਫੀਸ ਹੈ, ਕਿਤਾਬਾਂ ਨੇ, ਇਹ ਸਾਰੀਆਂ ਚੀਜ਼ਾਂ ਨੇ। ਔਰ ਤਕਰੀਬਨ 250 ਤੋਂ 300 ਗੁਰੂ ਕਾ ਪਿਆਰਾ ਮੇਰੇ ਨਾਲ WhatsApp ਹੈਲਪਰ ਬ੍ਰੌਡਕਾਸਟ ਦੇ ਵਿੱਚ ਜੁੜਿਆ ਹੋਇਆ। ਗਰੁੱਪ ਨਹੀਂ ਹੈ, ਬ੍ਰੌਡਕਾਸਟ ਹੈ। ਰੋਜ਼ ਦੀਆਂ ਸੇਵਾਵਾਂ ਉਹਦੇ 'ਚ ਪਾਉਂਦੇ ਹਾਂ। ਔਰ ਅੰਦਾਜ਼ਨ ਜੇਕਰ ਮੈਂ ਗਿਣਤੀ ਕਰਾਂ ਤੇ ਪਿਛਲੇ 5 ਸਾਲ ਦੇ ਵਿੱਚ 5000 ਤੋਂ ਉੱਤੇ ਸੇਵਾਵਾਂ ਹੋ ਚੁੱਕੀਆਂ।
ਅਸੀਂ ਕੋਈ ਵੀ ਸੇਵਾ ਸੋਸ਼ਲ ਮੀਡੀਆ ਤੇ ਨਹੀਂ ਪਾਉਂਦੇ, ਕਿਉਂਕਿ ਜਦੋਂ ਤੱਕ ਇਹ ਸੇਵਾਵਾਂ ਗੁਪਤ ਰਹਿਣਗੀਆਂ ਇਹ ਕੰਮ ਕਰਨਗੀਆਂ। ਜਦੋਂ ਤੱਕ ਅਸੀਂ ਇਹਨਾਂ ਦੀ ਵਾਹਵਾਹੀ ਲੈਣ ਦੀ ਕੋਸ਼ਿਸ਼ ਕਰਾਂਗੇ, ਦੁਨੀਆ ਦੀ ਨਜ਼ਰਾਂ 'ਚ ਆਵਾਂਗੇ, ਇਹ ਕੰਮ ਨਹੀਂ ਚੱਲਦੇ। ਕਿਉਂਕਿ ਜੇਕਰ ਤੁਸੀਂ ਵਾਹਵਾਹੀ ਲੈਣਾ ਚਾਹੁੰਦੇ ਹੋ ਤੇ ਜਿੰਨੇ ਸੇਵਾ ਕੀਤੀ ਫਿਰ ਉਹਨੂੰ ਵੀ ਫੋਟੋ ਚਾਹੀਦੀ। ਲੇਕਿਨ ਸਾਡੇ ਇੱਥੇ ਕੋਈ ਫੋਟੋ ਦਾ ਕਨਸੈਪਟ ਨਹੀਂ ਹੈ। ਸਾਰਿਆਂ ਦੀ ਸੇਵਾਵਾਂ ਜਿਹੜੇ ਵੀ ਲੋਕ ਕਰਦੇ ਨੇ ਉਹਨਾਂ ਤੋਂ ਡਾਇਰੈਕਟ ਮੈਂ ਕੋਈ ਪੈਸੇ ਨਹੀਂ ਲੈਂਦਾ, ਭਾਵੇਂ ਉਹ USA 'ਚ ਬੈਠੇ ਨੇ, ਕੈਨੇਡਾ ਬੈਠੇ ਨੇ, ਕੋਈ ਵੀ ਨਹੀਂ। ਜੇਕਰ ਹਸਪੀਟਲ ਦੀ ਜ਼ਰੂਰਤ ਹੈ ਆਪਰੇਸ਼ਨ ਦੀ, ਤੇ ਆਪਰੇਸ਼ਨ ਵਾਸਤੇ ਵੀ ਡਾਕਟਰਸ ਨੂੰ ਪ੍ਰੇਰਣਾ ਦਿੰਦੇ ਆ ਕਿ ਜੀ ਪੈਸੇ ਘਟਾਓ। 20 ਲੱਖ ਰੁਪਏ ਦੇ ਆਪਰੇਸ਼ਨ ਅਸੀਂ 80 ਹਜ਼ਾਰ 'ਚ ਕਰਾਉਂਦੇ ਆ, ਕਿਸੇ ਵੀ ਕਿਸਮ ਦੇ ਘੱਟ ਤੋਂ ਘੱਟ ਪੈਸੇ। ਉਹਨਾਂ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਜੀ ਕਿ ਮੈਂ ਤੇ ਯੋਗਦਾਨ ਪਾਣਾ, ਤੇ ਅਸੀਂ ਉਹਨਾਂ ਨੂੰ ਡਾਇਰੈਕਟ ਹਸਪੀਟਲ ਦਾ ਬੈਂਕ ਅਕਾਊਂਟ ਦਿੰਦੇ ਆ, ਉਹ ਡਾਇਰੈਕਟ ਪਾਉਂਦੇ ਨੇ, ਮੈਨੂੰ ਸਕਰੀਨਸ਼ਾਟ ਭੇਜਦੇ ਨੇ, ਮੈਂ ਡਾਕਟਰਸ ਨੂੰ ਭੇਜਦਾ, ਤੇ ਜਦੋਂ ਸੇਵਾ ਪੂਰੀ ਹੋ ਜਾਂਦੀ ਹੈ ਦੈਟ ਇਜ਼ ਕਲੋਜ਼ਡ। ਉਵੇਂ ਹੀ ਰਾਸ਼ਨ ਹੈਗਾ, ਜੇਕਰ 1300 ਰੁਪਏ ਦਾ ਰਾਸ਼ਨ ਜਾਣਾ ਤੇ ਦੁਕਾਨਦਾਰ ਦਾ ਪੇਟੀਐਮ ਦਿੰਦੇ ਆ, ਯੂ ਵਿਲ ਡੂ ਇਟ ਡਾਇਰੈਕਟਲੀ। ਭਾਵੇਂ ਬੱਚਿਆਂ ਦੀ ਫੀਸ ਹੈ। ਇਸ ਕੋਵਿਡ ਦੇ ਵਿੱਚ ਇਸ ਸਾਲ ਦੇ ਅੰਦਰ ਤਕਰੀਬਨ ਵੀਰ ਜੀ ਆਪਾਂ ਨਾ ਓਵਰ ਜਾ ਰਹੇ ਹਾਂ। ਆਈ ਅੰਡਰਸਟੂਡ ਕਿ ਤੁਸੀਂ ਇਹ ਕਰ ਗਏ ਹੋ ਕਿ ਪੜ੍ਹਾਈ, ਦਵਾਈ ਤੇ ਕਮਾਈ, ਐਂਡ ਆਈ ਅੰਡਰਸਟੂਡ ਕਿ ਤੁਹਾਡੇ ਡਾਇਰੈਕਟ ਸੇਵਾਵਾਂ ਬਹੁਤ ਹੈ। ਤੈਨੂੰ ਕਨਕਲੂਡ ਕਰ ਦੇਣਾ, ਜਿੱਥੇ ਤੱਕ ਗੱਲ ਅੱਜ ਹੈਗੀ ਹੈ ਕਿ ਬੱਚਿਆਂ ਦੀ ਪੜ੍ਹਾਈ ਦੀ, ਇਸ ਸਾਲ ਦੇ ਵਿੱਚ ਹੀ ਤਕਰੀਬਨ 1500 ਸਿੱਖ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਜਿਹੜੇ ਪੈਸੇ ਨਹੀਂ ਦੇ ਪਾ ਰਹੇ ਸੀ, ਉਹਨਾਂ ਨੂੰ ਖਾਲਸਾ ਜਿਹੜੇ ਫ੍ਰੀ ਸਕੂਲਸ ਨੇ, ਏਡਡ ਸਕੂਲਸ ਨੇ, ਉਹਨਾਂ ਦੇ ਵਿੱਚ ਐਡਮਿਸ਼ਨ ਕਰਾਏਂਗੇ। ਕਿਉਂਕਿ ਸਾਡੇ ਕੋਲ ਬਹੁਤ ਸਾਰੇ ਖਾਲਸਾ ਸਕੂਲਸ ਨੇ ਦਿੱਲੀ ਦੇ ਅੰਦਰ, ਗਵਰਨਮੈਂਟ ਸਕੂਲਸ ਵੀ ਨੇ, ਜਿੱਥੇ ਪੜ੍ਹਾਈ ਤੇ ਫੋਕਸ ਕਰਨਾ ਹੈ, ਮਹਿੰਗੇ ਬ੍ਰਾਂਡਡ ਸਕੂਲ ਤੇ ਫੋਕਸ ਨਹੀਂ ਕਰਨਾ। ਤੇ ਲੋਕ ਸਮਝਦੇ ਨੇ ਇਸ ਗੱਲ ਨੂੰ ਕਿ ਜਦੋਂ ਫੋਨ ਕਰਦੇ ਨੇ ਜੀ ਸਾਡੀ 50,000 ਦੀ ਫੀਸ ਬਕਾਇਆ ਹੈ, ਤੇ ਕੋਈ ਨਹੀਂ ਜੀ, ਸੰਗਤ ਵੱਲੋਂ ਜਿੰਨੀ ਸੇਵਾ ਹੋ ਸਕਦੀ ਹੈ ਬੱਚੇ ਨੂੰ ਖਾਲਸਾ ਸਕੂਲ 'ਚ ਪਾਓ, ਫ੍ਰੀ ਹੈਗਾ। ਉੱਥੇ ਉਹਨਾਂ ਦੀ ਐਡਮਿਸ਼ਨ ਕਰਾਉਣ ਵਾਸਤੇ ਜੇਕਰ ਉਹਨਾਂ ਕੋਲ TC ਨਹੀਂ ਵੀ ਹੈਗਾ ਤਾਂ ਵੀ ਅਸੀਂ ਅੰਦਰ ਖਾਤੇ ਉਹ ਸਕੂਲ ਸਾਡਾ ਯੋਗਦਾਨ। ਸੋ ਔਰ ਮੈਨੂੰ 1-2 ਵਿਚਾਰ ਜਿਹੜੇ ਹੋਰ ਨੇ ਇਸ ਵੇਲੇ, 1-2 ਹੋਰ ਸੰਸਥਾਵਾਂ ਨੇ, ਕਿਉਂਕਿ ਲਾਸਟ ਜਿਹੜੇ 1-2 ਵੀਡੀਓ ਪਾਏ ਸੀ ਅਕਾਲ ਤਖਤ ਹੋਰਾਂ ਨੇ ਵੀ ਉਹਦਾ ਸੰਗਿਆਨ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ ਵਿੱਚੋਂ 2-3 ਚੀਜ਼ਾਂ ਨੂੰ ਅਡਾਪਟ ਵੀਰ ਜੀ ਅਸੀਂ ਸੁਣ ਲਿਆ ਕਿ ਆਪ ਜੀ ਬਹੁਤ ਕੁਝ ਕਰ ਰਹੇ ਹੋ। ਇਸ ਵੇਲੇ ਸਾਡਾ ਜਿਹੜਾ ਸੋਲੂਸ਼ਨ ਹੈ, ਬੇਨਤੀ ਇਹ ਸੀ ਕਿ ਕਿਹੜਾ ਸੋਲੂਸ਼ਨ ਅਸੀਂ ਯੂਜ਼ ਕਰੀਏ ਕਿ ਪੰਜਾਬ ਵਿੱਚ ਹੈਗਾ ਜੀ ਪੜ੍ਹਾਈ, ਦਵਾਈ, ਕਮਾਈ ਦਾ, ਭਾਵੇਂ ਉਹ ਮਾਨਸਿਕ, ਭਾਵੇਂ ਪ੍ਰੈਕਟੀਕਲ ਹੈ, ਭਾਵੇਂ ਕਿਸੇ ਵੀ ਤਰੀਕੇ ਹੈ। ਔਰ ਇਸ ਵੇਲੇ ਇੱਕ ਸੰਸਥਾ ਆਓ ਬਣੀਏ ਗੁਰਸਿੱਖ ਪਿਆਰਾ, ਉਹਨਾਂ ਨੇ ਇਹ ਤਕਰੀਬਨ 15 ਕੁ ਦਿਨ ਪਹਿਲੇ ਤੋਂ ਪੰਜਾਬ ਦੇ 5 ਪਿੰਡਾਂ ਦੇ ਵਿੱਚ ਇਹ ਪ੍ਰਚਾਰ ਵੀ ਸ਼ੁਰੂ ਕਰਤਾ ਹੈ। ਉੱਥੇ ਦੇ ਹੀ ਲੋਕਲ ਸੇਵਾਦਾਰਾਂ ਨੂੰ ਕੁਝ ਮਾਲੀ ਮਦਦ, ਔਰ ਉਹ ਘਰ ਘਰ ਜਾ ਕੇ ਔਰ ਪ੍ਰਚਾਰ ਦੀ ਵਿਧੀ ਸ਼ੁਰੂ ਕਰ ਰਹੇ ਨੇ। ਆਉਣ ਵਾਲੇ ਹੋਰ 10 ਦਿਨਾਂ ਤੱਕ ਹੋਰ ਕੁਝ ਪਿੰਡ ਜੁੜ ਜਾਣਗੇ। ਸੋ ਉਹਦੇ ਵਿੱਚ ਹਰਜਿੰਦਰ ਸਿੰਘ ਜੀ ਨੇ ਆਓ ਬਣੀਏ ਗੁਰਸਿੱਖ ਪਿਆਰਾ ਦੇ ਜਿਹੜੇ ਉਹਨਾਂ ਦੀ ਟੀਮ ਹੈ, ਸੋ ਉਹਨਾਂ ਦਾ ਵੀ ਸ਼ੁਕਰੀਆ, ਮਿਹਰਬਾਨੀ ਜਨਾਬ। ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਹਾਡੀਆਂ ਵਿਚਾਰਾਂ ਬਹੁਤ ਕੀਮਤੀ, and I highly appreciate ਕਿ ਤੁਸੀਂ ਇੰਨਾ ਕੁਝ already ਕਰ ਰਹੇ ਹੋ। That's very very important for us, and ਸਾਰਿਆਂ ਲਈ ਕਿ ਅਸੀਂ ਸਭ ਕੁਝ ਹੋਰ ਕਰਦੇ ਰਹੀਏ। ਸਾਡੇ ਕੋਲ 2 ਬੁਲਾਰੇ already ਹੈਗੇ ਆ, ਟਾਈਮ ਸਾਡਾ ਓਵਰ ਹੋ ਗਿਆ, ਲੇਕਿਨ I would want to give them the opportunity ਕਿ ਉਹ ਆਪਣੇ ਵਿਚਾਰ ਸਾਂਝੇ ਕਰ ਲੈਣ। ਉਹ ਪਹਿਲਾਂ ਨਹੀਂ ਸੀ ਕਰ ਸਕੇ। ਡਾਕਟਰ ਇਕਬਾਲ ਸਿੰਘ ਜੀ ਤੇ ਮੇਰੇ ਵੀਰ ਜਗਬੀਰ ਸਿੰਘ ਜੀ, ਪਲੀਜ਼ 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 ਬੀ brief। ਤੇ ਮੇਰੇ ਵੀਰ ਸਰਬਜੋਤ ਸਿੰਘ ਜੀ ਗਰੋਵਰ, we will give you opportunity at the next session, and Gurinder Singh ji will let me give Iqbal Singh ji time, and then I'll give mere veer Jagveer Singh ji time, and then I'll give you 2 minutes Sarabjot Singh ji. Thank you. Iqbal Singh ji। ਵੀਰ ਜੀ ਜਗਬੀਰ ਸਿੰਘ ਜੀ ਵੀਰ ਜੀ ਨੇ ਨਹੀਂ ਬੋਲਣਾ, ਉਹਨਾਂ ਤੋਂ ਬਾਅਦ ਫਿਰ ਆਪਾਂ ਸਰਬਜੋਤ ਸਿੰਘ ਵੀਰ ਜੀ ਨੂੰ ਦੇਵਾਂਗੇ। ਹਾਂਜੀ, ਫਾਈਨ, ਆਲ ਗੁੱਡ। ਚਲੋ ਜੀ, ਡਾਕਟਰ ਇਕਬਾਲ ਸਿੰਘ ਜੀ। ਧੰਨਵਾਦ ਜੀ, ਮੈਨੂੰ ਸਮਾਂ ਦਿੱਤਾ ਤੁਸੀਂ। ਪਰ ਮੇਰੇ ਨਾ ਵਿਚਾਰ ਥੋੜੇ ਜਿਹੇ ਅਲੱਗ ਹੈਗੇ ਆ, ਤੇ ਕੋਈ ਮੈਂ ਬੇਨਤੀ ਕਰਦਾ ਕਿ ਕੋਈ ਸੱਜਣ ਗੁੱਸਾ ਵੀ ਨਾ ਕਰਦੇ, ਮੈਂ ਜਲਦੀ ਉਹਨਾਂ ਨੂੰ ਪੇਸ਼ ਕਰ ਦਿੰਦਾ। ਤੇ ਪਹਿਲਾ ਤਾਂ ਪੁਆਇੰਟ ਮੇਰਾ ਹੈ ਕਿ ਜਿਹੜਾ ਧਰਮ ਪਰਿਵਰਤਨ ਆ ਨਾ, ਜਿਵੇਂ ਅਸੀਂ ਲੈ ਰਹੇ ਹਾਂ, ਤੇ ਇਹ ਤੇ ਬਹੁਤ ਉਤੇਜਿਤ ਹੋਣ ਦੀ ਲੋੜ ਨਹੀਂ ਹੈ, ਇਹਨੂੰ ਬਹੁਤ ਜ਼ਿਆਦਾ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਇਹਦੇ ਮੈਂ 4 ਕਾਰਨ ਦੇ ਰਿਹਾ। ਇੱਕ ਤਾਂ ਇਹ ਨਾਰਮਲ ਆਮ ਵਰਤਾਰਾ ਹੈ। ਜਦੋਂ ਦੇ ਮਜ਼ਹਬ ਧਰਮ ਬਣੇ ਆ 7000 ਸਾਲ ਪਹਿਲਾਂ ਤੋਂ ਲੈ ਕੇ, ਕੋਈ 4000 ਧਰਮ ਹੈਗੇ ਨੇ ਸਾਰੀ ਦੁਨੀਆ ਵਿੱਚ ਮਜ਼ਹਬ, ਤੇ ਇਹ ਚੱਲਦਾ ਰਹਿੰਦਾ ਹੈ। ਜਿਹੜੀ ਕਨਵਰਸ਼ਨ ਹੈਗੀ ਆ, ਧਰਮ ਪਰਿਵਰਤਨ ਚੱਲਦਾ ਰਹਿੰਦਾ ਹੈ।
ਤੇ ਹੁਣ ਸਾਨੂੰ ਸਾਡੇ ਸਾਹਮਣੇ ਥੋੜਾ ਜਿਹਾ ਉੱਭਰ ਕੇ ਆਇਆ ਤੇ ਕੋਈ ਆਪਾਂ ਇਹਨੂੰ ਬਹੁਤ ਏਦਾਂ ਉਤੇਜਿਤ ਹੋ ਕੇ ਲੈਣ ਦੀ ਲੋੜ ਨਹੀਂ ਹੈ। ਤੇ ਦੂਜਾ ਇਹ ਹੈਗਾ ਕਿ ਸਾਰੀਆਂ ਹੀ ਧਿਰਾਂ ਜਿਹੜੀਆਂ ਕਨਵਰਸ਼ਨ ਨੂੰ ਪਸੰਦ ਕਰਦੀਆਂ, ਜਿਹੜੇ ਸਿੱਖ ਭਾਈਚਾਰਾ ਹੈਗਾ ਇਹਦੇ ਚ ਜਦੋਂ ਕੋਈ ਬਾਹਰੋਂ ਈਸਾਈ ਮਤ ਚੋਂ ਆਉਂਦਾ ਹੈਗਾ ਜਾਂ ਕੋਈ ਹੋਰ ਅਫਰੀਕਨ ਆਉਂਦਾ ਜਾਂ ਕੋਈ ਇੱਧਰੋਂ ਕੋਈ ਥਾਈਲੈਂਡ ਚੋਂ ਆਉਂਦਾ ਤਾਂ ਅਸੀਂ ਬੜੀਆਂ ਖੁਸ਼ੀਆਂ ਬਹੁਤ ਚੜ ਕੇ ਮਨਾਉਂਦੇ ਹਾਂ। ਤੇ ਇਹ ਸਾਨੂੰ ਸਾਈਕੀ ਨੂੰ ਨਾ ਬੈਲੈਂਸ ਕਰਨ ਦੀ ਲੋੜ ਹੈਗੀ ਆ, ਇੱਧਰੋਂ ਜਾਣਗੇ ਵੀ ਉੱਧਰੋਂ ਆਉਣਗੇ। ਬਾਕੀ ਇਹ ਕਿ ਜਿਹੜੀਆਂ ਮਨੁੱਖੀ ਹੱਕ ਹੈਗਾ ਕੋਈ, ਕਿਉਂਕਿ ਮੈਂ ਮਾਨਵਵਾਦੀ ਹੈਗਾ ਤੇ ਮਨੁੱਖੀ ਹੱਕ ਹੈ ਕਿ ਉਹ ਜਿਹੜੀ ਮਰਜ਼ੀ ਚੁਆਇਸ ਕਰੇ, ਜਿਹੜੇ ਮਰਜ਼ੀ ਧਰਮ ਨੂੰ ਮੰਨੇ, ਕਨਵਰਟ ਕਰ ਲਵੇ ਨਾ ਕਨਵਰਟ ਕਰ ਲਵੇ, ਇਹ ਕੋਈ ਨਹੀਂ। ਅਸੀਂ ਇਹਨੂੰ ਮਾਨਵਵਾਦ ਦੇ ਪੱਖੋਂ ਜਿਹੜਾ ਸਰਵ ਵਿਆਪਕ ਹੈ, ਜਿਹਨੂੰ ਸਰਬੱਤ ਦਾ ਭਲਾ ਅਸੀਂ ਕਹਿੰਦੇ, ਉਹਦੇ ਪੱਖੋਂ ਅਸੀਂ ਇਸ ਗੱਲ ਨੂੰ ਬਹੁਤੀ ਇੰਪੋਰਟੈਂਸ ਨਹੀਂ ਦਿੰਦੇ। ਸਭ ਨੂੰ ਹੱਕ ਹੈਗਾ। ਔਰ ਬੜੀ ਇੰਪੋਰਟੈਂਟ ਜਿਹੜੀ ਗੱਲ ਇਹ ਹੈਗੀ ਕਿ ਜਿਹੜੀ ਵਿਗਿਆਨਕ ਸੋਚ ਨਾਲ, ਵਿਗਿਆਨ ਦੀ ਤਰੱਕੀ ਦੇ ਨਾਲ ਇੱਕ ਨਾਸਤਿਕਤਾ ਦਾ ਟ੍ਰੈਂਡ ਚੱਲਿਆ ਹੋਇਆ ਕਾਫੀ ਸਮੇਂ ਤੋਂ। ਲੋਕ ਤਾਂ ਮਜ਼ਹਬਾਂ ਨੂੰ ਛੱਡ ਕੇ ਜਾ ਰਹੇ ਹੈਗੇ, ਕ੍ਰਿਸਚੀਅਨਿਟੀ ਚੋਂ ਅੱਧੇ ਲੋਕ ਛੱਡ ਕੇ ਚਲੇ ਗਏ, ਇਸੇ ਕਰਕੇ ਉਹਨਾਂ ਨੂੰ ਫਿਕਰ ਪਿਆ ਉਹ ਇੱਧਰ ਨੂੰ ਕਨਵਰਟ ਕਰੀ ਜਾ ਰਹੇ ਨੇ। ਸੋ ਇਹ ਸਾਰੇ ਜਿਹੜੇ ਨਾ ਕੁਦਰਤੀ ਵਰਤਾਰੇ ਹੈ, ਕਿਉਂਕਿ ਮਜ਼ਹਬ ਧਰਮ ਜਦੋਂ ਆਏ ਆ, ਇਹ ਮੇਰੇ ਆਪਣੇ ਅਲੱਗ ਜਿਹੜੀ ਅਪਰੋਚ ਹੈ ਕਿ ਇਹ ਵੀ ਕੋਈ ਕੁਦਰਤੀ ਵਰਤਾਰਾ ਨਹੀਂ ਸੀ ਹੈਗਾ ਮਜ਼ਹਬਾਂ ਧਰਮਾਂ ਦਾ ਆਉਣਾ, ਤੇ ਹੁਣ ਇਹ ਗੱਲਾਂ ਵੀ ਹੋਣਗੀਆਂ। ਤੇ ਜਿੱਥੋਂ ਤੱਕ ਸਿੱਖ ਧਰਮ ਦੀ ਗੱਲ ਹੈਗੀ ਹੈ ਕਿ ਮੈਂ ਚਾਹੁੰਦਾ ਹੈਗਾ ਕਿ ਸਾਨੂੰ ਇਸ ਪਾਸੇ ਧਿਆਨ ਹਟਾ ਕੇ ਸਿੱਖ ਧਰਮ ਦੀ ਜਿਹੜੀ ਅੰਦਰੂਨੀ ਸਥਿਤੀ ਹੈ ਨਾ, ਉਹਨੂੰ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜੇ ਅਸੀਂ ਸੁਹਿਰਦੇ ਹਾਂ ਸਿੱਖ ਧਰਮ ਵਾਸਤੇ। ਤੋ ਇਸ ਜਿਹੜੀ ਅੰਦਰੂਨੀ ਸਥਿਤੀ ਹੈ ਨਾ, ਇਹਦੇ ਦੋ ਪੱਖ ਹੈ। ਇੱਕ ਤਾਂ ਪੱਖ ਸਿਧਾਂਤਿਕ ਹੈ, ਦੂਜਾ ਹੈਗਾ ਵਿਵਹਾਰਿਕ, ਪ੍ਰੈਕਟੀਕਲ। ਸਿਧਾਂਤਿਕ ਪੱਖ ਵਿੱਚ ਹੈਗਾ ਕਿ ਗੁਰੂ ਸਾਹਿਬਾਨ ਦਾ ਕੋਈ ਆਸ਼ਾ ਨਹੀਂ ਸੀ ਕਿਸੇ ਮਜ਼ਹਬ ਨੂੰ, ਧਰਮ ਨੂੰ ਚਲਾਉਣਾ ਜਿਵੇਂ ਅਸੀਂ ਸਿੱਖ ਧਰਮ ਬਣਾਇਆ ਹੋਇਆ। ਨਾ ਹੀ ਗੁਰਬਾਣੀ ਦੇ ਵਿੱਚ ਕਿਤੇ ਵੀ ਇਹੋ ਜਿਹਾ ਹਿੰਟ ਨਹੀਂ ਆਉਂਦਾ ਜਾਂ ਕੋਈ ਆਦੇਸ਼ ਨਹੀਂ ਆਉਂਦਾ ਜਾਂ ਕੋਈ ਸਿੱਖਿਆ ਨਹੀਂ ਆਉਂਦੀ ਵੀ ਅਸੀਂ ਕੋਈ ਮਜ਼ਹਬ ਜਿਹੜਾ ਆਰਗੇਨਾਈਜ਼ਡ ਇੰਸਟੀਟਿਊਸ਼ਨਲਾਈਜ਼ਡ ਮਜ਼ਹਬ ਜਿਹਨੂੰ ਅਸੀਂ ਰਿਲੀਜਨ ਕਹਿੰਦੇ ਹਾਂ, ਇਹ ਗੁਰਬਾਣੀ ਦਾ, ਗੁਰੂ ਸਾਹਿਬਾਨ ਦਾ ਆਸ਼ਾ ਹੀ ਨਹੀਂ ਸੀ। ਤੇ ਜੇ ਬਣਿਆ ਹੋਇਆ ਸਿੱਖ ਧਰਮ ਤੇ ਆਪੇ ਸਮਝ ਲਓ ਵੀ ਜਿਹੜਾ ਗੁਰੂ ਸਾਹਿਬਾਨ ਦਾ ਆਸ਼ਾ ਨਹੀਂ ਸੀ, ਜੇ ਅਸੀਂ ਉਹ ਕਰ ਰਹੇ ਹਾਂ ਤੇ ਉਹਦੀਆਂ ਕੀ ਸਮੱਸਿਆਵਾਂ ਹੋਣਗੀਆਂ। ਤੇ ਇਹ ਵੈਸੇ ਮੈਂ ਆਪਣਾ ਸਵਾਲ ਦਿੱਤਾ ਹੋਇਆ ਇਸ ਸੈਮੀਨਾਰ ਵਾਸਤੇ, ਮੈਂ ਉਹਦੇ ਵਿੱਚ ਜ਼ਿਆਦਾ ਡਿਟੇਲ 'ਚ ਇਹਦੀ ਗੱਲ ਕਰੂੰਗਾ, ਹੁਣ ਮੈਂ ਜ਼ਿਆਦਾ ਨਹੀਂ ਕਰ। ਜਿਹੜੀਆਂ ਹੈਗਾ ਇਹਦਾ ਸਿਧਾਂਤਕ ਜਿਹੜਾ ਪੱਖ, ਦੂਜਾ ਪੱਖ ਹੈਗਾ ਕਿ ਸਿੱਖ ਧਰਮ ਦਾ ਜਿਹੜੀ ਪ੍ਰੈਕਟੀਕਲੀ ਚੱਲ ਰਿਹਾ ਹੈਗਾ ਨਾ, ਇਹਦੇ ਵਿੱਚੋਂ ਸਾਰਾ ਜੇ ਤੁਸੀਂ ਧਿਆਨ ਨਾਲ ਇਹਨੂੰ ਪੜ੍ਹੋਗੇ, ਧਿਆਨ ਨਾਲ ਇਹਦਾ ਐਨਾਲਿਸਿਸ ਕਰੋਗੇ, ਸਾਰਾ ਵਿਦਾਂਤਿਕ ਹੈ, ਸਾਰਾ ਬ੍ਰਾਹਮਣਵਾਦ ਚੱਲ ਰਿਹਾ ਅੱਜ ਕੱਲ੍ਹ। ਅਸੀਂ ਕਹੀ ਜਾਂਦੇ ਹਾਂ ਜੀ ਅਸੀਂ ਪਰਾਂ ਚਲੇ ਗਏ, ਦੂਰ ਚਲੇ ਗਏ, ਇਹ ਬੜੀ ਸੋਚੀ ਸਮਝੀ ਸਕੀਮ ਨਾਲ ਹੋਇਆ 18ਵੀਂ ਸਦੀ ਤੋਂ ਲੈ ਕੇ। ਇਹ ਸਾਰਾ ਕੁਛ ਹੀ ਸਿੱਖ ਧਰਮ 'ਚ ਪ੍ਰੈਕਟੀਕਲੀ ਜੋ ਹੋ ਰਿਹਾ ਨਾ ਸਿਧਾਂਤਿਕ ਤੌਰ ਤੇ, ਸਾਰਾ ਵਿਦਾਂਤਿਕ। ਇਹਦੇ ਬਾਰੇ ਸੀਰੀਅਸ ਹੋਣ ਦੀ ਲੋੜ ਹੈ। ਜਿਹੜਾ ਦੂਜਾ ਪੱਖ ਅੰਦਰੂਨੀ ਸਥਿਤੀ ਦਾ ਵਿਵਹਾਰਕ ਹੈ, ਉਹਦੇ ਵਿੱਚ ਇੱਕ ਪਹਿਲਾ ਪੁਆਇੰਟ ਹੈਗਾ ਕਿ ਇਹ ਜਿਹੜਾ ਸਿੱਖ ਧਰਮ ਦਾ ਜਿਹੜਾ ਪ੍ਰਬੰਧਕੀ ਢਾਂਚਾ ਹੈ ਨਾ, ਇਹ ਬਿਲਕੁਲ ਤਹਿਸ ਨਹਿਸ ਹੈ। ਕੋਈ ਪ੍ਰਬੰਧਕੀ ਢਾਂਚਾ ਨਹੀਂ ਹੈਗਾ ਸਿੱਖ ਭਾਈਚਾਰੇ ਵਿੱਚ, ਕੋਈ ਉਹਦਾ ਵਾਲੀ ਵਾਰਸ ਨਹੀਂ ਹੈ, ਕੋਈ ਆਰਗੇਨਾਈਜੇਸ਼ਨ ਨਹੀਂ, ਕੋਈ ਉਹਦੀ ਇੰਸਟੀਟਿਊਸ਼ਨ ਦੇ ਜਿਹੜੇ ਸਾਰੇ ਪੱਖ ਹੁੰਦੇ ਉਹਦੇ ਵਿੱਚ ਕੁਝ ਨਹੀਂ ਹੈ ਜੀ। ਆਪੋ ਤਾਪੀ ਪਈ ਹੋਈ ਹੈ, ਭੰਬਲ ਭੂਸਾ ਪਿਆ ਹੋਇਆ, ਜਿਹੜਾ ਜੋ ਮਰਜ਼ੀ ਕਰੀ ਜਾਂਦਾ, ਜੋ ਕਰਾਈ ਜਾਂਦਾ ਹੈਗਾ ਉਹ। ਅਸੀਂ ਮੁੜ ਕੇ ਨਾ ਜਾ ਕੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖਣ ਲੱਗ ਜਾਂਦੇ। ਮੈਂ ਉਦਾਹਰਨ ਦੇ ਰਿਹਾ, ਉਹ SDPC ਤੱਕ ਪ੍ਰਬੰਧਕੀ ਕਮੇਟੀ ਆ 60-70 ਗੁਰਦੁਆਰਿਆਂ ਦੀ, ਉਹਦੇ ਕੋਲੋਂ ਜਿਹੜਾ ਧਰਮ ਤੁਸੀਂ ਕਹਿ ਰਹੇ ਹੋ ਜਾਂ ਜਿਹੜਾ ਵੀ ਅਸੀਂ ਮੰਨ ਰਹੇ ਹਾਂ, ਉਹਦੇ ਬਾਰੇ ਉਹ ਕਿਉਂ ਕਰਨਗੇ ਕੁਛ? ਉਹ ਤਾਂ ਇੱਕ ਜਿਹੜੀ ਇੰਸਟੀਟਿਊਸ਼ਨ ਹੈਗੀ ਹੈ ਔਰ ਮੈਨੇਜਮੈਂਟ ਕਮੇਟੀ। ਚਲੋ ਖੈਰ, ਦੂਸਰਾ ਪੁਆਇੰਟ ਹੈਗਾ ਕਿ ਇਹਦੇ ਵਿੱਚ ਹੀ ਵਿਵਹਾਰਕ ਦੇ ਵਿੱਚ ਕਿ ਜੇ ਆਮ ਦੇਖਿਆ ਜਾਏ ਸਾਰੀ ਦੁਨੀਆ ਦੀ ਜੋ ਸੱਭਿਆਚਾਰ ਹੈ ਉਹਨੂੰ ਦੇਖਿਆ ਜਾਵੇ ਤੇ ਆਮ ਸਿੱਖ ਲੋਕਾਂ ਦਾ, ਦੇਖੋ ਮਾਈਂਡ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਆਮ ਜਿਹੜੇ ਸਿੱਖ ਲੋਕ ਹੈਗੇ ਉਹਨਾਂ ਦਾ ਵਿਵਹਾਰ ਤੇ ਜੀਵਨ ਜਾਂਚ ਆਦਰਸ਼ਿਕ ਨਹੀਂ ਹੈ, ਇਹ ਸੋਫਿਸਟੀਕੇਟਡ ਨਹੀਂ ਹੈਗੇ। ਬੜਾ ਉਹ 'ਚ ਦੁੱਖ ਆਉਂਦਾ ਹੈ ਕਿ ਉਹ 'ਚ ਬੜਾ ਕੁਝ ਹਾਲੇ ਜਿਹੜਾ ਲੈਕਿੰਗ ਹੈਗਾ। ਤੀਜਾ ਜਿਹੜਾ ਹੈਗਾ ਕਿ ਅੱਗੇ ਪੁਆਇੰਟ ਆ ਚੁੱਕਾ ਹੈ ਕਿ RSS ਦੀ ਜੋ ਭੂਮਿਕਾ ਬਹੁਤ ਜ਼ਿਆਦਾ ਸੀਰੀਅਸ ਹੈਗੀ ਆ, ਉਹਦੇ ਬੜੇ ਸੀਰੀਅਸ ਡਿਜ਼ਾਈਨਸ ਹੈਗੇ ਨੇ, ਉਹਨਾਂ ਬਾਰੇ ਕੋਈ ਵੀ ਸੀਰੀਅਸ ਨਹੀਂ ਹੈ ਸਿੱਖ ਭਾਈਚਾਰੇ ਦੇ। ਔਰ ਜੋ ਉਹਨਾਂ ਦਾ ਕੰਮ ਹੈ ਉਹ 75% ਉਹ ਕਰ ਗਏ ਹੋਏ। ਉਹਨਾਂ ਦੀ ਸਕੀਮ ਸਭ ਨੂੰ ਪਤਾ ਹੈ ਕਿ ਅਸੀਂ ਸਿੱਖ ਧਰਮ ਨੂੰ ਕਨਵਰਟ ਨਹੀਂ ਕਰਨਾ ਹਿੰਦੂਇਜ਼ਮ ਦੇ ਵਿੱਚ, ਅਸੀਂ ਤਾਂ ਸਿੱਖ ਧਰਮ ਨੂੰ ਹੀ ਹਾਈਜੈਕ ਹੀ ਕਰਨਾ, ਤੇ ਉਹ ਹਾਈਜੈਕ ਕਰੀ ਬੈਠੇ। ਜਿੰਨੀਆਂ ਇੰਸਟੀਟਿਊਸ਼ਨ ਸਿੱਖ ਧਰਮ ਦੀਆਂ ਹੈਗੀਆਂ ਨੇ, ਜੋ ਵੀ ਭਾਵੇਂ ਧਾਰਮਿਕ ਜਾਂ ਦੂਜੀਆਂ ਨੇ, ਉਹ ਸਾਰੀਆਂ RSS ਦੇ ਕੰਟਰੋਲ ਥੱਲੇ ਅੱਜ ਕੱਲ੍ਹ ਚੱਲ ਰਹੀਆਂ। ਬਹੁਤੇ ਲੀਡਰ ਜਿਹੜੇ ਹੈਗੇ ਸਿਰਕੱਢਾ ਲੋਕ ਨੇ, ਉਹਨਾਂ ਨੇ ਆਪਣੇ ਜਜ਼ਬ ਕਰ ਲਏ ਹੋਏ ਨੇ, ਤੇ ਤੁਹਾਡੇ ਸਾਰਿਆਂ ਦੇ ਸਾਹਮਣੇ। ਜੇ ਅਸੀਂ ਦੇਖਿਆ ਜਾਏ ਕਿ ਸਿੱਖ ਭਾਈਚਾਰੇ ਦੇ ਅੰਦਰ ਜਿਹੜੀ ਕੋਈ ਚੱਲ ਰਿਹਾ, ਮੈਂ ਕੰਕਲੂਡ ਕਰਨ ਦੇ ਨੇੜੇ ਹੀ ਹੈਗਾ ਜੀ, ਕਿ ਮਾਨਸਿਕਤਾ ਜਿਹੜੀ ਹੈ ਸਿੱਖ ਭਾਈਚਾਰੇ ਦੇ ਲੋਕਾਂ ਦੀ, ਉਹ ਦੋ ਹਿੱਸਿਆਂ 'ਚ ਵੰਡੀ ਹੋਈ। ਇੱਕ ਤਾਂ ਪਰੰਪਰਾਈ ਹੈਗਾ, ਜਿਹੜੀ ਪਰੰਪਰਾਈ ਹੈਗੀ ਆ, ਉਹ ਜਿਹੜਾ ਮਿਡੀਵਲ ਏਜ ਸੀ ਨਾ ਕ੍ਰਿਸਚੀਅਨਿਟੀ ਦੀ ਜਾਂ ਯੂਰਪ ਦੀ 14ਵੀਂ ਸਦੀ ਤੱਕ, ਇਹ ਉੱਥੇ ਬੈਠੀ ਹੈ। ਜਿਹੜੀ ਸਿੱਖ ਭਾਈਚਾਰੇ ਦੇ ਅੰਦਰ ਜਿਹੜੀ ਸਿੱਖ ਮਾਨਸਿਕਤਾ ਹੈਗੀ ਆ ਪਰੰਪਰਾਈ ਲੋਕਾਂ ਦੀ, ਉਹ 14ਵੀਂ ਸਦੀ ਦੇ ਵਿੱਚ ਹਾਲੇ ਤੱਕ ਬੈਠੀ ਹੋਈ ਹੈ। ਤੇ ਹੁਣ ਕੁਝ ਸੁਧਾਰਵਾਦੀ ਵੀ ਆ ਗਏ ਨੇ, ਖਾਸ ਕਰਕੇ ਜਿਹੜੇ ਇੰਟੈਲੈਕਚੁਅਲ ਨੇ, ਤੇ ਉਹ ਆਪਣੇ ਆਪ ਨੂੰ ਬੁੱਧੀਜੀਵੀ ਬਣਾ ਕੇ ਤੇ ਬੜਾ ਸੁਧਾਰਵਾਦੀ ਦੀਆਂ ਗੱਲਾਂ ਕਰਦੇ ਆ।
ਪਰ ਬੈਠੇ ਉਹ ਵੀ ਉੱਥੇ ਆ। ਉਹਨਾਂ ਦਾ ਫਰਕ ਇਹਨਾਂ ਹੈ ਕਿ ਇੱਕ ਰੈਨੇਸੈਂਸ ਪੀਰੀਅਡ ਆਇਆ ਸੀਗਾ ਉਹਨਾਂ ਦਿਨਾਂ 'ਚ 15ਵੀਂ ਤੇ 16ਵੀਂ ਸਦੀ ਦੇ ਵਿੱਚ, ਜਿਹਦੇ 'ਚ ਮਾਰਟਨ ਲੂਥਰ ਵਰਗਿਆਂ ਨੇ ਇੱਕ ਜਿਹੜੀ ਬੜੀ ਵੀਰ ਜੀ ਆਪਾਂ ਕੁਐਸਚਨ ਇਹ ਹੈ ਕਿ ਆਪਾਂ ਐਡਰੈਸ ਕਰਨਾ ਆ ਕਿ ਅਸੀਂ ਕੀ ਕਰ ਸਕਦੇ ਹਾਂ। ਮੈਂ ਉੱਥੇ ਆ ਰਿਹਾ ਜੀ, ਉੱਥੇ ਆ ਰਿਹਾ ਮੈਂ ਸ਼ੁਰੂ ਦੇ ਨਾਲ ਕੀਤਾ ਸੀ ਕਿ ਸਾਨੂੰ ਪਹਿਲਾਂ ਇਹ ਸਾਰਾ ਕੁਝ ਸਮਝਣਾ ਤੇ ਉਹਨੂੰ ਠੀਕ ਕਰਨਾ ਚਾਹੀਦਾ। ਕਨਵਰਸ਼ਨ ਤਾਂ ਬਹੁਤਾ ਇਸ਼ੂ ਹੀ ਨਹੀਂ ਹੈਗਾ। ਮੈਂ ਅਖੀਰਲਾ ਮੇਰਾ ਪੁਆਇੰਟ ਹੈ ਕਿ ਸਾਡੀ ਜਿਹੜੀ ਪਰੰਪਰਾਈ ਜਿਹੜੀ ਸੁਧਾਰਵਾਦੀ ਵੀ ਹੈਗੇ ਆ ਨਾ, ਉਹ ਵੀ ਹਾਲੇ 15ਵੀਂ 16ਵੀਂ ਸਦੀ 'ਚ ਬੈਠੇ ਹੈ। ਸੋ ਸਾਰਾ ਇਹ ਸੀਨ ਹੈਗਾ ਸਿੱਖ ਧਰਮ ਦਾ, ਤੇ ਇਹਦੇ ਵਿੱਚ ਅਸੀਂ ਗਲਤ ਕਰਨ ਸਾਨੂੰ ਸੋਚਣੀ ਚਾਹੀਦੀ। ਇਹਦੇ ਵਿੱਚ ਪਹਿਲਾਂ ਆਪਣਾ ਘਰ ਤਾਂ ਠੀਕ ਕਰ ਲਈਏ। ਕਨਵਰਸ਼ਨਾਂ ਜਿਹੜੀਆਂ ਹੁੰਦੀਆਂ ਜਾਂ ਕੁਛ ਹੈਗੇ ਉਹ ਮੇਜਰ ਇਸ਼ੂ ਨਹੀਂ ਹੈ ਮੇਰੇ ਵਾਸਤੇ। ਮੇਰੇ ਵਾਸਤੇ ਤੇ ਕਿ ਗੁਰੂ ਸਾਹਿਬਾਨ ਦੇ ਨਾਂ ਤੇ, ਗੁਰਬਾਣੀ ਦੇ ਨਾਂ ਤੇ ਮਜ਼ਹਬ ਖੜਾ ਤਾਂ ਕਰ ਲਿਆ ਹੋਇਆ, ਪਰ ਉਹ ਸੁਚਾਰੂ ਢੰਗ ਨਾਲ ਤਾਂ ਚੱਲੇ। ਉਹ ਸੁਚਾਰੂ ਢੰਗ ਨਾਲ ਨਹੀਂ ਚੱਲਿਆ ਤੇ ਸਮੱਸਿਆਵਾਂ ਤਾਂ ਹੋਣਗੀਆਂ। ਇੱਕ ਫਰਿੰਜ ਪ੍ਰੋਬਲਮ ਹੈਗੀ ਹੈ ਕਨਵਰਸ਼ਨ ਦੀ। ਮੈਂ ਜਿੱਥੋਂ ਤੱਕ ਮੇਰਾ ਪੁਆਇੰਟ। ਥੈਂਕ ਯੂ ਬਹੁਤ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਐਕਸਲੈਂਟ ਜਦੋਂ ਤੁਸੀਂ ਕਨਕਲੂਜਨ ਕੀਤਾ ਨਾ, ਉਹ ਰਿਐਲਿਟੀ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਪੇਸ਼ ਕੀਤੀ ਹੈ। ਐਂਡ ਤੁਸੀਂ ਇਹ ਕਹਿ ਗਏ ਹੋ ਵੀ ਇਹ ਕਨਵਰਜਨ ਨਾਰਮਲ ਹੈ, ਉਹ ਪਹਿਲਾਂ ਤੁਸੀਂ ਕਹਿ ਗਏ ਸੀ। ਲੇਕਿਨ ਐਟ ਦੀ ਐਂਡ ਗੱਲ ਇਹ ਆ ਕਿ ਜੇ ਅਸੀਂ ਘਰ ਵਿੱਚ ਸਿੱਖੀ ਦਾ ਪ੍ਰਚਾਰ ਸਹੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦਾ ਕਰੀਏ, ਦੈਨ ਕਨਵਰਜਨ ਵੁਡ ਨਾਟ ਹੈਪਨ। ਬਹੁਤ ਬਹੁਤ ਧੰਨਵਾਦ। ਤੇ ਆਪਾਂ ਕੋਲ ਸਰਬਜੀਤ ਸਿੰਘ ਜੀ ਸੀ ਨੈਕਸਟ। ਸਰਬਜੋਤ ਸਿੰਘ ਗਰੋਵਰ ਜੀ। ਸਰਬਜੋਤ ਸਿੰਘ ਜੀ। ਸਰਬਜੋਤ ਸਿੰਘ ਜੀ। ਸਤਿ ਕਰਤਾਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਾ all the wishes to you because ਮੈਂ ਹੁਣ ਤੱਕ ਸੁਣਿਆ ਜੀ, ਮੈਂ 3 ਸਪੀਕਰਸ ਜਿਹੜੇ ਪੁਆਇੰਟ ਆਊਟ ਕੀਤੇ ਨੇ, ਮੈਂ ਸਿਰਫ ਉਸ ਤੇ ਗੱਲ ਕਰਾਂਗਾ ਛੋਟੀ ਜੀ, ਸਿਰਫ 2 ਮਿੰਟ ਚ। ਫਸਟ ਆਈ ਹਰਡ ਤੇਜੀ ਮਲਿਕ ਜੀ, then Dr. ਗੁਰਨਾਮ ਸਿੰਘ ਜੀ from Warwick and then ਇਕਬਾਲ ਸਿੰਘ ਢਿੱਲੋਂ ਜੀ। ਮੈਂ ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਾਂਗਾ ਜੀ, ਕਿਉਂਕਿ ਮੈਂ ਟਾਈਮ ਜ਼ਿਆਦਾ ਨਹੀਂ ਲਾਂਗਾ। ਅਸੀਂ ਸ਼ੁਰੂ ਤੋਂ ਨਾ ਲਾਈਕ ਰਾਈਟ ਫਰੋਮ ਮਾਈ ਚਾਈਲਡਹੁੱਡ, ਮੈਨੂੰ ਕਿਸੇ ਨੇ ਨਹੀਂ ਸਿਖਾਇਆ ਸੀਗਾ। ਥੋੜੀ ਜਿਹੀ ਰਿਸਰਚ ਕਰਕੇ ਪਤਾ ਲੱਗਾ ਕਿ ਸਿੱਖ ਜਿਹੜਾ ਹੁੰਦਾ ਹੈ ਨਾ, ਉਹਦਾ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਅੰਦਰ, ਐਨੀ ਲੈਂਗੁਏਜ ਇਨ ਦ ਵਰਲਡ, ਉਹਦਾ ਮਤਲਬ ਕਿਤੇ ਵੀ ਪੁਜਾਰੀ ਨਹੀਂ ਹੈ। ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ। ਸਿੱਖ ਦਾ ਮਤਲਬ ਤੇ ਸਟੂਡੈਂਟ ਹੈ। ਪਰ ਮੈਂ ਜਿੱਥੇ ਜਾ ਰਿਹਾ ਵਾਂ, ਇੱਕ ਗੁਰਦੁਆਰਾ, ਮੈਂ ਉੱਥੇ ਕਿਹੜੀ ਭਾਵਨਾ ਲੈ ਕੇ ਜਾ ਰਿਹਾ, ਮੈਨੂੰ ਇਹ ਸੋਚਣਾ ਪਏਗਾ। ਮੈਂ ਕੀ ਉੱਥੇ ਪੁਜਾਰੀ ਬਣ ਕੇ ਜਾ ਰਿਹਾ, ਤੇ ਸਭ ਤੋਂ ਵੱਡੀ ਗਲਤੀ ਹੈ, ਕਿਉਂਕਿ ਇਹ ਐਜੂਕੇਸ਼ਨ ਦਾ ਘਾਟਾ ਹੈ। everything in the world ਜਦੋਂ ਵਰਸਟ ਹੁੰਦਾ ਹੈ ਤੇ ਉਹਦੇ ਪਿੱਛੇ ਸਿਰਫ ਇੱਕੋ ਇੱਕ ਰੀਜ਼ਨ ਲੱਭਦਾ ਹੈ, ਉਹ ਹੈ ਅਨਐਜੂਕੇਸ਼ਨ। ਅੱਜ ਵੀ ਅਸੀਂ ਦੇਖੀਏ, ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਕੁਛ ਨੇ ਪੁਆਇੰਟ ਆਊਟ ਕੀਤਾ ਕਿ ਤੁਸੀਂ ਕਨਵਰਜਨ ਦੀ ਗੱਲ ਕਰ ਰਹੇ ਹੋ। ਕਨਵਰਜਨ ਦਾ ਮੁੱਢਲਾ ਰੀਜ਼ਨ ਕੀ ਹੈ ਕਿ ਤੁਸੀਂ ਅੰਦਰੋਂ ਸਟਰੋਂਗ ਨਹੀਂ ਹੈਗੇ। ਦੂਸਰੀ ਗੱਲ, ਜਦੋਂ ਕੋਈ ਇੱਕ ਕਮਜ਼ੋਰ ਦੇ ਉੱਤੇ ਜਾ ਕੇ ਆਪਣੀ ਮਤਲਬ ਮਹਾਰਤ ਜਾਂ ਚੌਧਰ ਦਿਖਾਏਗਾ, ਤੇ ਉਹ ਉਹਦੇ ਤੇ ਵਿਸ਼ਵਾਸ ਕਿੱਦਾਂ ਕਰ ਲੈਂਦਾ। ਆਈ ਸਪੋਜ਼ ਤੇਜੀ ਮਲਿਕ ਜੀ ਨੇ ਤਾਂ ਬੜਾ ਵੱਡਾ ਐਗਜ਼ਾਮਪਲ ਦਿੱਤਾ ਸੀਗਾ ਕਿ ਉਹ ਜਾਦੂ ਮੰਤਰ ਜਿਹੜੇ ਹੈਗੇ ਨੇ, ਆਲ ਦੋਜ਼ ਗਿਮਿਕਸ ਐਂਡ ਗੇਮਸ, ਅਸੀਂ ਆਪਣੇ ਵਿੱਚ ਹੀ ਖੇਡਦੇ ਰਹਿੰਦੇ ਹਾਂ, ਤੇ ਦੂਜਾ ਸਾਨੂੰ ਉਹੀ ਗਿਮਿਕਸ ਐਂਡ ਗੇਮਸ ਦਿਖਾ ਕੇ ਹੀ ਆਪਣੇ ਵੱਲ ਲੈ ਜਾਏਗਾ। ਮੈਂ ਗੱਲ ਕਰਨ ਜਾ ਰਿਹਾ ਛੋਟੀ ਜੀ। ਇੱਕ ਪ੍ਰਚਾਰਕ ਇੱਕ ਸਟੇਜ ਦੇ ਉੱਤੇ ਬਹਿ ਕੇ ਉੱਥੇ ਖੜਾ ਹੋ ਕੇ ਕਹਿੰਦਾ ਜੀ ਕਿ ਜੀ ਗੁਰੂ ਨਾਨਕ ਸਾਹਿਬ ਨੇ ਉੱਥੇ ਹਰਿਦੁਆਰ ਜਾ ਕੇ ਤੇ ਗੰਗਾ ਦਾ ਜਿਹੜਾ ਪਾਣੀ ਸੀ ਉਹ ਪੁੱਠੇ ਵੱਲ ਪਾਇਆ ਤੇ ਪਖੰਡ ਤੋੜਿਆ ਉਹਨਾਂ ਨੇ ਉਹਨਾਂ ਦਾ। ਉਹੀ ਪ੍ਰਚਾਰਕ ਦੂਸਰੀ ਸਟੇਜ ਤੇ ਜਾ ਕੇ ਕਹਿੰਦਾ ਹੈ ਜੀ ਕਿ ਤੁਸੀਂ ਸਿਰਫ ਹਰਮੰਦਰ ਸਾਹਿਬ, ਮੈਂ ਖੈਰ ਹਰਮੰਦਰ ਸਾਹਿਬ ਨਹੀਂ ਕਹਿੰਦਾ, ਦਰਬਾਰ ਸਾਹਿਬ ਜਾ ਕੇ ਨਾ ਸਰੋਵਰ 'ਚ ਡੁਬਕੀ ਮਾਰ ਕੇ ਆ ਜਾਓ, ਤੁਹਾਡੇ ਸਾਰੇ ਪਾਪ ਧੁੱਲ ਜਾਂਦੇ ਨੇ। ਹੁਣ ਮੈਂ ਕੀ ਯਕੀਨ ਕਰਾਂ ਕਿ ਉਹ ਪੰਡਤ ਵੀ ਤੇ ਉੱਥੇ ਹਰਿਦੁਆਰ ਆਪਣੇ ਪਾਪ ਧੋਣੀ ਤੇ ਜਾ ਰਿਹਾ ਹੈ। ਇੱਕ ਜਗ੍ਹਾ ਤੁਸੀਂ ਕਹਿੰਦੇ ਹੋ ਜੀ ਉਹ ਪਖੰਡ ਕਰ ਰਿਹਾ ਹੈ, ਦੂਜੇ ਪਾਸੇ ਆ ਕੇ ਤੁਸੀਂ ਕਹਿੰਦੇ ਹੋ ਜੀ ਸਿਰਫ ਇੱਕ ਸਰੋਵਰ 'ਚ ਡੁਬਕੀ ਮਾਰ ਲਓਗੇ ਤੇ ਤੁਸੀਂ ਬਹੁਤ ਸਿਆਣੇ ਹੋ ਜਾਓਗੇ। ਬੈਪਟਿਜ਼ਮ ਦਾ ਜਿਹੜਾ ਵਰਡ ਯੂਜ਼ ਕੀਤਾ, ਸਾਨੂੰ ਇਹ ਸਪੈਸੀਫਿਕਲੀ ਨਹੀਂ ਯੂਜ਼ ਕਰਨਾ ਚਾਹੀਦਾ, ਕਿਉਂਕਿ ਇਸੇ ਚੀਜ਼ ਨੂੰ ਕਨਵਰਜਨ ਦਾ ਇੱਕ ਟੂਲ ਬਣਾ ਲਿਆ ਜਾਂਦਾ ਹੈ। ਹੁਣ ਗੱਲ ਕਰ ਰਿਹਾ ਵਾਂ ਮੈਂ ਇਕਬਾਲ ਸਿੰਘ ਢਿੱਲੋਂ ਜੀ ਦੀ। ਬਹੁਤ ਵਧੀਆ ਗੱਲ ਕੀਤੀ ਹੈ ਕਿ ਕਨਵਰਜਨਸ ਹੁੰਦੇ ਰਹਿਣਗੇ। ਜਿਹੜੇ ਸਾਡੇ ਵੱਲ ਹੁੰਦੇ ਨੇ ਤੇ ਅਸੀਂ ਜੈਕਾਰੇ ਲਾ ਕੇ ਬੋਲੇ ਸੋਨਿਹਾਲ, ਸਤਿ ਸ਼੍ਰੀ ਅਕਾਲ ਹੈ ਜੀ, ਗੋਰਾ ਸੀ ਹੈ ਸਿੱਖ ਬਣ ਗਿਆ, ਹੈ ਜੀ ਕਾਲਾ ਸੀ ਹੈ ਸਿੱਖ ਬਣ ਗਿਆ। ਅਗਰ ਅਸੀਂ ਆਪਣੇ ਘਰ ਦੀਆਂ ਕੰਧਾਂ ਨੂੰ, ਦੀਵਾਰਾਂ ਨੂੰ ਅੰਦਰੋਂ ਮਜ਼ਬੂਤ ਨਹੀਂ ਰੱਖਾਂਗੇ, ਅਸੀਂ ਆਪਣੀ ਘਰ ਦੀਆਂ ਦੀਵਾਰਾਂ ਨੂੰ ਅੰਦਰੋਂ ਤੋੜਾਂਗੇ, ਤੇ ਬਾਹਰ ਬੈਠਾ ਹੋਇਆ ਜਿਹੜਾ ਦੁਸ਼ਮਣ ਹੈ, ਮੈਂ ਉਸਨੂੰ ਦੁਸ਼ਮਣ ਕਹਾਂਗਾ, ਉਹ ਅਗਰ ਅਟੈਕ ਕਰ ਰਿਹਾ ਤੇ ਉਹਦਾ ਦੋਸ਼ ਨਹੀਂ ਹੈ। ਅਸੀਂ ਆਪਣੇ ਘਰ ਦੇ ਤਾਲੇ ਹੀ ਇੰਨੇ ਕਮਜ਼ੋਰ ਰੱਖੇ ਹੋਏ ਨੇ। ਸਿਰਫ ਗੱਲ ਇੱਕ ਫਾਈਨੈਂਸ਼ੀਅਲ ਔਰ ਇੱਕ ਸੋਸ਼ਲ ਸਟੇਟਸ ਦੀ ਨਹੀਂ ਹੈ। ਸਾਨੂੰ ਐਜੂਕੇਸ਼ਨ ਦੇ ਉੱਤੇ ਮੇਜਰ ਫੋਕਸ ਦੇਣਾ ਪਏਗਾ। ਸਾਨੂੰ ਸਮਝਾਉਣਾ ਪਏਗਾ ਸਾਰੇ ਬੱਚਿਆਂ ਨੂੰ ਸ਼ੁਰੂ ਤੋਂ। ਅੱਜ ਜਿਹੜੇ ਮੁੱਢ ਟੇਢੇ ਹੋ ਗਏ ਨੇ, ਅਸੀਂ ਉੱਤੇ ਫੋਕਸ ਨਾ ਕਰੀਏ। ਉਹ ਜਿਹੜੀਆਂ ਕੋਮਲ ਲਤਾਵਾਂ ਨੇ, ਉਹਨਾਂ ਦੇ ਨਾਲ ਇੱਕ ਗੁਰਮਤ ਦੀ ਐਜੂਕੇਸ਼ਨ ਦੀ ਫੱਟੀ ਬਣਦੀ ਹੈ ਤੇ ਦੱਸ ਦਈਏ ਕਿ ਸਿੱਖ ਦਾ ਮਤਲਬ ਕਿਸੇ ਵੀ ਭਾਸ਼ਾ ਦੇ ਅੰਦਰ ਪੁਜਾਰੀ ਨਹੀਂ ਹੈ। ਅਸੀਂ ਪੁਜਾਰੀ ਨਹੀਂ, ਅਸੀਂ ਸਟੂਡੈਂਟ ਹੈਗੇ ਹਾਂ।
दूसरी गल है समझा दी है कि गुरुद्वारा भी डोरवे ऑफ नॉलेज है, वो कोई पूजा का स्थान नहीं है। ਅਸੀਂ ਉੱਥੇ ਪੂਜਾ ਕਰਨ ਨਹੀਂ ਜਾਂਦੇ, ਅਸੀਂ ਸਿੱਖਣ ਜਾਂਦੇ ਆ। ਜਿਹੜੇ ਪ੍ਰਬੰਧਕ ਨੇ ਉਹੀ ਸਾਨੂੰ ਪੂਜਾ ਕਰਨ ਲਾ ਦਿੰਦੇ ਨੇ। ਜਿਸ ਤਰ੍ਹਾਂ ਦੀਆਂ ਗੱਲ ਹੁਣੇ ਭਾਈ ਸਾਹਿਬ ਨੇ ਕੀਤੀਆਂ ਸੀਗੀਆਂ ਕਿ ਅਸੀਂ ਵੀ ਢੋਲਕੀਆਂ ਛੈਣੇ ਵਜਾ ਕੇ ਬੜਾ ਵੱਡਾ ਇੱਕ ਡੰਬਰ ਲਾ ਦਿੰਦੇ ਆ, ਮਿਊਜ਼ਿਕ ਕੰਨ ਰਸ ਉਹਨਾਂ ਨੂੰ ਅਟਰੈਕਟ ਕਰਨ ਵਾਸਤੇ। ਉਹਦੀ ਬਜਾਏ ਅਗਰ ਬਚਪਨ ਤੋਂ ਬੱਚੇ ਨੂੰ ਸਿਖਾਇਆ ਜਾਵੇ ਕਿ ਯੂ ਆਰ ਅ ਸਿੱਖ ਐਂਡ ਯੂ ਆਰ ਅ ਸਟੂਡੈਂਟ, ਯੂ ਆਰ ਹੇਅਰ ਟੂ ਲਰਨ। ਐਜੂਕੇਸ਼ਨ ਦੀ ਉਹਨੂੰ ਸਭ ਤੋਂ ਜ਼ਿਆਦਾ ਲੋੜ ਹੈ ਜਦੋਂ ਉਹਦਾ ਆਪਣਾ ਮਨ ਅੰਦਰੋਂ ਸਟਰੋਂਗ ਹੋਏਗਾ। ਆਮ ਨਾਟ ਟਾਕਿੰਗ ਓਨਲੀ ਅਬਾਊਟ ਗੁਰਮਤ, ਬਟ ਉਹਨੂੰ ਇੱਕ ਸੋਸ਼ਲ ਔਰ ਇੱਕ ਪ੍ਰੈਕਟੀਕਲ ਐਜੂਕੇਸ਼ਨ ਦੀ ਵੀ ਲੋੜ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਮੇਂ-ਸਮੇਂ ਤੇ ਆਪਣੇ ਉੱਤੇ ਹੰਡਾ ਕੇ ਚੀਜ਼ਾਂ ਦੱਸੀਆਂ ਨੇ ਕਿ ਸਿੱਖੀ ਦਾ ਜਿਹੜਾ ਮਾਰਗ ਹੈ, ਇਸ ਨੂੰ ਜੇ ਤੁਸੀਂ ਧਰਮ ਕਰਕੇ ਹੋਰ ਅਡੰਬਰਾਂ ਨਾਲ ਬੰਦ ਹੋਗੇ ਤੇ ਤੁਸੀਂ ਕਦੀ ਕਾਮਯਾਬ ਨਹੀਂ ਹੋਵੋਗੇ। ਦਿਸ ਇਜ਼ ਅ ਵੇ ਆਫ ਨੌਲੇਜ। ਇੱਥੇ ਆ ਕੇ ਸਿੱਖੋ। ਇੱਥੇ ਕੁਦਰਤ ਦੀ ਗੱਲ ਕੀਤੀ ਹੈ, ਇੱਥੇ ਕਦੀ ਵੀ ਤੁਹਾਨੂੰ ਪੂਜਾ ਨਹੀਂ ਕਰਵਾਈ ਗਈ। ਸਾਨੂੰ ਸਿਰਫ ਇਸ ਬੇਸਿਕ ਸਿੱਖੀ ਤੋਂ, ਜਿਹੜੀ ਬੇਸਿਕ ਸਟੈਪ ਤੋਂ ਸ਼ੁਰੂ ਕਰਨ ਦੀ ਆਦਤ ਹੈ ਕਿ ਸਾਨੂੰ ਸਿੱਖ ਔਰ ਗੁਰਦੁਆਰਾ ਦਾ ਮਤਲਬ ਕਲੈਰੀਫਾਈ ਕਰਨਾ ਪਏਗਾ ਸਾਰਿਆਂ ਨੂੰ। ਬਾਕੀ ਸੋਲੂਸ਼ਨ ਇਜ਼ ਓਨਲੀ ਐਜੂਕੇਸ਼ਨ ਐਜ਼ ਪਰ ਮੀ, ਕਿਉਂਕਿ ਲੰਗਰ ਕਿਸੇ ਨੂੰ ਤੁਸੀਂ ਇੱਕ ਵੇਲੇ ਦਾ ਦੇ ਦੋਗੇ, ਪੈਸੇ ਕਿਸੇ ਬੱਚੇ ਦੀ ਸਕੂਲ ਦੀ ਫੀਸ ਦੇ ਇੱਕ ਵਾਰੀ ਦੇ ਦੋਗੇ, ਪਰ ਉਹਨੂੰ ਸક્ષਮ ਬਣਾਉਣ ਵਾਸਤੇ ਉਹਨੂੰ ਐਜੂਕੇਟ ਕਰਨਾ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿਤਾਬਾਂ 'ਚ ਪੜ੍ਹੀ ਲਿਖੀ। ਜਦੋਂ ਤੁਸੀਂ ਗੱਲ ਕਰਦੇ ਹੋ ਵੰਡ ਛਕਣ ਦੀ, ਸਿਰਫ ਲੰਗਰ ਤੱਕ ਸੀਮਿਤ ਨਾ ਰਹੋ। ਆਪਣੇ ਰਿਸੋਰਸਿਸ, ਆਪਣੀ ਨੌਲੇਜ ਔਰ ਆਪਣਾ ਬਿਜ਼ਨਸ ਵੀ ਸਾਰਿਆਂ ਨਾਲ ਸ਼ੇਅਰ ਕਰਨਾ ਸਿੱਖੋ ਜੀ। ਬਸ ਇੰਨੀ ਕੁ ਮੈਂ ਗੱਲ ਬੇਨਤੀ ਕਰਦਾ। ਮੈਨੂੰ ਪਤਾ ਹੈ ਕਿ ਟਾਈਮ ਦੀ ਜਿਹੜੀ ਕਮੀ ਹੈ, ਉਹਦੇ ਵਿਚਕਾਰ ਮੈਂ ਜ਼ਿਆਦਾ ਹੋਰ ਲੰਬੀ ਗੱਲ ਨਹੀਂ, ਕਿਉਂਕਿ ਇਹ ਟੌਪਿਕ ਬਹੁਤ ਲੰਬਾ ਹੈ ਤੇ 2 ਘੰਟੇ ਵੀ ਬੋਲਿਆ ਜਾਵੇ ਤੇ ਬਹੁਤ ਘੱਟ ਹੈ ਜੀ। ਥੈਂਕਸ ਅ ਲੋਟ ਫॉर ਯੂ। ਥੈਂਕ ਯੂ ਆਲ ਫॉर ਗਿਵਿੰਗ ਮੀ ਐਨ ਅਪੋਰਚੁਨਿਟੀ। ਥੈਂਕਸ ਅ ਲੋਟ। ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਗੁਰਜੋਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਥੋੜੇ ਸਮੇਂ ਦੇ ਵਿੱਚ ਬਹੁਤ ਹੀ ਸੋਹਣੀਆਂ ਗੱਲਾਂ ਐਂਡ ਐਗਜ਼ੈਕਟਲੀ ਟੂ ਦ ਪੁਆਇੰਟ ਕਰ ਗਏ ਹੋ ਕਿ ਰੀਅਲੀ we need to be emphasizing education. Thank you so much. And of course ਸਾਡੇ ਹੋਰ ਵੀਰਾਂ ਨੇ ਨਾਲੇ ਵੀ ਕਿਹਾ ਕਿ ਸਿਰਫ ਤੇ ਸਿਰਫ ਗੁਰਬਾਣੀ ਦੀ ਐਜੂਕੇਸ਼ਨ ਨਾਲ ਨਹੀਂ, ਥਿਓਲੋਜੀ ਦੇ ਕਰਕੇ ਨਹੀਂ ਲੋਕੀ ਜਾ ਰਹੇ, ਲੋਕੀ other reasons ਕਰਕੇ ਜਾ ਰਹੇ। ਬਈ ਇਸ ਵੇਲੇ my apology to everybody else, we have about 8 more speakers plus I have a hand up from ਸਰਦਾਰ ਗੁਰਿੰਦਰ ਸਿੰਘ ਜੀ। ਬੇਨਤੀ ਹੈ ਕਿ ਆਪ ਸਾਰਿਆਂ ਨੂੰ, ਇਸ ਵੇਲੇ ਅਸੀਂ 15 ਮਿੰਟ ਓਵਰ ਚਲੇ ਗਏ ਆ ਐਲੋਕੇਟਡ ਟਾਈਮ ਨਾਲੋਂ। ਆਪ ਸਾਰਿਆਂ ਨੂੰ ਅਗਲੇ ਹਫਤੇ we're scheduling the same session next week, and everyone who has not gotten the opportunity today will be given the priority on that day. ਸਾਡੇ ਕੋਲ ਉਹਦੇ ਲਈ ਵੀ ਨੌਨ ਸਪੀਕਰ ਹੈਗੇ ਆ। ਸੋ ਥੈਂਕ ਯੂ ਸੋ ਮਚ। ਇਸ ਵੇਲੇ ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹੁਣ ਜਿਨ੍ਹਾਂ ਸਪੀਕਰਾਂ ਨੇ ਜਿਹੜੇ ਵਿਚਾਰ ਸਾਂਝੇ ਕੀਤੇ ਹੈ, ਜੇ ਆਪ ਜੀ ਨੂੰ ਕਿਸੇ ਵੀ ਗੱਲ ਤੇ ਕੋਈ ਕਮੈਂਟ ਹੈ ਜਾਂ ਕਿਸੇ ਸੋਲੂਸ਼ਨ ਪ੍ਰੈਜ਼ੈਂਟਡ ਦੇ ਉੱਤੇ ਕੋਈ ਸਵਾਲ ਹੈ, ਪਲੀਜ਼ ਆਪ ਜੀ ਕੋਲ ਸਵਾਲ ਪੁੱਛਣਾ ਤੇ ਬੀ ਪ੍ਰੀਸਾਈਜ਼, ਆਸਕ ਦ ਕੁਐਸਚਨ and that particular speaker would give the answer. ਜੇ ਤੁਸੀਂ ਕੋਈ comment ਕਰਨਾ, your limit is time 2 minutes, and if Sadar Gurinder Singh ji, you would want to make a comment, you're welcome. Anyone, any question or comment? ਹੱਥ ਖੜਾ ਕਰ ਦਿਓ so we can send you a unmute message. May I say something? Haji, yes, Teji Saab. Hanji. See, the problem is not outside, it's within our Sikhi. ਹੁਣ ਅਸੀਂ ਜਾਵਾਂਗੇ ਨਾ ਪਰਿਕਰਮਾ ਹਰਮੰਦਰ ਸਾਹਿਬ ਜਾਵਾਂਗੇ, ਦਰਬਾਰ ਸਾਹਿਬ ਜਾਂਦੇ ਆ, ਉੱਥੇ ਬੇੜੀ ਸਾਹਿਬ ਦੇ ਕੋਲ, ਸਰੋਵਰ ਦੇ ਕੋਲ, ਹਾਂਜੀ ਇੱਥੇ ਤੇ ਜੀ ਜਿਹੜੇ ਹੈਗੇ ਨੇ ਲੈਪਰਸ ਉਹ ਠੀਕ ਹੋ ਜਾਂਦੇ ਨੇ, ਜਿਹੜੇ ਕਾਂ ਨੇ ਉਹ ਹੰਸ ਬਣ ਜਾਂਦੇ ਨੇ। So we are changing, that is a metaphor. Using the mind is like the black as crow and can whiten itself, purify itself, not taking dip in the Gurdwara, in the Sarovar, but by understanding and practicing Gurbani with others. It's Mil Saath Sangat Pajkebal Naam. What is Naam? Naam is in the works. It is not parroting. It is more than that. It is Sikhi. Naam is what Sikhi is. Whatever we do in our business, in our work, as students, as businessmen, as teachers, whatever, this is a Naam.
We do this. This is all about the works, but we have to change ourselves. We have to change all the banners in the parikrama which are offering miracles. Once if we don't, because Christian missionaries are copying us, as we have copied them for miracles. So we have to stop that. Thank you very much. ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਲਕ ਸਾਹਿਬ। ਤੁਸੀਂ ਇਹ ਕਹਿ ਗਏ ਹੋ ਕਿ ਬਈ ਸਾਨੂੰ ਸਿੱਖੀ ਜਿਹੜੀ ਆ ਉਹਦੀ ਜੇ wording ਵੀ understand ਆ ਜਾਏ ਤੇ ਬਹੁਤ ਚੰਗਾ, because what we are using is similar verbiage except meaning is different and we are making it miraculous. ਬਹੁਤ ਬਹੁਤ ਧੰਨਵਾਦ। Anybody else have a question on any of the proposed solutions? ਵੀਰ ਜੀ ਮੈਂ ਥੋੜਾ ਜਿਹਾ ਇਹ ਲਾਸਟ ਪੁਆਇੰਟ ਤੇ ਹੋਣਾ ਸੀਗਾ ਪਾਸੀ ਸਾਹਿਬ। ਹਾਂਜੀ, ਔਰ ਮੈਂ ਪਿੱਛੇ ਇੱਕ ਆਰਟੀਕਲ ਵੀ ਲਿਖੀ ਸੀ, ਸ਼ਾਇਦ ਤੁਸੀਂ ਪੜ੍ਹੀ ਵੀ ਹੋਊਗੀ। ਆ ਜਿਹੜੀ ਮਿਰੇਕਲਸ ਆ ਨਾ, ਵੈਸੇ ਇਹਨਾਂ ਦਾ ਜਿਹੜਾ ਸੇਲਸ ਪਿਚ ਇਹੀ ਆ ਵੀ ਅਸੀਂ ਮਿਰੇਕਲਸ ਪਰਫਾਰਮ ਕਰਦੇ ਸਟੇਜ ਦੇ ਉੱਪਰ, ਔਰ ਡਰਾਮਾ ਰਚਾਉਂਦੇ ਆ। ਹਾਂਜੀ, ਤੁਸੀਂ ਦੇਖਿਆ ਹੀ ਆ ਕਿੱਦਾਂ ਇੱਥੇ ਟੈਲੀਵਿਜ਼ਨ ਗੋਡ ਚੈਨਲਸ ਤੇ ਵੀ ਹੁੰਦਾ, ਇੱਥੇ ਅਮਰੀਕਾ ਦੇ ਵਿੱਚ ਦੇ ਇਵਾਂਜੈਲਿਕਲ ਚਰਚਿਸ ਵੀ ਕਰਦੇ ਆ। ਬਟ ਇਟਸ ਅ ਫੈਂਟੈਸਟਿਕ ਸੇਲਸ ਪਿਚ, we have to admit that. Now, actually what happens in the Darbar Sahib is the similar thing. That's why hundreds of thousands of people go there every day, not to learn about Gurmat, but to have some minor miracle performed for them. Let's be honest. And that's why it draws many non-Sikhs. So the problem for us is, do we then just replicate that model? Do we, if we want Ginti di gal liya, then we should turn all our good stans into miracle places. Ginti ho jogi. Or do we say, no, this is the antithesis of Sikhi, in which case we can't stop people going for these solutions. On ithe lottery kinne loki bharde a, thode America te Europe da lottery bahut bharde a. Or statistically you have more chance of dying even before you collect a win than actually winning the lottery. ਹੁਣ ਇਹਨਾਂ ਨੂੰ ਆਪਾਂ ਇਹਦਾ ਬਰੀਕੀ ਚ ਗੱਲ ਕਰੀਏ ਤਾਂ ਉਹ ਕਹਿੰਦੇ ਕੀ ਹੈ ਤੁਸੀਂ ਦੱਸਦੇ। ਸੋ ਵੀ ਹੈਵ ਅ ਪ੍ਰੋਬਲਮ ਹੇਅਰ। ਆਈ ਥਿੰਕ ਦ ਸੋਲੂਸ਼ਨ ਇਜ਼ ਜਿਹੜੇ ਲੱਖ 1.5 ਲੱਖ ਐਵਰੀ ਡੇ ਦਰਬਾਰ ਸਾਹਿਬ ਦੇ ਵਿੱਚ ਜਾਂਦਾ, ਆਪਾਂ ਕਿਉਂ ਉਹਨਾਂ ਨੂੰ ਪਾਸੇ ਦੇ ਬਿਠਾ ਕੇ ਤਾਂ ਗੁਰਮਤ ਦੇ ਬਾਰੇ ਦੱਸੀਏ। ਇਹ ਕੰਡੀਸ਼ਨ ਲੱਗਦੀ ਹੈ ਜੇ ਤੁਸੀਂ ਦਰਬਾਰ ਸਾਹਿਬ ਚਾਹਣਾ ਤਾਂ ਤੁਹਾਨੂੰ ਅੱਧੇ ਘੰਟੇ ਦਾ ਜਾਂ ਉੱਥੇ ਕਲਾਸ ਲਾਉਣੀ ਪਊਗੀ ਤੁਹਾਨੂੰ ਗੁਰਮਤ ਦੇ ਬਾਰੇ। ਵਾਈ ਡੂ ਵੀ ਡੂ ਦੈਟ? ਹਾਂਜੀ, ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਬੜਾ ਤਕੜਾ ਕਮੈਂਟ ਹੈ। And you are all emphasizing education, and not only in one place, but whichever way we can. Gurdwara da function here, education hai. Bahut dhanwad. Who would want to share their views? Gurinder Singh ji, if you want to take a couple minutes, you are welcome to. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਕਾਫੀ ਪੁਆਇੰਟਸ ਕਵਰ ਹੋਏ ਨੇ, ਇੱਕ ਪੁਆਇੰਟ ਹੋਰ ਮੈਂ ਨਾਲ ਹੀ ਸਾਰਾ ਜੁੜਿਆ ਹੋਇਆ ਹੈ। ਸਾਡੇ ਜਿਹੜੇ ਪ੍ਰਚਾਰਕ ਹੈ, ਉਹ ਪ੍ਰਚਾਰਕ ਡਿਫਰੈਂਟ ਤਰੀਕੇ ਨਾਲ ਪ੍ਰਚਾਰ ਕਰਦੇ ਆ। ਇੱਕ ਪੁਆਇੰਟ ਦੇ ਉੱਤੇ 10 ਪ੍ਰਚਾਰਕਾਂ ਦੇ 10 ਪੁਆਇੰਟ ਆਫ ਵਿਊਜ਼ ਨੇ। ਸਾਡੇ ਕੋਲ ਕੋਈ ਵੀ ਆਰਗੇਨਾਈਜੇਸ਼ਨ ਜਾਂ ਕੋਈ ਵੀ ਅਥਾਰਟੀ ਐਸੀ ਨਹੀਂ ਹੈ ਜਿਹੜੀ ਇਹ ਪੁਆਇੰਟ ਆਊਟ ਕਰ ਸਕੇ ਕਿ ਇਹ ਵਾਲੇ ਪ੍ਰਚਾਰਕ ਗਲਤ ਹੈ ਜਾਂ ਪ੍ਰਚਾਰਕਾਂ ਨੂੰ ਬਲੈਕਲਿਸਟ ਕੀਤਾ ਜਾ ਸਕੇ। ਸੋ ਮੇਰਾ ਪੁਆਇੰਟ ਹੈ ਕਿ ਸਾਨੂੰ ਪ੍ਰਚਾਰਕ ਬਲੈਕਲਿਸਟ ਕਰਨ ਵਾਲੀ ਅਥਾਰਟੀ ਜਾਂ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਚਾਹੀਦੀ ਹੈ, ਕਿਉਂਕਿ ਹਰ ਪ੍ਰਚਾਰਕ ਕੋਈ ਕਹਿੰਦਾ ਮੈਂ ਸੂਰਜ ਪ੍ਰਕਾਸ਼ ਗ੍ਰੰਥ ਚੋਂ ਹਵਾਲਾ ਲਿੱਤਾ, ਮੈਂ ਫਲਾਣੇ ਗ੍ਰੰਥ ਚੋਂ ਹਵਾਲਾ ਲਿੱਤਾ। ਸੋ ਕੋਈ ਵੀ ਆਰਗੇਨਾਈਜੇਸ਼ਨ ਇਸ ਲੈਵਲ ਤੇ ਨਹੀਂ ਆਈ ਜਿਹੜੀ ਡਿਮਾਰਕੇਟ ਕਰਕੇ ਟੈਬੂਲਰ ਫਾਰਮ ਚ ਦੱਸ ਸਕੇ ਕਿ ਆ ਜਿਹੜੀਆਂ ਸੂਰਜ ਪ੍ਰਕਾਸ਼ ਇਹ ਸਾਖੀਆਂ ਲਿਖੀਆਂ ਗਲਤ ਆ, ਇਹਨਾਂ ਨੂੰ ਛੱਡ ਦਿਓ। ਆਪਾਂ ਇੰਨਾ ਕੁ ਕਨਫਿਊਜ਼ ਕੀਤਾ ਹੋਇਆ ਸੰਗਤ ਨੂੰ, ਜਿਹੜੀ ਮਿਡਲ ਲੈਵਲ ਦੀ ਸੰਗਤ ਹੈ। ਬੜੇ ਲੋਕੀ ਐਸੇ ਨੇ ਜਿਹੜੇ ਗੁਰਦੁਆਰੇ ਜਾਂਦੇ ਨੇ, ਉਹ ਬਹੁਤ ਵਿਸ਼ਵਾਸ ਕਰਦੇ ਨੇ ਗੁਰੂ ਘਰ, ਬਟ ਗੁਰਬਾਣੀ ਦਾ ਗਿਆਨ ਨਹੀਂ ਹੈ। ਗੁਰਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਸਵੇਰੇ ਪਾਠ ਵੀ ਕਰਦੇ ਹਾਂ। ਉਹ ਕਿਉਂ ਗੁਰਬਾਣੀ ਵੱਲ, ਗਿਆਨ ਵੱਲ ਨਹੀਂ ਜਾਂਦੇ? ਕਹਿੰਦੇ ਯਾਰ ਇੱਕ ਪ੍ਰਚਾਰਕ ਕੁਛ ਕਹਿੰਦਾ, ਦੂਸਰਾ ਕੁਛ ਕਹਿੰਦਾ, ਤੀਸਰਾ ਕੁਛ ਕਹਿੰਦਾ, ਅਸੀਂ ਤਾਂ ਸਿਰਫ ਪਾਠ ਕਰਦੇ ਹਾਂ, ਅਸੀਂ ਹੋਰ ਕੁਛ ਨਹੀਂ ਕਰਦੇ। ਸੋ ਇਹ ਪੁਆਇੰਟ ਸਾਨੂੰ ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਵੱਡੀਆਂ, ਸਾਨੂੰ ਇਸ ਪੁਆਇੰਟ ਤੇ ਸੋਚਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Gurinder Singh ji, ਆਪ ਜੀ ਦਾ ਬਹੁਤ ਬਹੁਤ ਧੰਨਵਾਦ। You have brought up a new point, ਇੱਕ ਵੱਖਰਾ ਪੁਆਇੰਟ ਤੁਸੀਂ ਲੈ ਕੇ ਆਏ ਹੋ, ਔਰ ਬਹੁਤ ਹੀ ਚੰਗਾ। ਲੈਟ ਮੀ ਮੇਕ ਅ ਕਮੈਂਟ ਕਿ ਆ ਜਿਹੜੇ ਸੈਮੀਨਾਰ ਸ਼ੁਰੂ ਕੀਤੇ ਆ ਨਾ, ਇਹਨਾਂ ਦਾ ਮੇਨ ਮਕਸਦ ਜੋ ਤੁਸੀਂ ਕਿਹਾ ਉਹੀ ਹੈ ਕਿ ਅਸੀਂ ਸਕਾਲਰਸ ਕੋਲੋਂ, ਸਿੱਖੀ ਸਕਾਲਰਸ ਕੋਲੋਂ ਗੁਰਬਾਣੀ ਦੀ ਜਿਹੜੀ ਉਹ ਭਾਵ ਜਿਹੜਾ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਇੰਟੈਂਡਡ ਹੈਗਾ, ਆਪਾਂ ਉਹ ਲੱਭੀਏ। ਉਹ ਲੱਭ ਕੇ ਸਾਰਿਆਂ ਦੇ ਨਾਲ ਸਾਂਝਾ ਪਾਈਏ ਪਏ ਵੱਖਰੇ ਵੱਖਰੇ ਸਬਜੈਕਟ ਤੇ ਸਕਾਲਰ ਦਾ ਕੀ ਵਿਚਾਰ ਹੈ ਕਿ ਗੁਰੂ ਨਾਨਕ ਸਾਹਿਬ, what did Guru Nanak Sahib intend on that subject?
And that is what the whole purpose of these seminars are. And thank you so much for bringing it up. Sadar Gurpreet Singh ji, aap ji da haath khada hai. ਵਾਹਿ ਖਾਲਸਾ ਵਾਹਿ ਜੀ ਕੀ ਫਤਿਹ। ਜੋ ਪ੍ਰੈਜੈਂਟੇਸ਼ਨ ਵਿੱਚ ਸਾਰਿਆਂ ਨੇ ਬਹੁਤ ਹੀ ਸੋਹਣੇ ਵਿਚਾਰ ਰੱਖੇ ਤੇ ਜ਼ਿਆਦਾਤਰ ਸਭ ਨੇ ਇੰਟਰਨਲ ਫੈਕਟਰਸ ਉੱਤੇ ਗੱਲ ਕੀਤੀ ਤੇ ਮੈਨੂੰ ਲੱਗਦਾ ਹੈ ਕਿ ਇਸ ਇਸ਼ੂ ਜਿਹੜਾ ਅੱਜ ਅਸੀਂ ਲੈ ਕੇ ਚੱਲ ਰਹੇ ਨਾ ਇਹਦੇ ਵਿੱਚ ਐਕਸਟਰਨਲ ਫੈਕਟਰ ਬਹੁਤ ਵੱਡਾ ਹੈ, ਇੰਪੋਰਟੈਂਟ ਪਲੇ ਕਰ ਰਿਹਾ ਰੋਲ, ਜਿਹਦੇ ਉੱਤੇ ਬਹੁਤੀ ਗੱਲ ਨਹੀਂ ਹੋਈ। ਸੋ ਮੈਂ ਉਹਦੇ ਬਾਰੇ ਥੋੜੀ ਦੱਸਣਾ ਚਾਹੂੰਗਾ ਕਿ ਐਕਸਟਰਨਲ ਫੈਕਟਰਸ ਇਹ ਨੇ ਕਿ ਇਸ ਸਮੇਂ ਸਟੇਟ ਦੇ ਵੱਲੋਂ ਬਾਬਾ ਨੂਮਾ ਜਿਹੜਾ ਹੈਗਾ ਬਾਬਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਉਹਨਾਂ ਨੂੰ ਇੰਪਿਊਨਿਟੀ ਮਿਲੀ ਹੋਈ ਹੈ ਲੂਟ ਕਰਨ ਦੀ, ਉਹਨਾਂ ਨੂੰ ਇੰਪਿਊਨਿਟੀ ਮਿਲੀ ਹੋਈ ਹੈ ਲੈਂਡ ਮਾਫੀਆ ਆਪਣਾ ਜ਼ਮੀਨਾਂ ਹੜਪਣ ਦੀ, ਤਾਂ ਕਿ ਉਹ ਅਲਟੀਮੇਟਲੀ ਜਿਹੜੇ ਅੱਜ ਜਿਹੜਾ ਕ੍ਰਿਸਚਨ ਮਿਸ਼ਨਰੀ ਅਸੀਂ ਦੇਖ ਰਹੇ ਹਾਂ ਨਾ, ਉਹ ਵਾਲਾ ਜੋ ਪੁਰਾਣਾ ਗੁਰਦਾਸਪੁਰ ਬਟਾਲਾ ਵਾਲਾ ਅੱਜ ਤੋਂ 30-40 ਸਾਲ ਪੁਰਾਣਾ ਵਾਲਾ ਨਹੀਂ ਹੈਗਾ। ਇਹ ਹੈਗੇ ਨੇ ਬਾਬਾ ਨੂਮਾ ਕ੍ਰਿਸਚਨ ਮਾਡਲ, ਐਗਜ਼ੈਕਟਲੀ ਉਸੇ ਮਾਡਲ ਤੇ ਚੱਲ ਰਹੇ ਨੇ ਜਿਹੜੇ ਬਾਬੇ ਖੜੇ ਕੀਤੇ ਜਾਂਦੇ ਨੇ। ਬਸ ਫਰਕ ਇੰਨਾ ਕਿ ਇਹਨਾਂ ਨੇ ਆਪਣੇ ਨਾਲ ਪਾਸਟਰ ਤੇ ਉਹ ਪ੍ਰੋਫਿਟ ਲਾਇਆ ਹੋਇਆ। ਇਹ ਹਰ ਕੋਈ ਬੰਦਾ ਇਹ ਸਟੇਟ ਦੇ ਵੋਟ ਬੈਂਕ ਤਿਆਰ ਕਰਦਾ ਹੈ। ਤੁਹਾਨੂੰ ਬੜੀ ਹੈਰਾਨੀ ਹੋਏਗੀ ਇਹ ਗੱਲ ਦੇਖ ਕੇ ਕਿ ਅੱਗੇ ਹਿੰਦੂਤਵ ਵੀ ਜਿਹੜੇ ਇਹਨਾਂ ਦੇ ਜਿਹੜੇ ਡੇਰਿਆਂ ਦੇ ਆ ਜਾ ਕੇ ਇਹਨਾਂ ਨੂੰ ਪਿੱਟਦੇ ਨੇ, ਇਹਨਾਂ ਨੂੰ ਜਾ ਕੇ ਇਹਨਾਂ ਦੀ ਮਾਰਕੁੱਟ ਹੁੰਦੀ ਹੈ। ਉਸ ਦੇ ਬਾਵਜੂਦ ਜਿਹੜੇ ਬਾਬੇ ਨੇ ਉਹ ਬੀਜੇਪੀ ਦਾ ਉਹ ਪ੍ਰੋਫੈਸੀਜ਼ ਕਰਦੇ ਨੇ ਕਿ ਮੋਦੀ ਜਿਹੜਾ ਅਗਲੀ ਵਾਰੀ ਜਿੱਤੇਗਾ। ਦੈਟ ਮੀਨਸ ਕਿ ਵੀ ਇਹ ਬਹੁਤ ਹੀ ਅੱਛਾ। ਔਰ ਦੂਸਰਾ ਜਿਹੜਾ ਐਕਸਟਰਨਲ ਫੈਕਟਰ ਹੈਗਾ, ਅਸੀਂ ਬੜੇ ਆਸਾਨੀ ਨਾਲ ਇਹ ਤੇ ਕਹਿ ਦਿੰਦੇ ਕਿ SGPC ਦੇ ਗੁਰਦੁਆਰੇ ਅੱਛੇ ਨਹੀਂ, ਅਸੀਂ ਸਕੂਲ ਅੱਛੇ ਨਹੀਂ ਹੈਗੇ, ਹੈਲਥ ਐਜੂਕੇਸ਼ਨ ਅੱਛੇ ਨਹੀਂ, ਪਰ ਪ੍ਰਾਈਮ ਰਿਸਪੌਂਸਿਬਿਲਿਟੀ ਹੈਲਥ ਐਂਡ ਐਜੂਕੇਸ਼ਨ ਦੀ ਗਵਰਨਮੈਂਟ ਦੀ ਹੁੰਦੀ ਹੈ, ਸਰਕਾਰ ਦੀ ਹੈ। ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਫੇਲ ਹੋ ਰਹੀ ਹੈ। ਸਰਕਾਰੀ ਸਕੂਲ ਬੰਦ ਹੋ ਰਹੇ ਨੇ, ਪ੍ਰਾਈਵੇਟ ਸਕੂਲਸ ਦੀ ਐਜੂਕੇਸ਼ਨ ਕਾਸਟਲੀ ਹੋ ਰਹੀ ਹੈ। ਇਹਨਾਂ ਵਾਸਤੇ ਓਪਰਚੁਨਿਟੀਜ਼ ਬਹੁਤ ਜ਼ਿਆਦਾ ਵੱਧ ਗਈਆਂ ਨੇ ਟੂ ਫਰਦਰ ਐਕਸਪਲੋਇਟ ਦ ਪੋਪੂਲੇਸ਼ਨ ਮਾਸਸ। ਇਨਕੁਐਲਿਟੀ ਵੱਧ ਰਹੀ ਹੈ। ਇਨਕੁਐਲਿਟੀ ਵੱਧ ਰਹੀ ਹੈ ਮਤਲਬ ਕਿ ਅਸੀਂ ਸਿੱਖ, ਇੱਕ ਆਮ ਸਿੱਖ ਕਿੱਥੇ ਤੱਕ ਉਸ ਚੀਜ਼ ਨੂੰ ਇੰਟਰਫੇਅਰ ਕਰ ਪਾਵਾਂਗੇ। ਇਹ ਇੱਕ ਬੜਾ ਵੱਡਾ ਪੂਰਾ ਇਹਦੇ ਵਿੱਚ ਇਹ ਜਿਹੜਾ ਮਾਡਲ ਹੈ ਕ੍ਰਿਸਚਨ ਮਾਡਲ, ਇਹ ਜੋ ਪ੍ਰੋਪਰ ਬ੍ਰਾਹਮਣਿਕਲ ਮਾਡਲ ਆ ਉਹਦੇ ਅੰਦਰ ਫਿੱਟ ਬੈਠ ਰਿਹਾ। ਔਰ ਤੁਹਾਨੂੰ ਇੱਕ ਹੋਰ ਚੀਜ਼ ਮੈਂ ਦੱਸ ਦਵਾਂ ਕਿ ਜਿਹੜਾ ਕ੍ਰਿਸਚਨ ਦੇ ਉੱਤੇ ਜਿਹੜਾ ਇਹਨਾਂ ਨੂੰ ਖੁੱਲ ਦਿੱਤੀ ਹੋਈ ਹੈ, ਪੰਜਾਬ ਤੇ ਕੇਰਲਾ ਵਰਗੀ ਸਟੇਟਸ ਦਿੱਤੀ ਹੈ, ਜਿੱਥੇ ਕਿ ਇਹਨਾਂ ਦਾ ਆਪਣਾ ਡਾਇਰੈਕਟ ਕੰਟਰੋਲ ਨਹੀਂ ਚੱਲਦਾ, ਜਾਂ ਆਦੀਵਾਸੀਆਂ ਵਾਲੇ ਪਾਸੇ ਦਿੱਤੀ ਹੋਈ ਹੈ ਜਿੱਥੇ ਇਹਨਾਂ ਦਾ ਡਾਇਰੈਕਟ ਕੰਟਰੋਲ ਨਹੀਂ ਚੱਲਦਾ। ਉੱਥੇ ਪਹਿਲਾਂ ਇਹਨਾਂ ਨੂੰ ਬਾਬਿਆਂ ਨੂੰ ਪ੍ਰਮੋਟ ਕੀਤਾ ਜਾਂਦਾ, ਬਾਅਦ ਵਿੱਚ ਇਹਨਾਂ ਨੂੰ ਪਤਾ ਹੈ ਤੇ ਆਪਣੇ ਅੰਡਰ ਹੀ ਨੇ, ਭਾਵੇਂ ਇਹਨਾਂ ਨੂੰ ਕੁੱਟਮਾਰ ਕਰਕੇ ਜਿਵੇਂ ਮਰਜ਼ੀ ਅਸੀਂ ਬਾਅਦ ਚ ਕਹਿ ਦਾਂਗੇ ਤੇ ਹਿੰਦੂ ਨੇ, ਜੋ ਵੀ ਹੈ। ਸੋ ਇੱਥੇ ਕਿਉਂਕਿ ਸਿੱਖੀ ਦਾ ਕੰਟਰੋਲ ਹੈ, ਇਸ ਲਈ ਇੱਥੇ ਇਹਨਾਂ ਨੂੰ ਖੁੱਲ ਦਿੱਤੀ ਹੋਈ ਹੈ। ਕੇਰਲਾ ਵਿੱਚ ਕਮਿਊਨਿਜ਼ਮ ਦਾ ਕੰਟਰੋਲ ਜ਼ਿਆਦਾ ਹੈਗਾ, ਉੱਥੇ ਇਹਨਾਂ ਨੂੰ ਖੁੱਲ ਦਿੱਤੀ ਹੋਈ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੜੇ ਵੱਡੇ ਐਕਸਟਰਨਲ ਫੈਕਟਰਸ ਦੇ ਵਿੱਚ ਹੋ ਰਹੀਆਂ ਨੇ। ਇਹਦੇ ਵੱਲ ਵੀ ਅਸੀਂ ਜ਼ਰੂਰ ਧਿਆਨ ਦਈਏ ਔਰ ਉਸ ਹਿਸਾਬ ਨਾਲ ਆਪਣੇ ਜਿਹੜੇ ਨੇ ਸੁਝਾਅ ਜਿਹੜੇ ਨੇ ਉਹ ਰੱਖੀਏ। ਧੰਨਵਾਦ। Sadar Gurpreet Singh ji, thank you for adding additional information ਜਿਹੜੀ ਹਾਲੇ ਤੱਕ ਨਹੀਂ ਸੀ ਕਿਸੇ ਨੇ ਗੱਲ ਕੀਤੀ ਕਿ ਇਹਦੇ ਵਿੱਚ ਗਵਰਨਮੈਂਟ ਦਾ ਤੇ ਜਿਨ੍ਹਾਂ ਨੂੰ ਆਪਾਂ ਬਾਬੇ ਕਹਿ ਦਈਏ, ਚਾਹੇ ਉਹ ਸਿੱਖ ਧਰਮ ਦੇ ਹੋਣ, ਚਾਹੇ ਹਿੰਦੂ ਧਰਮ ਦੇ ਹੋਣ, ਤੇ ਚਾਹੇ ਕ੍ਰਿਸਚਨ ਧਰਮ ਦੇ ਹੋਣ, ਉਹਨਾਂ ਦਾ ਆਪਸ ਵਿੱਚ ਹੀ ਗੱਠਜੋੜ ਹੈ। ਗਵਰਨਮੈਂਟ ਨੂੰ ਵੋਟਾਂ ਚਾਹੀਦੀਆਂ ਤੇ ਬਾਬਿਆਂ ਨੂੰ ਪੈਸੇ ਚਾਹੀਦੇ ਆ, and they are doing it in that fashion. Anybody else wants to share? I see one hand, but I'd rather give somebody else an opportunity before I come back to Dr. Gurnaam Singh ji. Anyone else? Dr. Gurnaam Singh ji. And I just wanted to come back. Gurpreet ne bahut important ਗੱਲ ਕਹੀ ਆ, but you know they've got this ਜਿਹੜੇ ਹਿੰਦੂ BJP ਉਹਨਾਂ ਕੋਲ ਘਰ ਵਾਪਸੀ ਇੱਕ ਇਹਨਾਂ ਦੀ ਪਾਲਿਸੀ ਹੈਗੀ ਆ, and they have been like forcibly reconverting, and they've ਇਹਨਾਂ ਕੋਈ laws ਵੀ introduce ਕੀਤੀਆਂ ਹੈਗੀਆਂ। So we've got to be very careful because ਅਸੀਂ ਇਹਨਾਂ ਦੇ ਕਲਾ ਵਿੱਚ ਨਾ ਡਿੱਗ ਪਈ ਹੈ, ਕਿਉਂਕਿ ਇਹ ਤਾਂ ਆਪ ਕਹਿੰਦੇ ਜੇ ਤੁਸੀਂ ਸਿੱਖੀ ਨੂੰ ਬਚਾਉਣਾ ਤਾਂ ਤੁਸੀਂ ਸਾਡੇ ਨਾਲ ਜੁੜੋ, ਅਸੀਂ ਤੁਹਾਨੂੰ ਭਰਾ ਸਮਝਦੇ ਹਾਂ। ਇਹ ਜਿਹੜੇ ਹੈਗੇ ਆ ਕ੍ਰਿਸਚੀਅਨ ਜਾਂ ਮੁਸਲਿਮ ਅਬਰਾਹਮਿਕ ਰਿਲੀਜਨਸ ਹੈਗੀਆਂ, ਤੇ ਜੇ ਤੁਸੀਂ ਬਚਣਾ ਤਾਂ ਤੁਸੀਂ ਸਾਡੇ ਨਾਲ ਹੀ ਬਚ ਸਕਦੇ ਆ। this is what they're saying। ਮਨਜਿੰਦਰ ਸਿੰਘ ਸਿਰਸੇ ਵਰਗੇ ਤਾਂ ਉਹਨਾਂ ਨਾਲ ਬੈਠੇ ਆ, ਉਹਨਾਂ ਨੇ ਇਹ ਜਿਹੜੀ ਜ਼ਹਿਰ ਖਾ ਲਈ ਆ। ਸੋ ਇਹ ਵੀ ਬਹੁਤ ਖਤਰਨਾਕ ਸਾਡੇ ਵਾਸਤੇ ਆ ਵੀ ਇਹਨਾਂ ਦੀ ਜਿਹੜੀ ਸਾਡੇ ਨਾਲ ਸਾਂਝ ਪਾ ਰਹੇ ਆ ਵੀ ਅਸੀਂ ਤੁਹਾਨੂੰ ਬਚਾ ਸਕਦੇ ਆ। ਆ ਜਿੰਨੇ ਵੀ ਹੁਣ ਸ਼ਤਾਬਦੀਆਂ ਮਨਾ ਰਹੇ ਆ, ਇਹ ਕਹਿ ਰਿਹਾ ਤੁਹਾਨੂੰ ਵੀ ਤੁਸੀਂ ਸਾਡੇ ਨਾਲ ਹੋ ਜਾਓ ਤਾਂ ਤੁਸੀਂ ਜਿੰਨਾ ਮਰਜ਼ੀ ਇੱਥੇ ਸੈਲੀਬ੍ਰੇਸ਼ਨ ਕਰੋ ਆਪਣੇ
ਟ੍ਰੈਡੀਸ਼ਨਸ ਦਾ। ਸੋ ਇਹਦੇ ਚੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਆ। ਇਹ ਜਿਹੜਾ ਜਾਲ ਆ ਨਾ ਬਹੁਤ ਔਖਾ। ਅਸੀਂ ਬਾਹਰ ਬੈਠੇ ਤਾਂ ਗੱਲ ਕਰ ਸਕਦੇ ਹਾਂ, ਉੱਥੇ ਲੋਕ ਕਹਿੰਦੇ ਤੁਸੀਂ ਬਾਹਰ ਬੈਠੇ ਸੌਖਾ ਤੁਹਾਡੇ ਲਈ, ਇੱਥੇ ਸਾਡੇ ਲਈ ਔਖਾ ਆ। ਸੋ ਇਹਦੇ ਲਈ ਕੋਈ ਸੋਲੂਸ਼ਨ ਵੀ ਲੱਭਣਾ ਬਹੁਤ ਜ਼ਰੂਰੀ, ਤਾਂ ਅਸੀਂ ਇੱਕ ਦੂਜੇ ਨਾਲ ਲੜ ਪਵਾਂਗੇ। We'll be divided down the middle there. आप जी का बहुत बहुत धन्यवाद। We need to find a solution, but a workable solution, practical solution. Thank you so much, Dr. Gurnaam Singh ji, for coming up with that. Very nice. Dr. Mandeep Kaur ji. ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, it was really wonderful to be hearing from all the angles we had been catering to this kind of issue. What I wish to add over here is ਕਿ ਖਾਲਸਾ ਸਕੂਲਾਂ ਦੀ ਵੀ ਕੁਆਲਿਟੀ ਅੱਛੀ ਨਹੀਂ ਹੈ। ਅਸੀਂ ਗੱਲ ਕਰਦੇ ਹਾਂ ਕਿ ਜੇ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ ਜਾਂ SGPC ਦੀ ਰਿਸਪੌਂਸਿਬਿਲਿਟੀ ਹੈ, most of the Sikh institutions fall under SGPC, but SGPC is not maintaining the standards of education. Sikh ਬੱਚਾ ਖਾਲਸਾ ਸਕੂਲ ਵਿੱਚ ਜਾਣਾ ਹੀ ਨਹੀਂ ਚਾਹੁੰਦਾ ਹੈ। Sikh ਬੱਚਾ ਖਾਲਸਾ colleges ਵਿੱਚ ਨਹੀਂ ਜਾਣਾ ਚਾਹੁੰਦਾ ਹੈ। So because of the quality, they are preferring to go to Christian institutions. Christian institutions ਨੇ ਹਾਲੇ ਵੀ ਇੰਡੀਆ ਵਿੱਚ ਆਪਣਾ ਸਟੈਂਡਰਡ ਮੇਨਟੇਨ ਕੀਤਾ ਹੈ, ਚਾਹੇ ਉਹ ਜ਼ੇਵਰਾਈਟਸ ਨੇ, ਚਾਹੇ ਉਹ ਕਿਹੜੀਆਂ ਵੀ ਜਿਹੜੀਆਂ ਵੀ ਇੰਸਟੀਟਿਊਸ਼ਨਸ ਕ੍ਰਿਸਚੀਅਨਸ ਨੇ ਜਦੋਂ ਆਪਣੇ ਟਾਈਮ ਵਿੱਚ ਡਿਵੈਲਪ ਕੀਤੀਆਂ, ਉਹਨਾਂ ਨੇ ਉਹਨਾਂ ਦੇ ਸਟੈਂਡਰਡਸ ਮੇਨਟੇਨ ਕੀਤੇ ਨੇ। ਵੇਅਰਐਜ਼ ਖਾਲਸਾ ਸਕੂਲ ਜਾਂ ਖਾਲਸਾ ਟਰਸਟ ਉਹਨਾਂ ਸਟੈਂਡਰਡਸ ਨੂੰ ਮੈਚ ਹੀ ਨਹੀਂ ਕਰ ਸਕੇ। So if we will work on the standards of education and in the process of institutions will grow, definitely Sikh bache, they will benefit from our institutions also, chahe wo medical colleges ne, chahe wo engineering colleges ne. Right from the beginning, they may be primary schools or secondary schools also, which is very, very important for us to be looking after onto the standards of our education. Thank you, Virji. Dr. Mandeep Kaur ji, you made a very good point, and I would like to hear from somebody, and including yourself, what can this group do to improve the standard of the Khalsa schools? I also know, by the way, just a comment, to see it would be appropriate too, that kai Sikha ne Christian ਨਾਂ ਤੇ ਸਕੂਲ ਖੋਲੇ ਹੋਏ ਆ, ਕਿਉਂਕਿ ਕ੍ਰਿਸਚੀਅਨ ਨਾਂ ਦੇ ਸਕੂਲ ਤੇ ਬੱਚੇ ਉੱਥੇ ਦਾਖਲਾ ਲੈ ਲੈਂਦੇ ਆ, ਪੇਰੈਂਟਸ ਉੱਤੇ ਦਾਖਲਾ ਦੇ ਦਿੰਦੇ ਆ। ਜੇ ਉਹੋ ਹੀ ਸਕੂਲ ਕਿਤੇ ਸਿੱਖੀ ਦੇ ਨਾਂ ਤੇ ਹੁੰਦਾ ਤਾਂ ਲੋਕਾਂ ਨੇ ਉੱਥੇ ਦਾਖਲਾ ਨਹੀਂ ਸੀ ਲੈਣਾ। ਸੋ that is how bad a name Sikh schools have gotten to. ਆਪ ਜੀ ਦਾ ਬਹੁਤ ਧੰਨਵਾਦ। ਸਰਦਾਰ ਸਿਮਰਨਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦੇ ਪੁਆਇੰਟਸ ਸੁਣੇ ਆ, ਬਹੁਤ ਹੀ ਵੈਲਿਡ ਪੁਆਇੰਟਸ। ਮੈਂ ਬਸ 15 ਜਾਂ 20 ਸੈਕਿੰਡ ਦੇ ਵਿੱਚ ਆਪਣੀ ਗੱਲ ਖਤਮ ਕਰ ਦਾਂਗਾ। ਇੱਕ ਸਭ ਤੋਂ ਮੇਨ ਫਸਟ ਪੁਆਇੰਟ ਹੈ ਯੂਥ ਦੀ ਭਾਗੀਦਾਰੀ। ਯੂਥ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਵੋਲਵ ਕੀਤਾ ਜਾਵੇ। ਕੋਈ ਵੀ ਸੈਮੀਨਾਰਸ ਹੋ ਰਿਹਾ, ਕੋਈ ਵੀ ਪੁਆਇੰਟ ਜੋ ਸਿੱਖੀਜ਼ਮ ਤੋਂ ਰਿਲੇਟਡ ਹੈ ਉਹਦੇ ਕਾਰਨ। ਦੂਸਰਾ ਸਾਡਾ ਮੀਡੀਆ ਸਾਡਾ ਜ਼ੀਰੋ ਹੈ। ਮੈਂ ਰਿਕੁਐਸਟ ਕਰਾਂਗਾ ਕਿ ਜਿਹੜੇ ਸਿੱਖ ਇਨਫਲੂਐਂਸਰ ਹੈਗੇ ਹੈ, ਸੋਸ਼ਲ ਮੀਡੀਆ ਤੇ ਐਕਟਿਵ ਹੈਗੇ ਹੈ, ਜਿਸ ਵੀ ਪਲੇਟਫਾਰਮ ਤੇ ਉਹ ਐਕਟਿਵ ਹੈਗੇ ਆ, ਉਹਨਾਂ ਦੀ ਭਾਗੀਦਾਰੀ ਦੇ ਨਾਲ ਯੂਥ ਨੂੰ ਕਨੈਕਟ ਕਰਕੇ, ਭਾਵੇਂ ਸਿੱਖ ਇਸ਼ੂਜ਼ ਨੇ ਜਾਂ ਪੰਜਾਬ ਦੇ ਵਿੱਚ ਜਿਹੜਾ ਕ੍ਰਿਸਚੈਨਿਟੀ ਆ ਜੋ ਮੁੱਦਾ ਬਣਿਆ ਹੋਇਆ ਹੈ, ਉਹਨਾਂ ਦੀ ਹੈਲਪ ਲੈ ਕੇ ਅਸੀਂ ਆਪਣੇ ਮੀਡੀਆ ਨੂੰ, ਸਿੱਖ IT ਸੈੱਲ ਬਣੇ, ਉਹਦੇ ਵਿੱਚ ਸਾਡੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪ੍ਰਚਾਰਕ ਹੈਗੇ ਆ ਜਾਂ ਜਿਹੜੇ ਵੀ ਫਿਲੋਸਫਰ ਹੈਗੇ ਆ, ਉਹਨਾਂ ਦੀ ਭਾਗੀਦਾਰੀ ਵੀ ਰਹੇ, ਜਿਹਦੇ ਨਾਲ ਅਸੀਂ ਉਹਨਾਂ ਨੇ ਜਿਹੜੇ ਵੀ ਉਲਟੇ ਸਿੱਧੇ, ਉਹ ਭਾਵੇਂ ਇੱਕ ਪੋਸਟ ਪਾਉਂਦੇ ਆ ਤੇ ਉਹਦੇ ਬਾਅਦ ਸਾਰੀ ਸਿੱਖ ਕੌਮ ਲੱਗ ਜਾਂਦੀ ਉਹਨੂੰ ਕਲੇਮ ਕਰਨ ਵਾਸਤੇ ਕਿ ਇਹ ਗਲਤ ਹੈ, ਸਹੀ ਹੈ, ਬਟ ਸਾਡੇ ਤੱਕ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ। ਇਸ ਕਾਰਨ ਅਸੀਂ ਉਹਨਾਂ ਦੇ ਜਵਾਬ ਹੀ ਦਿੰਦੇ ਰਹਿ ਜਾਂਦੇ ਹਾਂ। ਤੇ ਸਿੱਖ IT ਸੈੱਲ ਬਣੇ, ਸਿੱਖਾਂ ਦੀ ਭਾਗੀਦਾਰੀ ਬਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹਾਂਜੀ, ਸਿਮਰਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆ ਜਿਹੜਾ ਤੁਸੀਂ ਸਬਜੈਕਟ ਲੈ ਕੇ ਆਏ ਆ, ਇਹ ਇਜ਼ ਵਨ ਆਫ ਦ ਸਬਜੈਕਟਸ ਇਨ ਅਪਕਮਿੰਗ ਸੈਮੀਨਾਰਸ। ਇਹਦੇ ਤੇ ਐਡਰੈਸ ਕੀਤਾ ਜਾਏਗਾ। ਅੱਜ ਦਾ ਸਬਜੈਕਟ ਹੈਗਾ ਕਿ ਸਾਡੇ ਸਿੱਖ ਵੀਰ ਜਿਹੜੇ ਸਿੱਖੀ ਨੂੰ ਛੱਡ ਕੇ ਜਾ ਰਹੇ ਆ। ਪਹਿਲਾਂ ਬੜਾ ਸੋਹਣਾ ਕਿਹਾ ਗਿਆ ਕਿ ਜਿਹੜੇ ਸਿੱਖ ਵੀਰ ਹਾਲੇ ਸਿੱਖ ਹੈ ਉਹਨਾਂ ਨੂੰ ਸਾਂਭ ਕੇ ਰੱਖੋ, ਤੇ ਦੂਜਾ ਜਿਹੜੇ ਚਲੇ ਗਏ ਆ ਉਹਨਾਂ ਨੂੰ ਵਾਪਸ ਲਿਆਂਦੇ ਗਏ ਆ। ਆਲਰੇਡੀ ਸਰਦਾਰ ਬਲਵਿੰਦਰ ਸਿੰਘ ਜੀ
ਸ਼ੇਅਰ ਕਰ ਗਿਆ ਕਿ ਉਹਨਾਂ ਨੇ ਕਿੰਨੇ ਸਕਸੈਸਫੁਲੀ ਲੋਕਾਂ ਨੂੰ ਵਾਪਸ ਲਿਆਂਦਾ। Therefore, that is our focus for today. Anyone wants to share a solution for that problem and how would they want to participate in implementing the solution? बहुत धन्यवाद। Who would want to share their views next? Anyone? Simranjit Singh ji, अपना हाथ थल्ले कर लो। Anyone have any questions? किसे solution देते? We have plenty of time. विजी मैं गल करा जी। हाँ जी, डॉक्टर जी कमल सिंह जी। जी वाहिगुरू जी का खालसा वाहिगुरू जी की जी फतेह। ਵੀਰ ਜੀ ਸਾਡੇ ਜਿਹੜੇ ਵਲਨਰੇਬਲ ਗਰੁੱਪਸ ਨੇ ਫੋਰ ਐਗਜ਼ਾਮਪਲ ਜਿਵੇਂ ਸਿੱਖ ਲੀਗ ਵਣਜਾਰਾ ਗਰੁੱਪ ਹੈ ਔਰ ਇਹ ਸਾਡਾ ਐਸੈਟ ਵੀ ਹੈ ਇਨਫੈਕਟ ਜਦੋਂ ਅਸੀਂ ਅੱਜ ਕੱਲ੍ਹ ਦੀ ਡੈਮੋਕ੍ਰੈਟਿਕ ਸੈਟਅਪ ਵਿੱਚ ਹੈਗੇ ਆ ਜਿੱਥੇ ਨੰਬਰ ਗੇਮ ਚੱਲਦੀ ਹੈ ਤਾਂ ਆਈ ਫੀਲ ਇਸ ਸਾਰੇ ਸੈਕਟਰ ਨੂੰ which is vulnerable because of the economic aspect ਤੇ ਉਹਨਾਂ ਨੂੰ ਸਾਂਭਣਾ ਉਹਦਾ ਕੁਝ ਇਸ ਤਰ੍ਹਾਂ ਦਾ ਸਟਰਕਚਰ ਹੋਏ ਕਿ ਸਾਡਾ ਉਹਦੀ ਜਿਹੜੀ ਬੇਸਿਕ ਲਾਈਵਲੀਹੁੱਡ ਹੈ ਔਰ ਜਿਹੜਾ ਸਾਡਾ ਇੰਨਾ ਜ਼ਿਆਦਾ ਨੈਟਵਰਕ ਹੈ ਆਫ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੀਅਰ ਐਂਡ ਅਬਰੋਡ ਇਹਨਾਂ ਸਾਰਿਆਂ ਦਾ ਕੁਝ ਨੈਟਵਰਕਿੰਗ ਹੋ ਸਕੇ ਕਿ ਜਿੱਥੇ ਕਿ ਅਸੀਂ ਝੁੰਗੇ 'ਚ ਵੀ ਅਸੀਂ ਉਹਨਾਂ ਸਾਰਿਆਂ ਨੂੰ ਐਡਜਸਟ ਕਰ ਸਕੀਏ ਤੇ ਆਲਰੇਡੀ ਇਸ ਐਂਗਲ ਤੇ ਜਿਹੜੇ ਕੰਮ ਚੰਗੇ ਸਿਗਨੀਫੀਕੈਂਟ ਹੋ ਰਹੇ ਨੇ ਦੇ ਆਰ ਵੈਰੀ ਨਾਈਸ। ਇੱਕ ਜਿਹੜਾ ਹੋਰ ਗੱਲ ਹੈ ਕਿ ਸਾਡਾ ਅਸਲ ਆਧਾਰ ਜਿਹੜਾ ਫੰਡਾਮੈਂਟਲ ਸਾਡੀ ਜਿਹੜੀ ਜੜ ਹੈ ਉਹ ਸਾਡਾ ਆਧਾਰ ਗੁਰਬਾਣੀ ਦੀ ਅੰਡਰਸਟੈਂਡਿੰਗ ਹੈ। ਦਾ ਲੈਂਗੁਏਜ ਆਫ ਗੁਰਬਾਣੀ ਅਸੀਂ ਜਿੱਥੇ ਜਿੱਥੇ ਵੀ ਕੁਝ ਖੋਲਿਆ ਪੰਜਾਬੀ ਦੇ ਡਿਪਾਰਟਮੈਂਟਸ ਖੋਲੇ ਨੇ ਬਟ ਲਰਨਿੰਗ ਪੰਜਾਬੀ ਇਜ਼ ਅ ਬਿਗ ਮਿਸਕਨਸੈਪਸ਼ਨ ਕਿ ਪੰਜਾਬੀ ਪੜ੍ਹਾ ਦੋ ਗੁਰਮੁਖੀ ਆ ਜਾਏ ਗੁਰਬਾਣੀ ਆ ਜਾਏਗੀ। ਗੁਰਬਾਣੀ ਹੈਜ਼ ਟੂ ਦ ਲੈਂਗੁਏਜ ਆਫ ਗੁਰਬਾਣੀ ਹੈਜ਼ ਟੂ ਬੀ learned in another unique way. It has to be taught in a unique way. ਉਹਦੀ ਗੁਰਬਾਣੀ ਦੀ ਗ੍ਰਾਮਰ ਐਂਡ ਪੰਜਾਬੀ ਦੀ ਗ੍ਰਾਮਰ ਆਰ ਵਰਲਡ ਅਪਾਰਟ ਤੇ ਉਹ ਜਿਹੜੀ ਹੈ ਉਹਦਾ ਸਿਸਟਮ ਹੀ ਹੋਰ ਉਹਦਾ ਸਿਸਟਮ ਹੀ ਹੋਰ ਹੈ ਮਤਲਬ ਜਿਹਨੂੰ ਉਸ ਭਾਸ਼ਾ 'ਚ ਕਈ ਸੰਯੋਗਾਤਮਕ ਤੇ ਵਿਯੋਗਾਤਮਕ ਭਾਸ਼ਾਵਾਂ ਨੇ ਦੇ ਆਰ ਟੋਟਲੀ ਡਿਫਰੈਂਟ। The system is not in place as of now till to date ਕਿ ਕਿਹੜੀ ਦੂਜੀ ਦੇ ਬੱਚੇ ਨੂੰ ਅਸੀਂ ਗੁਰਬਾਣੀ ਦਾ ਕਿਹੜਾ ਐਸਪੈਕਟ ਦੇਣਾ ਤੀਜੀ ਦੇ ਬੱਚੇ ਨੂੰ ਕੀ ਦੇਣਾ ਚੌਥੀ ਦੇ ਬੱਚੇ ਨੂੰ ਕੀ ਦੇਣਾ। ਉਹ ਜਿਹੜੇ ਬਹੁਤ ਪੁਰਾਣੇ ਸਿਸਟਮ 'ਚ ਪੋਥੀ ਹੁਣ ਸੀ ਪੋਥੀ ਪਹਿਲੀ ਪੋਥੀ ਦੂਜੀ ਉਹ ਆਪਣੇ ਆਪ 'ਚ ਕਿੰਨਾ ਕੁ ਟ੍ਰੀਵੀਅਲ ਅਪਰੋਚ ਸੀਗੀ ਬਟ ਉਹ ਵੀ ਹੁਣ ਵੇਦਰਵੇ ਹੋ ਗਈ ਹੈ। ਤਾਂ ਇਹ ਜਿਹੜੀ ਚੀਜ਼ ਹੈ ਉਹ ਸਿਸਟਮ ਨੂੰ ਪਹਿਲੇ ਤਾਂ ਸਾਡੇ ਕੋਲ ਜਿਹੜਾ ਸਿਲੇਬਸ ਹੈ ਉਹ ਇੰਨਾ ਜ਼ਿਆਦਾ ਮਤਲਬ ਕੰਸੀਡਰਡ ਹੋਏ ਵੀ ਯੈਸ ਦਿਸ ਇਜ਼ ਰਾਈਟ ਦਿਸ ਸ਼ੁੱਡ ਬੀ ਡਨ। ਹਾਲ ਤਾਂ ਸਾਡੀ ਮੁਹਾਰਨੀ ਨਹੀਂ ਹੈ ਜੀ ਸਾਡੇ ਕੋਲ ਜਿਹੜੀਆਂ ਜਿੱਥੇ ਗੁਰਬਾਣੀ 'ਚ ਜਿਸ ਤਰ੍ਹਾਂ ਲਗਾ ਮਾਤਰਾ ਯੂਜ਼ ਹੋ ਰਹੀਆਂ ਨੇ ਉਹ ਤਾਂ ਪੰਜਾਬੀ 'ਚ ਹੈ ਹੀ ਨਹੀਂ ਨਾ ਉਹ ਪੈਰੀ ਅੱਖਰ ਵਾਲੇ ਹੈਗੇ ਨੇ ਇੱਥੇ 2-3 ਨੇ ਉਹਦੇ 'ਚ ਤਾਂ 10-11 ਨੇ। ਤੋ ਇਹਦੇ 'ਚ ਮਤਲਬ ਐਵਰੀ ਐਸਪੈਕਟ ਤੋਂ ਗੁਰਬਾਣੀ ਦਾ ਅੱਧਾ ਕਦਾ ਕੀ ਕੰਸੈਪਟ ਹੈ ਗੁਰਬਾਣੀ ਦਾ ਬਿੰਦੀ ਦਾ ਕੰਸੈਪਟ ਕੀ ਹੈ ਰਹਾਓ ਦੇ ਪਦੇ ਦਾ ਮਤਲਬ ਕੀ ਹੈ ਰਹਾਓ ਤੇ ਸ਼ਲੋਕ ਦਾ ਫਰਕ ਕੀ ਹੈ ਸ਼ਲੋਕ ਤੇ ਦੱਖਣੇ ਦਾ ਫਰਕ ਕੀ ਹੈ ਇਹ ਕਦੋਂ ਅਸੀਂ ਸਮਝਾਂਗੇ ਕਦੋਂ ਬੱਚਿਆਂ ਨੂੰ ਦੱਸਿਆ ਜਾਊਗਾ। ਆਈ ਫੀਲ ਲੋਟ ਹੈਜ਼ ਟੂ ਬੀ ਡਨ। ਜੇ ਆ ਸਾਡਾ ਆਧਾਰ ਹੈ ਜੇ ਬੱਚੇ ਸਾਡੇ ਵੈਲ ਵਰਸਡ ਹੋਣਗੇ ਉਹ ਤਾਂ ਟਣਕਣਗੇ ਸਾਰੇ ਜਿਹਨੂੰ ਕੋਈ ਹੱਥ ਲਾਏਗਾ they will be ਉਹਨਾਂ ਨੂੰ ਗੁਰਬਾਣੀ ਮਨ ਨੂੰ ਟੱਚ ਕਰੇਗੀ। all ਜਿਹੜੀ ਬੜੀਆਂ ਸਾਡੀਆਂ ਅਤ ਸੂਖਮ ਗੁਰਬਾਣੀ ਦੀ ਜਿਹੜੀ ਸਿਸਟਮ ਹੈ ਦਾ ਵਿਧਾਨ ਹੈ ਗੁਰਬਾਣੀ ਦਾ ਉਸ ਵਿਧਾਨ ਘਰ ਦਾ ਵਿਧਾਨ ਹੈ ਉਹਦੇ ਵਿੱਚ ਗੁਰਬਾਣੀ ਦੇ ਸੁਨੇਹੇ ਗੁਰਬਾਣੀ ਦੀ ਸ਼ਬਦਾਵਲੀ ਗੁਰਬਾਣੀ ਦਾ ਉਚਾਰਨ। ਵੀਰ ਜੀ ਤੁਸੀਂ ਬਹੁਤ ਡਿਫਰੈਂਟ ਸ਼ਬਦਾਂ ਤੇ ਪਹੁੰਚ ਗਏ ਹੋ। ਸਾਡਾ ਸਬਜੈਕਟ ਅੱਜ ਦਾ ਹੋਰ ਹੈ ਜੋ ਆਪ ਜੀ ਫਰਮਾ ਰਹੇ ਆ ਇਟ ਇਜ਼ ਵਨ ਆਫ ਦ ਅਪਕਮਿੰਗ ਸੈਮੀਨਾਰਸ ਉਹਦੇ 'ਚ ਜ਼ਰੂਰ ਵਿਚਾਰ ਕਰਾਂਗੇ। ਬਸ ਮੇਰਾ ਇਹਦੇ 'ਚ ਇੰਨੀ ਗੱਲ ਸੀ ਇਸ ਨਾਲ ਇਸ ਤਰ੍ਹਾਂ ਰੈਲੇਵੈਂਟ ਕਰਦੇ ਹਾਂ ਜੀ ਸਿਰਫ ਇੰਨੀ ਬਰੀਫ ਜੀ ਗੱਲ ਮੈਂ ਕਮੈਂਟ ਦੇ ਕੇ ਬੰਦ ਕਰਦਾ ਕਿ ਸਾਨੂੰ ਗੁਰਬਾਣੀ ਨੂੰ ਵੀਰ ਜੀ ਕਿਉਂਕਿ ਸਾਡੇ ਬੱਚੇ ਭਾਵੇਂ ਉਹ ਸਿੱਖ ਲੀਗ ਕਰਨ ਜਾਣਦੇ ਹੋਣ ਸਾਡੇ ਸ਼ਹਿਰਾਂ ਦੇ ਪਿੰਡਾਂ ਦੇ ਬੱਚੇ ਹੋਣ ਉਹ ਜੇ ਗੁਰਬਾਣੀ ਨਾਲ ਓਤ-ਪੋਤ ਹੋਣਗੇ ਉਹਨਾਂ ਨੂੰ ਟੱਚ ਕਰਦੇ ਹੋਏਗੇ ਸੈਂਸਿਟਾਈਜ਼ਡ ਹੋਣਗੇ ਤੇ ਉਹਨਾਂ ਨੂੰ ਕੋਈ ਹਿਲਾ ਨਹੀਂ ਸਕੇਗਾ। ਦੈਟ ਇਜ਼ ਮਾਈ ਓਨਲੀ ਪੁਆਇੰਟ।
आप जी का बहुत बहुत धन्यवाद। एंड दिस अप्रोच जो आप जी ने किया सारिਆਂ ਨੂੰ ਇਹ ਇਕੱਲੇ ਸਿੱਖ ਲੀਡਰ ਨੂੰ ਨਹੀਂ, it is world over approach ਕਿ ਸਾਰਿਆਂ ਨੂੰ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਕਿ ਅਸਲੀ ਗੱਲ ਕੀ ਆ ਫਿਰ ਉਹ ਨਕਲੀ ਗੱਲਾਂ ਨੂੰ ਡਿਸਕਾਰਡ ਕਰਨੇ ਚ ਕੋਈ ਉਹਨੂੰ ਮਿੰਟ ਵੀ ਨਹੀਂ ਲੱਗਦਾ। So that is what your point is। ਜੇ ਅਸਲੀ ਗੁਰਬਾਣੀ ਨੂੰ ਸਮਝ ਜਾਣਗੇ ਤਾਂ ਕੋਈ ਪਖੰਡਾਂ ਨੂੰ ਮੰਨੇਗਾ ਹੀ ਨਹੀਂ, ਕਿਸੇ ਨੂੰ ਕਰਵਾ ਚੌਥ ਦਾ ਵਰਤ ਰੱਖਣ ਦੀ ਜ਼ਰੂਰਤ ਨਹੀਂ ਰਹੂਗੀ। तो बहुत बहुत धन्यवाद। सरदार गुरप्रकाश सिंह जी आप जी का हथ खड़ा है, गो अहेड। हाँ जी, बसी साहब मैं दो दरखास्त करना चाहांगा तुहाडे अगे। एक ते बड़े सोहने विचार आए ने, इन्हां विचारां नूं सानू प्रिंट करना चाहिदा है तां कि इन्हां नूं तुसीं दस सको। कमलजीत सिंह वीर जी ने बड़े सोहने सुझाव दिते सी ते उन्हां ने वो एक्शन ओरिएंटेड हैगे ने ते ਉਹਨਾਂ ਦੀ ਜਿਹੜੀ ਸੰਸਥਾ ਹੈਗੀ ਉਹਦੇ ਨਾਲ ਅਸੀਂ ਕਿੱਦਾਂ ਸਾਰੇ ਜੁੜ ਸਕਦੇ ਹਾਂ, ਉਹਨਾਂ ਦੀ ਹੌਸਲਾ ਅਫਜ਼ਾਈ ਕਿੱਦਾਂ ਕਰ ਸਕਦੇ ਹਾਂ ਉਹਦਾ ਪਤਾ ਚੱਲਣਾ ਚਾਹੀਦਾ ਹੈ। ਤੇ ਅਗਰ ਤੁਸੀਂ ਦੂਜਾ ਪੁਆਇੰਟ ਕਿ ਵੀ ਅਗਰ ਤੁਸੀਂ ਦੱਸੋ ਕਿ ਹੁਣ ਐਕਸ਼ਨ ਕੀ ਕਰਨਾ ਹੈਗਾ, ਅੱਗੇ ਕੰਮ ਕੀ ਕਰਨਾ ਹੈਗਾ, ਗਲੋਬਲ ਸਿੱਖ ਨੇ ਗੱਲਾਂ ਤੇ ਅਸੀਂ ਕਰ ਲਈਆਂ, ਹੁਣ ਅੱਗੇ ਕਰਨਾ ਕੀ ਹੈ ਉਹਦੇ ਬਾਰੇ ਵੀ ਪਲੀਜ਼ ਆਪਣੇ ਵਿਚਾਰ ਹੁਣ ਦਿਓ ਜਾਂ ਈਮੇਲ ਰਾਹੀਂ ਜਾਂ ਟੈਕਸਟ ਰਾਹੀਂ ਦੱਸਿਓ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। आप जी ने गुरप्रकाश सिंह जी दो बड़े पर्टिनेंट सवाल पूछे है। पहले सवाल का जवाब है कि इस मीटिंग के मिनट्स लिखे जाएंगे एंड दे वुड बी सर्कुलेटेड अमंग द सिक्खी स्कॉलर्स ग्रुप। सो जे कोई सज्जन भैन वीर इत्थे इस सैमीनार दे विच है लेकिन वो ਕਿਸੇ ਵਜ੍ਹਾ ਕਰਕੇ ਗਲੋਬਲ ਸਿੱਖੀ ਸਕਾਲਰਸ ਗਰੁੱਪ ਦੇ ਵਿੱਚ ਨਹੀਂ ਆ ਤਾਂ ਪਲੀਜ਼ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਨੂੰ ਜ਼ਰੂਰ ਦੱਸ ਦੇਣਾ। ਵੀ ਵੁੱਡ ਵਾਂਟ ਟੂ ਇਨਕਲੂਡ ਯੂਰ ਨੇਮ ਇਨ ਗਲੋਬਲ ਸਿੱਖੀ ਸਕਾਲਰਸ। ਉਹਦੇ ਵਿੱਚ ਹਰ ਸੈਸ਼ਨ ਬਾਰੇ ਇਨਫੋਰਮੇਸ਼ਨ ਆਏਗੀ ਤੇ ਮਿੰਟਸ ਡਿਸਟ੍ਰੀਬਿਊਟ ਕੀਤੇ ਜਾਣਗੇ। ਸੋ ਆਪ ਜੀ ਦਾ ਬਹੁਤ ਧੰਨਵਾਦ। ਨੈਕਸਟ ਐਕਸ਼ਨ ਆ ਜੋ ਕੁਛ ਸੈਮੀਨਾਰ ਕਰ ਰਹੇ ਹਾਂ ਇਹਦਾ ਟੋਟਲ ਫੰਕਸ਼ਨ ਇਹ ਹੈ, ਟੋਟਲ ਪਰਪਸ ਇਹ ਹੈ ਕਿ ਗਲੋਬਲ ਸਿੱਖ ਕਾਉਂਸਲ is already in process of implementing a project called Sikhi Prasar project in Punjab, exactly aimed for this purpose। ਤੇ ਅਸੀਂ scholars ਕੋਲੋਂ intellectuals ਕੋਲੋਂ ਇਹ ਲੱਭ ਰਹੇ ਸੀ ਕਿ what is the most cost effective, remember that word, cost effective solution to this problem। ਆਪਾਂ ਸਾਰੇ ਗੱਲਾਂ ਕਰ ਲੈਂਦੇ ਆ, ਕਾਲਜ ਖੋਲ ਦਿਓ, ਇਹ ਖੋਲ ਦਿਓ, ਉਹ ਖੋਲ ਦਿਓ, ਪ੍ਰਚਾਰ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ। ਮੇਰੇ ਵੀਰੋ ਪੈਸੇ ਸਾਡੇ ਕੋਲੋਂ ਹੀ ਆਉਣੇ ਆ, ਤੁਹਾਡੇ ਕੋਲੋਂ ਹੀ ਆਉਣੇ ਆ ਤੇ ਆਪਾਂ ਨੂੰ ਉਹ ਸੋਲੂਸ਼ਨ ਲੱਭਣਾ ਜਿਹੜਾ ਮੋਸਟ ਕਾਸਟ ਇਫੈਕਟਿਵ ਹੈ ਤਾਂ ਕਿ ਅਸੀਂ ਘੱਟ ਤੋਂ ਘੱਟ ਪੈਸਿਆਂ ਦੇ ਨਾਲ ਐਫਰਟ ਆਪਣਾ ਲਾ ਕੇ ਵੱਧ ਤੋਂ ਵੱਧ ਅਸਰ ਕਰੀਏ। ਜਿਹੜੇ ਮੇਰੇ ਵੀਰ ਭੈਣਾਂ ਵਰਜ ਤੇ ਬੈਠੇ ਆ ਉਹਨਾਂ ਨੂੰ ਨਾਲ ਲਾ ਰੱਖੀਏ, ਉਹਨਾਂ ਨੂੰ ਸਿੱਖੀ ਬਾਰੇ ਐਜੂਕੇਸ਼ਨ ਦੇਈਏ। ਜਿਹੜੇ ਚਲੇ ਗਏ ਆ ਉਹਨਾਂ ਨੂੰ ਮੁੜ ਕੇ ਐਜੂਕੇਸ਼ਨ ਦੇ ਕੇ ਫਿਰ ਸਿੱਖੀ ਚ ਲਿਆ ਸਕੀਏ ਜਿੱਥੇ ਵੀ ਉਹ ਐਨ ਐਜੂਕੇਸ਼ਨ ਦੇ ਨਾਲ ਨਾਲ ਹੈਲਪ, we understand financial help is needed। So that is the action plan we will implement। Second part is ਕਈ ਸੰਸਥਾਵਾਂ ਇਕੱਠੀਆਂ ਕੰਮ ਕਰ ਰਹੀਆਂ। ਗਲੋਬਲ ਸਿੱਖ ਕਾਉਂਸਲ ਦੀ ਟੋਟਲ ਇੰਟੈਂਟ ਹੈ ਕਿ ਉਹ ਸਾਰੀਆਂ ਸੰਸਥਾਵਾਂ ਨੂੰ ਅਸੀਂ ਨੈਟਵਰਕ 'ਚ ਲੈ ਕੇ ਆਉਣਾ। let them do what they are doing, let us help them what they are doing, at the same time have a network ਤਾਂ ਕਿ ਅਸੀਂ ਸਾਰੇ ਜਣੇ synergy create ਕਰ ਸਕੀਏ। So that is the objective of this session। ਬਹੁਤ ਬਹੁਤ ਧੰਨਵਾਦ। ਸਰਦਾਰ ਡਾਕਟਰ ਗੁਰਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਵਿਚਾਰ ਸਾਰਿਆਂ ਨੇ ਦਿੱਤੇ ਤਾਂ ਸੁਣ ਕੇ ਮੇਰੇ ਮਨ 'ਚ ਵੀ ਕੁਝ ਹੋਰ ਸੋਚ ਆਈ ਆ। ਜਦੋਂ ਮੈਂ ਬੋਲਿਆ ਸੀ ਮੈਂ ਕਿਹਾ ਸੀ ਵੀ ਸਾਡੀ ਇਹ ਫਿਲਾਸਫੀ ਦੀ ਪ੍ਰੋਬਲਮ ਨਹੀਂ ਹੈਗੀ, ਇਹ ਪ੍ਰੈਕਟੀਕੈਲਿਟੀ ਦੀ ਪ੍ਰੋਬਲਮ ਹੈਗੀ ਆ। ਪਰ ਇਸ ਦੇ ਬਾਵਜੂਦ ਵੀ ਇੱਥੇ ਇੱਕ ਜ਼ਰੂਰ ਫਿਲਾਸਫੀ ਦੀ ਗੱਲ ਹੈਗੀ ਆ। ਉਹ ਇਹ ਆ ਦੁਨੀਆ ਦੇ ਵਿੱਚ ਡਿਵੈਲਪ ਵਰਲਡ ਦੇ ਵਿੱਚ ਸੈਕੂਲਰਾਈਜੇਸ਼ਨ ਬੜੀ ਤੇਜ਼ੀ ਨਾਲ ਜਾ ਰਹੀ। ਈਵਨ ਤੁਸੀਂ ਮਿਡਲ ਈਸਟ ਦੇ ਵਿੱਚ ਵੀ ਜਾਓਗੇ ਜਿੰਨੇ ਉੱਥੇ ਭਾਵੇਂ ਬਾਹਰੋਂ ਤਾਂ ਇਸਲਾਮਿਕ ਹੀ ਆ, ਵਿੱਚ ਉਹ ਵੀ ਸੈਕੂਲਰ ਹੀ ਲੋਕ ਆ ਬਹੁਤੇ। ਹੁਣ ਪਹਿਰਾਵੇ ਤਾਂ ਰੱਖੇ ਉਹਨਾਂ ਨੇ। ਸੋ ਸੈਕੂਲਰ ਵਰਲਡ ਦੇ ਵਿੱਚ ਆਪਾਂ ਸਿੱਖੀ ਨੂੰ ਕਿੱਦਾਂ ਬਚਾਉਣਾ ਇਹਦੇ ਬਾਰੇ ਵੀ ਆਪਾਂ ਨੂੰ ਥੋੜ੍ਹਾ ਸੋਚਣਾ ਪਊਗਾ।
ਮੇਰਾ ਪਰਸਨਲ ਜਿਹੜਾ ਐਕਸਪੀਰੀਅੰਸ ਹੈਗੀ ਆ, ਸੈਕੂਲਰ ਵਰਲਡ ਦੇ ਵਿੱਚ ਲੋਕੀ ਦੇ ਆਰ ਸਟਿਲ ਸਰਚਿੰਗ ਫॉर ਮੀਨਿੰਗ। ਇਹਦਾ ਮਤਲਬ ਨਹੀਂ ਉਹਨਾਂ ਨੇ ਮੀਨਿੰਗ, ਇਨਫੈਕਟ ਉਹ ਹੁਣ ਮਟੀਰੀਅਲਿਜ਼ਮ ਦੇ ਵਿੱਚ ਵੀ ਫੈਡ ਅਪ ਹੋ ਗਏ ਆ, ਕੰਜ਼ਿਊਮ ਕਰ ਕਰਕੇ ਫੈਡ ਅਪ ਹੋ ਗਏ ਆ ਸੈਕੂਲਰ ਵਰਲਡ ਦੇ ਵਿੱਚ ਵੀ। Now they are being drawn to, you can say, lifestyle gurus, these new type of new age. ਹੁਣ ਸਾਡੇ ਇੱਥੇ ਪੰਜਾਬ 'ਚ ਇੱਕ ਪ੍ਰਚਾਰਕ ਹੈਗਾ ਆ ਰਣਜੀਤ ਸਿੰਘ ਢੱਡਰੀਆਂ ਵਾਲਾ। He is very successful. ਜਿੱਦਾਂ ਜੇ ਉਹਨੂੰ ਕਦੇ ਖੁੱਲੀ ਛੁੱਟੀ ਦਿੱਤੀ ਤਾਂ ਮੇਰਾ ਖਿਆਲ ਉਹ ਵੀ ਏਡੇ ਵੱਡੇ ਇਕੱਠ ਕਰ ਸਕਦਾ ਪੰਜਾਬ 'ਚ। He is successful not because he is giving you Gurmat philosophy or he's giving you Karm Kand. He is successful because he's giving you lifestyle philosophy. So we have to realize we are competing with all these new, you can say, new kind of theologies, new ideas about spirit and all, new spirituality ਵੀ ਤੁਸੀਂ ਕਹਿ ਸਕਦੇ ਆ। So I think we do need to do some thinking as in terms of scholars, is how can we present Sikhi in a secular world, in almost, if you like, in a post-God world, yeah? We don't believe in God in the way in which God is defined. Sada the Shabad Guru. And believe you me, when I engage in these kind of philosophical debates with highly educated people in universities, PhDs, they're fascinated on there. They want to know more about Sikhi. So I think that there is also, let me ask a point. Why only Punjabis become Sikh philosophers? Why don't non-Punjabis become Sikh philosophers or scholars? Surely this is the future. We have to bring in those people, and we have to present Sikhi as a new age. I don't call it a religion. I call it a new way of living in the world, environmental, all these things. So I think we do need to do work on presenting Sikhi not in the kind of Suraj Prakash kind of system. Oh, theek hai, pinda de vich chalda hoga system. So I think this is the big work. Let's focus on the community that is on the verge of converting or have converted. ਆ ਜਿਹੜੀ ਬਾਕੀ ਦੀ ਗੱਲ ਹੈ ਇਹ ਤੁਸੀਂ ਬੜੀ ਚੰਗੀ ਬਹੁਤ important ਕਰ ਰਹੇ ਹੋ, but this is one of the upcoming seminars. I continue to talk about it. We will have a repeat of this seminar ਕਿਉਂਕਿ ਸਾਡੇ ਕੋਲ 8-10 ਬੁਲਾਰੇ ਰਹਿ ਗਏ ਆ. If they want to share their views, we'll have a repeat. And then in 2 weeks, we have another seminar, and every 2 weeks, Global Sikh Council will have a seminar on a different subject, ਤਾਕਿ ਸਾਰੇ ਮੇਰੇ ਵੀਰਾਂ ਭੈਣਾਂ ਦੇ ਵਿਚਾਰ ਸੁਣ ਕੇ, ਤੇ ਜਿੱਦਾਂ ਪਹਿਲਾਂ ਕਿਹਾ ਗਿਆ ਕਿ ਬਈ 10 ਪ੍ਰਚਾਰਕ 10 ਵੱਖਰੇ ਵਿਚਾਰ ਦੱਸਦੇ ਆ। ਗਲੋਬਲ ਸਿੱਖ ਕੌਂਸਲ ਵੱਲੋਂ ਜਿਹੜਾ ਸਕਾਲਰਸ ਦਾ ਇੱਕ ਵਿਊ ਹੋਏਗਾ ਉਹ ਦੁਨੀਆ ਨਾਲ ਸ਼ੇਅਰ ਕੀਤਾ ਜਾਏਗਾ। ਜਿਹਨੇ ਸੁਣਨਾ ਸੁਣ ਲੈਣ, ਜਿਹਨੇ ਨਹੀਂ ਸੁਣਨਾ ਨਾ ਸਹੀ। ਕਿਸੇ ਤੇ ਇਨਫੋਰਸ ਨਹੀਂ ਕੀਤੇ ਜਾ ਸਕਦੇ, ਲੇਕਿਨ ਅਸੀਂ ਘੱਟੋ ਘੱਟ ਸ਼ੇਅਰ ਕਰ ਸਕਦੇ ਆ ਕਿ ਆਡੀਅנס ਨੂੰ ਇਹ ਪਤਾ ਲੱਗੇ ਕਿ ਬਈ ਸਕਾਲਰਸ ਵੱਲੋਂ ਕੀ ਵਿਚਾਰ ਹੈ ਕਿ ਗੁਰੂ ਨਾਨਕ ਸਾਹਿਬ ਕੀ ਕਹਿਣਾ ਚਾਹੁੰਦੇ ਆ ਇਸ ਵਿਸ਼ੇ ਤੇ। ਬਹੁਤ ਧੰਨਵਾਦ। ਨੈਕਸਟ ਸਾਡੇ ਕੋਲ ਹਾਲੇ 15 ਮਿੰਟ ਹੈਗੇ ਆ। We can talk about any comment or question on any one of the solutions presented. Go ahead. Anyone? ਮੈਂ ਸਵਾਲ ਪੁੱਛਦਾ। ਇੱਕ ਆਪਾਂ ਸਾਰੇ ਜਣੇ ਗੱਲਾਂ ਤਾਂ ਕਰਦੇ ਆ ਕਿ ਬਈ ਬਰਾਬਰਤਾ ਲਿਆਉਣੀ ਚਾਹੀਦੀ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਵੀਰ ਜਿਹੜੇ ਅੰਮ੍ਰਿਤ ਛਕ ਲੈਂਦੇ ਆ, ਖਾਸ ਕਰਕੇ ਅਖੰਡ ਕੀਰਤਨ ਜਿਹਦੇ ਵਾਲੇ, ਉਹ ਤਾਂ ਬਾਕੀ ਸਿੱਖਾਂ ਦੇ ਨਾਲ ਪ੍ਰਸ਼ਾਦਾ ਵੀ ਨਹੀਂ ਛਕ ਕੇ ਰਾਜੀ ਤੇ ਪ੍ਰਸ਼ਾਦ ਵੀ ਨਹੀਂ ਖਾ ਕੇ ਰਾਜੀ। ਤੇ ਅਸੀਂ ਇਹਨਾਂ ਵੀਰਾਂ ਨੂੰ ਜਿਹੜੇ ਸਿੱਖੀ ਛੱਡ ਕੇ ਜਾ ਰਹੇ ਆ, ਇਹ ਤਾਂ ਸਾਬਤ ਸੂਰਤ ਵੀ ਨਹੀਂ ਆ। ਜਦੋਂ ਅਸੀਂ ਇਹਨਾਂ ਨੂੰ ਵਾਪਸ ਲੈ ਕੇ ਆਉਣਾ, ਕਿ ਇਹ ਮੇਰੇ ਬਾਕੀ ਦੇ ਵੀਰ ਜਿਹੜੇ ਸਿੱਖ ਹੈ, ਛੱਡੋ ਪਰੇ ਜਾਤ ਪਾਤ ਨੂੰ, ਮੈਂ ਉਹ ਜਾਤ ਪਾਤ ਦੀ ਗੱਲ ਨਹੀਂ ਕਰਦਾ। ਮੈਂ ਕਹਿੰਦਾ ਜੇ ਇਹਨਾਂ ਵੀਰਾਂ ਨੂੰ ਜਿਹੜੇ ਅੱਜ ਸਾਬਤ ਸੂਰਤ ਨਹੀਂ ਅਸੀਂ ਮੁੜ ਕੇ ਲਿਆਵਾਂਗੇ, ਅਸੀਂ ਆਪਣੀ ਕਮਿਊਨਿਟੀ ਵਿੱਚ ਬਰਾਬਰਤਾ ਕਿੱਦਾਂ ਤੋਂ ਆਵਾਂਗੇ ਜਦੋਂ ਸਾਡੇ ਸਾਰੇ ਵੀਰ ਕਹਿੰਦੇ ਆ ਜੇ ਗੁਰਦੁਆਰੇ 'ਚ ਪ੍ਰਸ਼ਾਦ ਵੀ ਬਣਾਉਣਾ ਤੇ ਅੰਮ੍ਰਿਤਧਾਰੀ ਸਿੱਖ ਹੀ ਬਣਾਵੇ, ਕੋਈ ਹੋਰ ਆਮ ਬੰਦਾ ਪ੍ਰਸ਼ਾਦ ਵੀ ਨਹੀਂ ਬਣਾ ਸਕਦਾ। Please help me answer that question. Thank you.
बरजिंदर सिंह जी, आप जी कुछ कहना चाहते हो? अनम्यूट कर लो। ਹਾਲਾਂਕਿ ਮੈਂ ਐਕਚੁਅਲੀ ਡਾਟਰ ਆ ਗਈ ਸੀ, ਮੈਂ ਉਹਦੇ ਨਾਲ ਗੱਲ ਕਰਨ ਲੱਗ ਪਿਆ ਸੀ, ਸੌਰੀ, ਪਰ ਮੈਂ ਫਿਰ ਵੀ ਚਲੋ ਕੁਝ ਗੱਲਾਂ ਜ਼ਰੂਰੀ ਸ਼ੇਅਰ ਕਰਾਂਗਾ ਕਿ ਜਦੋਂ ਅਸੀਂ ਕਨਵਰਜਨ ਦੀ ਗੱਲ ਕਰ ਰਹੇ ਹਾਂ, ਮੁੱਢ ਸਾਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਟਾਈਮ ਤੋਂ, ਪਿਛਲੇ 1 ਸਾਲ ਤੋਂ ਬਹੁਤ ਵਿਚਾਰਾਂ ਇਸ ਟੌਪਿਕ ਤੇ ਹੋ ਰਹੀਆਂ ਨੇ। ਇੱਕ ਉਪਰਾਲਾ ਤੇ ਸਾਨੂੰ ਕਰਨਾ ਪਏਗਾ ਕਿ ਅਗਰ ਅਸੀਂ ਕਹਿੰਦੇ ਹਾਂ ਤਕਰੀਬਨ 12,500 ਪਿੰਡ ਨੇ, ਕਿਉਂਕਿ ਉਹ ਚੀਜ਼ ਜ਼ਿਆਦਾ ਐਕਸਪੈਂਸਿਵ ਵੀ ਨਹੀਂ ਹੈ, ਅਸੀਂ ਪਿੰਡ ਵਾਈਜ਼ ਕਰੀਏ। ਤੁਸੀਂ ਬਾਹਰ ਜਿਹੜੇ ਬੈਠੇ ਹੋ, ਤਕਰੀਬਨ ਮੇਰੇ ਖਿਆਲ ਪੰਜਾਬ ਦਾ ਸ਼ਾਇਦ ਕੋਈ ਪਿੰਡ ਨਹੀਂ ਹੋਏਗਾ ਜਿੱਥੋਂ ਸਿੱਖ ਬਾਹਰ ਜਾ ਕੇ ਨਹੀਂ ਵਸੇ ਹੋਏ। ਤੇ ਅਗਰ ਬਾਹਰ ਵਸੇ ਵੀਰ ਆਪਣੇ ਆਪਣੇ ਪਿੰਡ ਵਿੱਚ ਗੁਰਦੁਆਰੇ ਦੇ ਲੋਕਲ ਭਾਈ ਸਾਹਿਬ ਰਾਹੀਂ ਬੱਚਿਆਂ ਦੀ ਗੁਰਮਤ ਕਲਾਸਾਂ ਸ਼ੁਰੂ ਕਰਵਾ ਦੇਣ ਇੱਕ ਗੁਰਦੁਆਰੇ 'ਚ, ਜਿਹਦੇ 'ਚ ਕਿ ਜਿੰਨੇ ਸਿੱਖ ਨੇ, ਭਾਵੇਂ ਉਹ ਅਸੀਂ ਦਲਿਤ ਕਹਿੰਦੇ ਹਾਂ, ਕਿਉਂਕਿ ਮਜਬੀ ਸਿੱਖਾਂ ਦਾ ਕਨਵਰਜਨ ਹੈ, ਰਵਿਦਾਸੀ ਸਿੱਖਾਂ ਦਾ ਕਨਵਰਜਨ ਈਸਾਈਆਂ 'ਚ ਨਹੀਂ ਹੈ, ਉਹ ਰਵਿਦਾਸ ਪੰਥ ਵੱਲ ਜਾ ਰਹੇ ਨੇ। ਹੁਣ ਰਵਿਦਾਸੀ ਹੋਣ, ਮਜਬੀ ਸਿੱਖ ਹੋਣ ਜਾਂ ਜੱਟ ਹੋਣ ਜਾਂ ਬਾਕੀ ਹੋਣ, ਉਹਨਾਂ ਦੀ ਇੱਕ ਗੁਰਦੁਆਰੇ ਦੇ ਅੰਦਰ ਅਗਰ ਲੋਕਲ ਭਾਈ ਸਾਹਿਬ ਗੁਰਮਤ ਕਲਾਸਾਂ ਲਗਾਉਣ ਔਰ ਉਹਨਾਂ ਨੂੰ ਇੱਕ ਰੀਜ਼ਨੇਬਲ ਸੈਲਰੀ ਉਸ ਚੀਜ਼ ਵਾਸਤੇ ਦਿੱਤੀ ਜਾਏ, ਇਹ ਇੱਕ ਪ੍ਰੀਵੈਂਟਿਵ ਸਟੈਪ ਹੈ ਜਿਹਦੇ ਨਾਲ ਅਸੀਂ ਆਉਣ ਵਾਲੇ ਵਕਤ ਵਿੱਚ ਕਨਵਰਜਨ ਨੂੰ ਠੱਲ ਪਾ ਸਕਨੇ ਹਾਂ। ਔਰ 1-2 ਵੀਰਾਂ ਦੇ ਹੁਣੇ ਅੱਜ ਵੀ ਕਮੈਂਟ ਆਏ ਕੁਆਂਟੀਟੀ ਔਰ ਕੁਆਲਿਟੀ ਬਾਰੇ, ਕਿਉਂਕਿ ਅਕਸਰ ਇਹ ਗੱਲਾਂ ਅਸੀਂ ਸੋਸ਼ਲ ਮੀਡੀਆ ਦੇ ਸ਼ੇਅਰ ਕਰਨੇ ਆ, ਨਹੀਂ ਕੁਆਂਟੀਟੀ ਇੰਪੋਰਟੈਂਟ ਨਹੀਂ, ਕੁਆਲਿਟੀ ਇੰਪੋਰਟੈਂਟ ਹੈ, ਪਰ ਅਸੀਂ ਬੜੀ ਵੱਡੀ ਗਲਤਫਹਿਮੀ 'ਚ ਡੈਮੋਕ੍ਰੈਟਿਕ ਸਿਸਟਮ ਹੈ ਔਰ 1947 ਤੋਂ ਸਾਨੂੰ ਸਬਕ ਮਿਲ ਚੁੱਕਾ ਹੈ ਕਿ ਸਾਡੇ ਹੱਥੋਂ ਵੈਸਟ ਪੰਜਾਬ, ਸਾਡੇ ਗੁਰਦੁਆਰੇ, ਜ਼ਮੀਨ ਜਾਇਦਾਦਾਂ ਔਰ ਲੱਖਾਂ ਦਾ ਘਾਹ ਨਹੀਂ ਇਸ ਕਰਕੇ ਹੋਇਆ ਕਿ ਸਾਡੀ ਵੈਸਟ ਪੰਜਾਬ ਵਿੱਚ ਸਿਰਫ ਪੋਪੂਲੇਸ਼ਨ 8% ਸੀ ਔਰ ਉਸ ਤੋਂ ਅਸੀਂ 75 ਸਾਲ ਵਿੱਚ ਸਬਕ ਨਹੀਂ ਸਿੱਖਿਆ। ਔਰ ਜਦੋਂ ਅਸੀਂ ਕਨਵਰਜਨ ਦੀ ਗੱਲ ਕਰਨੀ ਤੇ 33% ਜਾਂ 32% ਆ ਪੰਜਾਬ ਵਿੱਚ ਮਜਬੀ ਔਰ ਰਵਿਦਾਸੀ ਸਿੱਖ। ਇੱਕ MLA ਇਲੈਕਸ਼ਨ ਲੜਦਾ, ਉਹਨੂੰ ਇੱਕ ਵੋਟ ਦੀ ਕੀਮਤ ਪਤਾ ਹੁੰਦੀ ਹੈ। ਅਸੀਂ ਤੇ ਆਪਣੇ 32% ਨੂੰ ਆਪਣੇ ਤੋਂ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ। ਮੇਨ ਕਾਰਨ ਕਿ ਅਸੀਂ ਉਹਨੂੰ ਇਕੁਐਲਿਟੀ ਦਾ ਸਟੇਟਸ ਨਹੀਂ ਦਿੱਤਾ। ਫਿਰ ਸਾਨੂੰ ਸਾਰੇ ਬਾਕੀ ਕਾਰਨ ਵੀ ਪਤਾ ਨੇ, ਇਕਨੋਮਿਕ ਰੀਜ਼ਨਸ, ਭਾਵੇਂ ਉਹਦੇ ਪੜ੍ਹਾਈ ਹੋਏ, ਭਾਵੇਂ ਉਹਦੇ ਅੰਦਰ ਇਲਾਜ ਹੋਏ, ਉਹ ਸਾਰੇ ਕਾਰਨ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਸਾਨੂੰ ਡੈਮੋਕ੍ਰੈਟਿਕ ਸਿਸਟਮ ਵਿੱਚ ਪੋਪੂਲੇਸ਼ਨ ਦੀ ਇੰਪੋਰਟੈਂਸ ਸਮਝ ਹੀ ਨਹੀਂ ਪਾਏਗੀ। ਫਿਰ ਮੈਂ ਇੱਥੇ ਗੱਲ ਕਰਾਂਗਾ ਬੜੀ ਵੱਡੀ ਕਿ ਜਿਹੜਾ ਪੰਜਾਬ ਵਿੱਚ ਸਿੱਖ ਰਹਿੰਦਾ ਹੈ ਉਹ ਸਿਰਫ ਸੈਂਟਰਡ ਹੈ ਪੰਜਾਬ ਤੇ। ਮੈਂ ਇੱਕ ਛੋਟੀ ਜਿਹੀ ਗੱਲ ਨਾਲ ਇਹਦੇ ਵਿੱਚ ਐਡ ਆਨ ਕਰਾਂਗਾ। ਅਕਸਰ ਅਸੀਂ ਖਾਲਿਸਤਾਨ ਦੀਆਂ ਗੱਲਾਂ ਕਰਨੇ ਆ, ਅਸੀਂ ਕਿਉਂ ਨਹੀਂ ਸੋਚਦੇ ਕਿ ਅਸੀਂ ਆਪਣੇ ਪੂਰੇ ਇੰਡੀਆ ਦੇ ਅੰਦਰ ਆਪਣੀ ਪੋਪੂਲੇਸ਼ਨ ਨੂੰ ਵਧਾਉਣ ਦੇ ਉਪਰਾਲੇ ਕਰੀਏ। ਜਿਹੜੇ ਕਰੋੜਾਂ ਬੰਜਾਰੇ, ਜੌਹਰੀ ਸਿੱਖ, ਅਗ੍ਰਹੀ ਸਿੱਖ, ਅਸਾਮੀ ਸਿੱਖ, ਇਸ ਤਰ੍ਹਾਂ ਦੇ ਜੋੜੀ ਬੰਜਾਰੇ ਹੀ ਕਰੋੜਾਂ ਵਿੱਚ ਨੇ। ਅਗਰ ਅਸੀਂ ਇਹਨਾਂ ਤੇ ਵੀ ਨਾਲ ਪੈਰਲਲ ਕੰਮ ਕੀਤਾ ਹੁੰਦਾ, ਸਾਡੀ ਅਗਰ ਇੰਡੀਆ 'ਚ ਓਵਰਆਲ ਪੋਪੂਲੇਸ਼ਨ 10, 15, 20% ਪਹੁੰਚੀ ਹੁੰਦੀ, 2% ਨਾਲ ਸਾਨੂੰ ਬੜੀ ਇੱਜ਼ਤ ਮਿਲਦੀ। ਜੇ 15, 20% ਪਹੁੰਚੀ ਹੁੰਦੀ, ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਸਾਡੀ ਆਲ ਓਵਰ ਇੰਡੀਆ 'ਚ ਕਿੰਨੀ ਰਿਸਪੈਕਟ ਹੁੰਦੀ। ਇਨਡਾਇਰੈਕਟ 'ਚ ਅਸੀਂ ਰਾਜੇ ਹੁੰਦੇ, ਸਾਡੇ ਕਈ 100 MLA ਔਰ 50-100 MP ਵੀ ਹੁੰਦੇ। ਸੋ ਸਾਨੂੰ ਮਜ਼ਬੂਤ ਆਪਣੇ ਆਪ ਨੂੰ ਜਿੱਥੇ ਪੰਜਾਬ ਵਿੱਚ ਕਰਨਾ, ਉੱਥੇ ਆਲ ਓਵਰ ਇੰਡੀਆ ਲੈਵਲ ਵਿੱਚ ਕਰਨਾ। ਵਰਲਡ ਜਿਹੜੇ ਬਾਹਰ ਸਿੱਖ ਚਲੇ ਗਏ, ਉਹਨਾਂ ਦੀ ਸਿਚੁਏਸ਼ਨ ਬਹੁਤ ਡਿਫਰੈਂਟ ਹੈ, ਕਿਉਂਕਿ ਉਹਨਾਂ ਨੇ ਸਟਰਗਲ ਕੀਤੀ। ਨੋ ਡਾਊਟ ਬਾਹਰ ਸਿੱਖਾਂ ਨੇ ਬਹੁਤ ਸਟਰਗਲ ਕੀਤੀ ਆਪਣੇ ਆਪ ਨੂੰ ਹਰ ਪੱਖੋਂ ਉੱਥੇ ਇਸਟੈਬਲਿਸ਼ ਕਰਨ ਵਿੱਚ। ਉੱਥੇ ਦੀਆਂ ਪੁਰਾਣੇ ਰੂਲਸ ਨਾਲ ਵੀ ਉਹਨਾਂ ਨੂੰ ਮੁਕਾਬਲੇ ਅੱਜ ਵੀ ਕਰਨੇ ਪੈਂਦੇ ਨੇ। ਸੋ ਸਾਨੂੰ ਈਸਾਈ ਜੋ ਕਨਵਰਜਨ ਹੈ ਉਹ ਤੇ ਬਹੁਤ ਵੱਡਾ ਫੈਕਟਰ ਹੈ, ਬਟ ਪੈਰਲਲ ਸਾਰੇ ਟੌਪਿਕ ਸਾਨੂੰ ਲੈ ਕੇ ਚੱਲਣੇ ਪੈਣਗੇ। ਔਰ ਅੱਜ ਪੰਜਾਬ ਤੋਂ ਬਾਹਰ ਜਿਹੜਾ ਸਿੱਖ ਹੈ, ਅਗਰ ਉਹ ਕੋਈ ਦਲਿਤ ਸਿੱਖ ਹੈ, ਉਹਨੂੰ ਬਰਾਬਰੀ ਦਾ ਦਰਜਾ ਹੈ। ਪੰਜਾਬ ਤੋਂ ਬਾਹਰ ਇਹ ਇਸ਼ੂ ਨਹੀਂ ਹੈ ਜੱਟਵਾਦ ਦਾ, ਇਹ ਇਸ਼ੂ ਸਿਰਫ ਪੰਜਾਬ ਵਿੱਚ ਹੈ। ਤੇ ਉਹਦੇ ਵਾਸਤੇ ਇੱਕ ਇੰਪੋਰਟੈਂਟ ਸਟੈਪ ਜਿਹੜਾ ਗ੍ਰਾਸ ਰੂਟ ਲੈਵਲ ਤੇ ਹੋ ਚੁੱਕੀ ਹੈ ਕਿ ਹਰ ਪਿੰਡ ਵਿੱਚ ਬੱਚਿਆਂ ਦੀ ਗੁਰਮਤ ਕਲਾਸਿਸ ਤੈਅ ਕਰ ਲਈ ਕਿ ਸ਼ੁਰੂ ਕਰਨੀਆਂ ਨੇ। ਉਹਦੇ ਵਾਸਤੇ ਅਸੀਂ ਬਾਹਰਲੇ ਵੀਰਾਂ ਨੂੰ ਹੀ ਅਗਰ ਪਰਸਿਊ ਕਰਨੀਆਂ, NRI ਪੋਪੂਲੇਸ਼ਨ ਨੂੰ, ਕਿ ਆਪਣੇ ਆਪਣੇ ਪਿੰਡ ਵਿੱਚ ਗੁਰਮਤ ਕਲਾਸਾਂ ਸ਼ੁਰੂ ਕਰਵਾ ਦਿਓ। ਉਹ ਇੱਕ ਬਹੁਤ ਵੱਡਾ ਸਟੈਪ ਹੋਏਗਾ, ਪ੍ਰੀਵੈਂਟਿਵ ਸਟੈਪ, ਤਾਂ ਕਿ ਆਉਣ ਵੇਲੇ ਕਨਵਰਜਨ ਨੂੰ ਠੱਲ ਪਾਈ ਜਾ ਸਕੇ। ਸਰਦਾਰ ਬਸ ਮੈਂ ਇੰਨੀ ਗੱਲ ਤੋਂ ਗੱਲ ਸਮਾਪਤ ਕਰਾਂਗਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਯੂ ਹੈਵ ਹਿਟ ਦ 2 ਪੁਆਇੰਟਸ। ਤੇ ਇੱਕ ਤੇ ਟੀਚਿੰਗ ਇਨ ਦਾ ਗੁਰਦੁਆਰਾ, ਹਾਲਾਂਕਿ ਪਿੰਡਾਂ ਦੇ ਗੁਰਦੁਆਰੇ ਸਮਝਦੇ ਕਿ ਅਸੀਂ ਟੀਚਿੰਗ ਕਰ ਰਹੇ ਹਾਂ। ਉਹ ਰੋਜ਼ ਸਵੇਰੇ ਉੱਠ ਕੇ ਨਿਤਨੇਮ ਦਾ ਪਾਠ ਕਰ ਦਿੰਦੇ ਆ,
ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰ ਦਿੰਦੇ ਆ, ਰਾਤ ਨੂੰ 16 ਸਾਹਿਬ ਦਾ ਪਾਠ ਕਰਕੇ ਤੇ ਸੁਖਾਸਨ ਕਰਦੇ ਆ। ਉਹ ਆਪਣੇ ਸਮਝਦੇ ਆ ਕਿ ਅਸੀਂ ਪ੍ਰਚਾਰ ਕਰ ਰਹੇ ਹਾਂ। ਤੇ ਦੂਜੀ ਜਿਹੜਾ ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ, ਨੰਬਰਸ। ਆਈ ਨੋ ਕਿ ਸਾਡੇ ਇਹ ਕਹਾਣਾ ਤੁਸੀਂ ਵੀ ਸੁਣਿਆ ਕਿ ਕੁਆਲਿਟੀ ਨਾਟ ਕੁਆਂਟਿਟੀ, ਲੇਕਿਨ ਅੱਜ ਦੇ ਸਮੇਂ ਵਿੱਚ numbers count and we need to know that and it's important। ਜੇ ਸਾਡੇ ਕੋਲ ਨੰਬਰ ਹੋਣ ਤੇ ਅਸੀਂ ਗਵਰਨਮੈਂਟ ਨੂੰ ਦੱਸ ਸਕਦੇ ਹਾਂ ਕਿ ਸਾਡੇ ਸਕੂਲ ਕਿੱਦਾਂ ਦੇ ਚਾਹੀਦੇ ਆ ਔਰ ਸਾਡੇ ਹਸਪੀਟਲ ਕਿੱਦਾਂ ਦੇ ਚਾਹੀਦੇ ਆ, ਸਾਡੀਆਂ ਸਰਵਿਸਿਜ਼ ਕਿੱਦਾਂ ਦੀਆਂ ਚਾਹੀਦੀਆਂ। ਜੇ ਸਾਡੇ ਨੰਬਰ ਨਹੀਂ ਤਾਂ ਅਸੀਂ ਕੁਛ ਨਹੀਂ ਦੱਸ ਸਕਦੇ। ਬਹੁਤ ਧੰਨਵਾਦ। anyone else wants to share? ਸਾਡੇ ਕੋਲ 7 ਮਿੰਟ ਹੋ ਰਿਹਾ ਹੈ। anyone else? How can we bring equality? Answer me this question. How can we bring equality among Sikhs? ਵਾਹਿ ਖਾਲਸਾ। ਇੱਕ ਥੋੜਾ ਜਿਹਾ ਇਹਦੇ ਉੱਤੇ ਮੈਂ ਕਮੈਂਟ ਕਰਨਾ ਚਾਹੂੰਗਾ ਜੀ ਕਿ ਇਹ ਜਿਹੜਾ ਨਾ ਇਹ ਜੱਟਵਾਦ ਸਪੈਸ਼ਲੀ ਇਹਦੇ ਉੱਤੇ ਬੜਾ ਡਿਸਕਸ਼ਨ ਹੋ ਰਹੀ ਹੈ। ਮੇਰਾ ਥੋੜਾ ਜਿਹਾ ਇਸ ਤੋਂ ਵੱਖਰਾ ਵਿਊ ਪੁਆਇੰਟ ਹੈਗਾ। ਨੋ ਡਾਊਟ ਡਿਸਕ੍ਰਿਮੀਨੇਸ਼ਨ ਐਗਜ਼ਿਸਟਸ, ਠੀਕ ਹੈ, ਪਰ ਜਦੋਂ ਵੀ ਅਸੀਂ ਗੱਲ ਕਰੀਏ ਨਾ ਵੀ ਸ਼ੁੱਡ ਬੀ ਵੈਰੀ ਸਪੈਸੀਫਿਕ। ਅਸੀਂ ਕਿਹੜੇ ਪਿੰਡ ਦੀ ਗੱਲ ਕਰ ਰਹੇ ਹਾਂ, ਉੱਥੇ ਕੀ ਇਸ਼ੂ ਹੋਇਆ, ਹੋ ਕੀ ਗਿਆ। ਇਹ ਚੀਜ਼ ਨੂੰ ਬਹੁਤ ਜਨਰਲਾਈਜ਼ਡ ਕਰ ਦਿੱਤਾ ਗਿਆ ਔਰ ਸਾਡੇ ਅੰਦਰ ਇਹ ਪਲਾਂਟ ਕਰ ਦਿੱਤਾ ਗਿਆ ਹੈ ਔਰ ਅਸੀਂ ਆਪ ਬਾਰ-ਬਾਰ ਰਿਪੀਟ ਕਰੀ ਜਾ ਰਹੇ ਹਾਂ, ਇੱਕ ਗੱਲ ਨੂੰ ਰਿਪੀਟ ਕਰੀ ਜਾ ਰਹੇ ਹਾਂ, ਜਨਰਲਾਈਜ਼ਡ ਸਟੇਟਮੈਂਟਸ ਨੂੰ। ਇਹ ਜਨਰਲਾਈਜ਼ਡ ਸਟੇਟਮੈਂਟਸ ਪਬਲਿਸ਼ ਕੀਤੀਆਂ ਜਾ ਰਹੀਆਂ ਨੇ ਇੰਗਲਿਸ਼ ਡੇਲੀਜ਼ ਦੇ ਵਿੱਚ, ਹਿੰਦੀਜ਼ ਦੇ ਵਿੱਚ। ਉਹੀਓ ਆਪ ਇੰਡੀਆ ਵਰਗੇ ਪਬਲਿਸ਼ ਕਰ ਰਹੇ ਨੇ। ਇੱਕ ਪਾਸਿਓਂ ਤੁਹਾਨੂੰ ਕ੍ਰਿਸਚੀਅਨਸ ਨਾਲ ਭੜਕਾ ਰਹੇ ਨੇ ਕਹਿ ਕੇ, ਦੂਜੇ ਪਾਸੇ ਤੁਹਾਨੂੰ ਉਹਨਾਂ ਨੂੰ ਰੀਜ਼ਨ ਦੇ ਰਹੇ ਨੇ, ਉਹਨਾਂ ਦੇ ਮੂੰਹ ਵਿੱਚ ਪਾ ਰਹੇ ਨੇ ਕਿ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਸੋ ਅਸੀਂ ਇਹ ਚੀਜ਼ਾਂ ਨੂੰ ਅਸੀਂ ਆਪ ਵੀ ਅਸੀਂ ਬਾਰ-ਬਾਰ ਇਸ ਗੱਲ ਨੂੰ ਬੋਲਦੇ ਹਾਂ, ਜਦਕਿ ਵੀ ਹੈਵ ਟੂ ਬੀ ਵੈਰੀ ਸਪੈਸੀਫਿਕ। ਅਸੀਂ ਕਿਸ ਪਿੰਡ ਦੀ ਗੱਲ ਕਰ ਰਹੇ ਹਾਂ, ਉੱਥੇ ਸਪੈਸੀਫਿਕ ਇਸ਼ੂ ਕੀ ਹੋਇਆ। ਮੈਂ ਇੱਕ ਹੋਰ ਗੱਲ ਇੱਥੇ ਦੱਸਣਾ ਚਾਹਾਂਗਾ ਕਿ ਇਹਦੇ ਪਿੱਛੇ ਵੀ ਇੰਡੀਅਨ ਪੋਲੀਟੀਕਲ ਸਿਸਟਮ ਦੀ ਬੈਕਿੰਗ ਹੈਗੀ ਹੈ। ਰੀਜ਼ਨ ਬੀਇੰਗ ਕਈ ਪਿੰਡਾਂ ਵਿੱਚ ਇਸ ਤਰ੍ਹਾਂ ਤੁਸੀਂ ਦੇਖੋਗੇ, ਅਗਰ ਤੁਸੀਂ 2 ਗੁਰਦੁਆਰੇ ਨੇ, ਤੁਸੀਂ ਦੋਨੋਂ ਗੁਰਦੁਆਰੇ ਦੇ ਪ੍ਰਧਾਨਾਂ ਨਾਲ ਗੱਲ ਕਰੋਗੇ, ਤੁਸੀਂ ਇਕੱਠੇ ਹੋ ਜਾਓ, ਕਹਿਣਗੇ ਅਸੀਂ ਇਕੱਠੇ ਨਹੀਂ ਹੋਣਾ। ਇੱਕ ਗੁਰਦੁਆਰੇ ਦੀ ਮੈਨੇਜਮੈਂਟ ਇੱਕ ਪਾਰਟੀ ਨਾਲ ਜੁੜੀ ਹੋਈ ਹੈ, ਦੂਜੇ ਗੁਰਦੁਆਰੇ ਮੈਨੇਜਮੈਂਟ ਦੂਜੀ ਪਾਰਟੀ ਨਾਲ ਜੁੜੀ ਹੋਈ ਹੈ। ਉਹ ਆਪਣੇ ਆਪਣੇ ਵੋਟ ਬੈਂਕ ਪੱਕੇ ਕਰਦੇ ਪਏ ਨੇ। ਅਸੀਂ ਇੱਥੇ ਬੈਠੇ ਡਿਸਕਸ਼ਨ ਲੱਗੇ ਕਿ ਉਹ ਦੇ ਆਰ ਡਿਸਕ੍ਰਿਮੀਨੇਟ ਹੋ ਰਹੇ ਨੇ ਇੱਕ ਦੂਜੇ ਨਾਲ, ਜਦਕਿ ਉਹ ਇਸ ਪੋਲੀਟੀਕਲ ਸਿਸਟਮ ਦੇ ਵਿੱਚ ਉਹ ਫਿੱਟ ਬੈਠੇ ਹੋਏ ਨੇ ਔਰ ਉਹ ਆਪਣੇ ਪਿੰਡ ਵਿੱਚ ਕਹਿ ਰਹੇ ਨੇ ਕਿ ਮੇਰੇ ਗੁਰਦੁਆਰੇ ਨਾਲ 500 ਵੋਟਾਂ ਨੇ, ਇਹ ਗੁਰਦੁਆਰੇ ਨਾਲ 1000 ਵੋਟਾਂ ਨੇ। ਉਹ ਪੱਕਾ ਕਰਕੇ ਬੈਠੇ ਹੋਏ ਨੇ ਤੇ ਅਸੀਂ ਸੋਚੀ ਜਾ ਰਹੇ ਹਾਂ ਸ਼ਾਇਦ ਇਹ ਪਤਾ ਨਹੀਂ ਇਹਦੇ ਪਿੱਛੇ ਕੋਈ ਬੜਾ ਵੱਡਾ ਇਸ਼ੂ ਹੈ ਔਰ ਅਸੀਂ ਆਪਣੇ ਆਪ ਨੂੰ ਬਾਹਰ ਨੂੰ ਜੱਟਵਾਦ ਜਦਕਿ ਜੱਟਵਾਦ ਵਰਗੀ ਕੋਈ ਵਿਚਾਰਧਾਰਾ ਐਗਜ਼ਿਸਟ ਨਹੀਂ ਕਰਦੀ। ਬ੍ਰਾਹਮਣਵਾਦ ਹੁੰਦਾ। ਹਾਂ, ਅਗਰ ਅਸੀਂ ਵੀ ਸ਼ੁੱਡ ਬੀ ਵੈਰੀ ਸਪੈਸੀਫਿਕ, ਵੀ ਸ਼ੁੱਡ ਕਾਲ ਇਟ ਬ੍ਰਾਹਮਣਿਜ਼ਮ। ਅਗਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਦੇ ਅੰਦਰ ਆਪਣੀ ਜਾਤ ਦਾ ਹੰਕਾਰ ਹੈ, ਦੂਜੇ ਨੂੰ ਨੀਵਾਂ ਸਮਝਦਾ ਹੈ, ਬ੍ਰਾਹਮਣਵਾਦ ਹੈ। ਦੂਜੇ ਪਾਸੇ ਅਗਰ ਕਿਸੇ ਨੂੰ ਇਹ ਲੱਗ ਰਿਹਾ ਕਿ ਮੈਨੂੰ ਜਾਤ ਕਰਕੇ ਮੈਂ ਨੀਵਾਂ ਵਾਂ ਤੇ ਉਹਦੇ ਅੰਦਰ ਹੀਨ ਭਾਵਨਾ, ਇਹ ਵੀ ਬ੍ਰਾਹਮਣਵਾਦ ਹੈ। ਇਸੇ ਤਰ੍ਹਾਂ ਤੁਸੀਂ ਦੇਖਾਂਗੇ ਜਿਹੜੇ ਰਵਿਦਾਸ ਮੰਦਿਰ ਨੇ, ਉੱਥੇ ਸਿਰਫ ਤੇ ਸਿਰਫ ਚਮਾਰ ਜਾਤ ਦੇ ਲੋਕਾਂ ਦੇ ਅੰਦਰ ਹੀ ਮੈਨੇਜਮੈਂਟ ਹੈ। ਅਸੀਂ ਕਦੀ ਚਮਾਰਵਾਦ ਨਹੀਂ ਬੋਲਿਆ, ਅਸੀਂ ਕਦੀ ਬੋਲਨੇ ਕਿ ਚਮਾਰਵਾਦ ਹੈ, ਕਿਉਂਕਿ ਇਹ ਵੀ ਬ੍ਰਾਹਮਣਵਾਦ ਹੈ। ਸੋ ਵੀ ਸ਼ੁੱਡ ਬੀ ਵੈਰੀ ਸਪੈਸੀਫਿਕ। ਔਰ ਜਿਹੜੀਆਂ ਟਰਮ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਇੰਡੀਅਨ ਮੀਡੀਆ ਦੇ ਤਰ੍ਹਾਂ, ਉਹਨੂੰ ਅਸੀਂ ਸਟ੍ਰੇਟ ਵੇ ਐਜ਼ ਏ ਬਾਇਓਟ ਨਾ ਕਰ ਲਈਏ। ਚੀਜ਼ਾਂ ਔਨ ਦਾ ਗਰਾਊਂਡ ਕਈ ਵਾਰੀ ਬਿਲਕੁਲ ਡਿਫਰੈਂਟ ਹੈਗੀਆਂ ਨੇ। ਧੰਨਵਾਦ। ਆਪ ਜੀ ਦਾ ਬਹੁਤ ਧੰਨਵਾਦ ਸਰਦਾਰ ਗੁਰਪ੍ਰੀਤ ਸਿੰਘ ਜੀ। ਤੁਸੀਂ ਨਵਾਂ ਐਂਗਲ ਲੈ ਕੇ ਆਏ ਆ ਕਿ ਜਿਹੜੇ ਅਸੀਂ ਜਾਤ ਪਾਤ ਦੇ ਬੇਸ ਤੇ ਗੱਲ ਕਰਦੇ ਹਾਂ, ਉਹ ਸ਼ਾਇਦ ਉਨਾ ਜ਼ਿਆਦਾ ਨਹੀਂ ਜਿੰਨਾ ਜ਼ਿਆਦਾ ਗਵਰਨਮੈਂਟ ਵੱਲੋਂ ਜਾਂ ਬਾਹਰ ਦੇ ਲੋਕਾਂ ਵੱਲੋਂ, ਪੋਲੀਟੀਸ਼ੀਅਨਾਂ ਵੱਲੋਂ ਇਹਨੂੰ ਉਭਾਰ ਕੇ ਤੇ ਸਿੱਖ ਕਮਿਊਨਿਟੀ ਨੂੰ ਵੰਡੀਆਂ 'ਚ ਪਾਇਆ ਜਾ ਰਿਹਾ ਤਾਂ ਕਿ ਉਹਨਾਂ ਦੀਆਂ ਵੋਟਾਂ ਉਹ ਆਪਣੀਆਂ ਵੋਟਾਂ ਪੱਕੀਆਂ ਕਰਦੇ ਆ। ਇੱਕ ਆਪਾਂ ਕੋਲ ਅੱਜ ਸੁਣਿਆ ਇਸ ਵੇਲੇ ਸਾਡੇ ਕੋਲ ਸਿਰਫ 4 ਮਿੰਟ ਰਹਿੰਦੇ ਆ ਤੇ I would want to conclude this session in time. We'll have one more session next week and all the rest of the questions and answers can be handled at that time. ਮੇਰਾ question by the way ਅਗਲੀ ਵਾਰ ਲਈ ਹੈ ਕਿ ਮੈਂ ਤਾਂ ਜੱਟਵਾਦ ਤੇ ਦੂਸਰੇ ਕਿਤਵਾਦ ਦੀ ਗੱਲ ਹੀ ਕਰਦੇ ਆ। ਮੈਂ ਤਾਂ ਅਖੰਡ ਕੀਰਤਨੀ ਵਰਗੇ ਜਥੇ, ਮੈਂ ਤਾਂ ਸਿੱਖੀ ਦੇ ਵਿੱਚ ਕਰ ਰਿਹਾ ਵੀ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹ ਆਪਣੇ ਆਪ ਨੂੰ ਬਾਹਮਣ ਵਾਂਗੋਂ ਸਥਿਤੀ ਦੇ ਕੇ ਬੈਠੇ ਆ ਤੇ ਜਿਹੜੇ ਮੇਰੇ ਵਰਗੇ ਹਾਲੇ ਥੋੜਾ ਜਿਹਾ ਘੱਟ ਹੈ
ਉਹ ਵੀ ਫਿਰ ਵੀ ਆਪਣੇ ਆਪ ਨੂੰ ਜਿਹੜੇ ਸਾਬਤ ਸੂਰਤ ਨਹੀਂ, ਅਸੀਂ ਉਹਨਾਂ ਨਾਲੋਂ ਆਪਣੇ ਆਪ ਨੂੰ ਬਿਹਤਰ ਸਿੱਖ ਮੰਨਦੇ ਹਾਂ। ਅਸੀਂ ਤੇ ਆਪਣੇ 'ਚ ਵੰਡੀਆਂ ਪਾਈਆਂ। ਮੈਂ ਇਹਦੇ ਤੇ ਜਾਤ ਦੀ ਤਾਂ ਗੱਲ ਹੀ ਨਹੀਂ ਕਰਦਾ। ਲੈਟਸ ਟਾਕ ਅਬਾਊਟ ਦੈਟ ਨੈਕਸਟ ਟਾਈਮ। ਇਸ ਵੇਲੇ ਸਾਡੇ ਸਿਰਫ 4 ਮਿੰਟ ਰਹਿ ਗਏ ਆ ਤੇ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਫॉर ਜੁਆਇਨਿੰਗ ਅਸ। ਆਈ ਵਾਂਟ ਟੂ ਰਿਮਾਈਂਡ ਯੂ ਕਿ ਜੇ ਕੋਈ ਵੀ ਬੰਦਾ ਇੱਥੇ ਸਾਡਾ ਬੀਬੀ ਭੈਣ ਸਾਡੇ ਗਰੁੱਪ ਦੇ ਵਿੱਚ ਨਹੀਂ ਜਾਂ ਗਲੋਬਲ ਸਿੱਖੀ ਸਕਾਲਰਸ ਗਰੁੱਪ ਦੇ ਵਿੱਚ, ਤਾਂ ਪਲੀਜ਼ ਆਪਣਾ WhatsApp ਨੰਬਰ ਚੈਟ ਗਰੁੱਪ 'ਚ ਪਾ ਦਿਓ, ਸਾਡੇ ਕੋਲ ਆ ਜਾਏਗਾ। ਯੂ ਵਿਲ ਬੀ ਐਡਡ ਟੂ ਦੈਟ ਗਰੁੱਪ। ਐਂਡ ਇਸ ਵੇਲੇ ਮੈਂ ਭੈਣ ਜੀ ਮਨਦੀਪ ਕੌਰ ਜੀ ਜਿਹੜੇ ਗਲੋਬਲ ਸਿੱਖ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਹੈ ਤੇ ਇਸ ਸੈਮੀਨਾਰ ਨੂੰ ਚੇਅਰ ਕਰ ਰਹੇ ਆ, ਉਹਨਾਂ ਅੱਗੇ ਬੇਨਤੀ ਕਰਾਂਗਾ ਕਿ ਉਹ ਆਪਣੇ ਕਲੋਜ਼ਿੰਗ ਰਿਮਾਰਕਸ ਸ਼ੇਅਰ ਕਰਨ। ਭੈਣ ਜੀ ਮਨਦੀਪ ਕੌਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜੀਆਂ ਵਿਚਾਰਾਂ ਇੰਨੀਆਂ ਆਪਾਂ ਸੁਣੀਆਂ, ਬੜੀ ਕੀਮਤੀ ਸੁਝਾਅ ਸਾਰੇ ਵੀਰਾਂ ਵੱਲੋਂ ਤੇ ਭੈਣ ਮਨਦੀਪ ਕੌਰ ਜੀ ਵੱਲੋਂ ਆਏ ਨੇ। ਸਾਰਿਆਂ ਨੇ ਆਪਣੇ ਆਪਣੇ ਜਿਹੜੇ ਸੁਝਾਅ ਨੇ ਬਹੁਤ ਵਧੀਆ ਰੱਖੇ ਨੇ। ਅਸੀਂ ਕਿਹਦੀ ਗੱਲ ਕਰੀਏ ਤੇ ਕਿਹਦੀ ਛੱਡੀਏ, ਭਾਵੇਂ ਉਹ ਸਾਡੇ ਡਾਕਟਰ ਸਰਬਜੀਤ ਸਿੰਘ ਵੀਰ ਜੀ ਨੇ, ਉਹਨਾਂ ਨੇ ਜਿੱਥੇ ਸੱਚੇ ਮਾਰਗ ਦੀ ਗੱਲ ਕੀਤੀ ਆ ਕਿ ਸੱਚੇ ਮਾਰਗ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਵੀਰ ਗੁਰਪ੍ਰਕਾਸ਼ ਸਿੰਘ ਜੀ ਉਹਨਾਂ ਨੇ ਵੀ ਬਹੁਤ ਵਧੀਆ ਸੁਝਾਅ ਦਿੱਤੇ। ਡਾਕਟਰ ਕਮਾਲਜੀਤ ਸਿੰਘ ਉਹਨਾਂ ਨੇ ਜਿੱਥੇ ਪੜ੍ਹਾਈ, ਦਵਾਈ ਤੇ ਕਮਾਈ ਦੀ ਗੱਲ ਕੀਤੀ, ਡਾਕਟਰ ਗੁਰਨਾਮ ਸਿੰਘ ਨੇ, ਤੇਜੀ ਮਲਕ ਜੀ, ਸਾਰਿਆਂ ਨੇ ਆਪਣੇ ਆਪਣੇ ਸੁਝਾਅ ਬਹੁਤ ਵਧੀਆ ਦਿੱਤੇ। ਔਰ ਵੀਰ ਜੀ ਉਹਨਾਂ ਨੇ ਸਵਾਲ ਪੁੱਛਿਆ ਸੀ ਗੁਰਪ੍ਰਕਾਸ਼ ਸਿੰਘ ਜੀ ਨੇ ਕਿ ਕੀ ਇਹ ਸਾਰੇ ਜਿਹੜੇ ਅਸੀਂ ਵਿਚਾਰ ਇੱਥੇ ਆਏ ਨੇ ਉਹ ਪ੍ਰਿੰਟ ਕਰਕੇ ਸਾਰਿਆਂ ਦੇ ਵਿੱਚ ਦਿੱਤੇ ਜਾਣਗੇ। ਬਿਲਕੁਲ ਵੀਰ ਜੀ, ਇਹ ਸਾਰੇ ਵਿਚਾਰ ਅਸੀਂ ਨਾਲ ਨਾਲ ਲਿਖੇ ਨੇ ਤੇ ਇਹ ਜਿਹੜੇ ਮਿੰਟਸ ਦੇ ਨਾਲ ਉਹ ਗਰੁੱਪ ਦੇ ਵਿੱਚ ਜ਼ਰੂਰ ਪਾਏ ਜਾਣਗੇ। ਔਰ ਜਿੰਨੇ ਵੀ ਵੀਰਾਂ ਨੇ, ਔਰ ਆਖਰ ਤੇ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਜਿੱਥੇ ਡੇਰਾਵਾਦ ਦੀ ਗੱਲ ਕੀਤੀ, ਇੱਕ ਨਵੀਂ ਗੱਲ ਜਿਹੜੀ ਵੀਰ ਜੀ ਨੇ ਲੈ ਕੇ ਆਏ ਨੇ, ਜਿਹੜੀ ਨਹੀਂ ਕਿਸੇ ਨੇ ਪਹਿਲੇ ਸ਼ੇਅਰ ਕੀਤੀ ਸੀ। ਔਰ ਡਾਕਟਰ ਵੀਰ ਬਰਜਿੰਦਰ ਸਿੰਘ ਉਹਨਾਂ ਨੇ ਨੰਬਰਸ ਦੀ ਗੱਲ ਕੀਤੀ। ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਬਾਕਮਾਲ ਨੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਔਰ ਜਿਹੜੇ ਅੱਜ ਸਾਡੇ ਵੀਰ ਜਾਂ ਭੈਣਾਂ ਜਿਹੜੀਆਂ ਆਈਆਂ, ਜਿਹੜੇ ਰਹਿ ਗਏ ਨੇ, ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਅਗਲੇ ਸੈਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜਨ ਤੇ ਆਪਣੇ ਵਿਚਾਰ ਜਿਹੜੇ ਨੇ ਅਗਲੇ ਸੈਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਨ। ਔਰ ਇਹ ਨਹੀਂ ਕਿ ਜਿਨ੍ਹਾਂ ਨੇ ਅੱਜ ਵਿਚਾਰ ਰੱਖਦੇ ਨੇ, ਜਿਵੇਂ ਵੀਰ ਸਰਬਜੋਤ ਸਿੰਘ ਗਰੋਵਰ ਉਹਨਾਂ ਨੇ ਬੜੇ ਕਮਾਲ ਦੇ ਵਿਚਾਰ ਰੱਖੇ ਨੇ, ਔਰ ਇਹ ਨਹੀਂ ਕਿ ਅੱਜ ਵਿਚਾਰ ਰੱਖਦੇ ਤੇ ਅਗਲੇ ਸੈਸ਼ਨ 'ਚ ਹਾਜ਼ਰੀ ਨਹੀਂ ਭਰਨੀ। ਅਗਲੇ ਸੈਸ਼ਨ 'ਚ ਵੀ ਹਾਜ਼ਰੀ ਜਿਹੜੀ ਆ ਉਹ ਜ਼ਰੂਰ ਭਰੋ। ਇਹ ਤੁਹਾਨੂੰ ਹੱਥ ਜੋੜ ਕੇ ਸਾਡੇ ਵੱਲੋਂ ਬੇਨਤੀ ਆ। ਤਹਿ ਦਿਲੋਂ ਸਾਰਿਆਂ ਵੀਰਾਂ ਦਾ, ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸ਼ੁਕਰਾਨਾ। ਸੋ ਹੁਣ ਵੀਰ ਜੀ ਤੁਸੀਂ ਜਿਹੜਾ ਆਖਰੀ ਕਨਕਲੂਜਨ ਜਿਹੜਾ ਉਹ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ, ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗੇਨ ਆਪਾਂ ਇਹ ਸ਼ਬਦਾਂ ਵਿੱਚ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਜਿੰਨਾ ਆ ਸਾਰਾ ਅੱਜ ਆਪ ਜੀ ਦੇ ਵਿਚਾਰ ਸੁਣੇ ਆ, ਹਾਊ ਕੈਨ ਵੀ ਪੁੱਟ them together, ਤੇ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਅਸੀਂ ਆਪਣੇ ਪ੍ਰੋਜੈਕਟ ਦੇ ਵਿੱਚ ਉਹਨੂੰ ਸਕਸੈਸਫੁਲ ਕਰਨਾ। ਉਹਦੇ ਲਈ ਸਾਰੇ ਵੀਰਾਂ ਭੈਣਾਂ ਦੀ ਮਦਦ ਦੀ ਬਹੁਤ ਜ਼ਰੂਰਤ ਹੈ। ਜੋ ਵੀ ਤੁਸੀਂ ਕਰ ਸਕਦੇ ਹੋ, ਸਾਂਝ ਪਾਉਂਦੇ ਰਹੋ, ਸੁਣਦੇ ਰਹੋ ਕਿ ਕੀ ਹੋ ਰਿਹਾ, ਤੇ ਜਿੱਥੇ ਆਪ ਜੀ ਕੋਲ ਹੋਇਆ ਉੱਥੇ ਸਾਂਝ ਪਾਇਓ। ਅੱਜ